ਇਸ ਪੱਤਰਕਾਰ ਮੰਚ ਵੱਲੋਂ ਜਿਹੜਾ ਵਿਸ਼ਾ ਅਸੀਂ ਚੁਣਿਆ ਹੈ, ਕਿਸਾਨ ਸੰਘਰਸ਼ ਦਾ ਪੰਜਾਬੀ ਸੱਭਿਆਚਾਰ ਉੱਤੇ ਪ੍ਰਭਾਵ, ਇਸ ਮਸਲੇ ਬਾਰੇ ਉਹ 20 ਮਿੰਟ ਲਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਉਪਰੰਤ ਬਾਕੀ ਸੱਜਣ ਜਿਹੜੇ ਭਾਗ ਲੈਣਾ ਚਾਹਣਗੇ ਇਹਦੇ ਵਿੱਚ ਉਹਨਾਂ ਨੂੰ ਅਸੀਂ ਸਮਾਂ ਦੇਵਾਂਗੇ ਤੇ ਅੰਤ ਦੇ ਵਿੱਚ 10 ਮਿੰਟ ਫਿਰ ਬਰਾੜ ਸਾਹਿਬ ਗੱਲ ਕਰਨਗੇ। ਸਾਡੇ ਦਰਮਿਆਨ ਯੂਕੇ ਤੋਂ ਰਣਜੀਤ ਧੀਰ ਜੀ ਜੁੜ ਚੁੱਕੇ ਨੇ, ਬਰਿੰਦਰ ਸ਼ਰਮਾ ਜੀ MP ਸਾਹਿਬ ਜੁੜ ਚੁੱਕੇ ਨੇ, ਨਿੰਦਰਜੀਤ ਸੋਢੀ ਜੀ, ਸੁਰਿੰਦਰ ਮਚਾਕੀ ਜੀ, ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ, ਕੇਰ ਸ਼ਰੀਫ ਜਰਮਨ ਤੋਂ, ਜਵੰਦਾ ਜੀ ਕੈਨੇਡਾ ਤੋਂ, ਗੁਮਟਾਲਾ ਜੀ, ਰਵਿੰਦਰ ਚੋਟ, ਗੁਰਦੀਪ ਬੰਗੜ ਜੀ ਯੂਕੇ ਤੋਂ, ਜਗਦੀਪ ਸਿੰਘ ਕਾਲੋਂ, ਅਮਰਜੀਤ ਕੌਰ ਤੇ ਹੋਰ ਵੀ ਸੱਜਣ ਜੁੜੇ ਹੋਏ ਨੇ ਜਿਨ੍ਹਾਂ ਬਾਰੇ ਮੈਂ ਜ਼ਿਕਰ ਕਰਦਾ ਰਹਾਂਗਾ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ ਹੋਰਾਂ ਨੂੰ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ। ਸਭ ਤੋਂ ਪਹਿਲਾਂ ਤਾਂ ਮੈਂ ਗੁਰਮੀਤ ਪਲਾਹੀ ਜੀ ਤੁਹਾਡਾ ਤੇ ਇਸ ਮੰਚ ਦਾ, ਕਾਲਮ ਨਵੀਸ ਮੰਚ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਮੈਨੂੰ ਤੁਹਾਡੇ ਰੂਬਰੂ ਹੋਣ ਦਾ, ਅੱਜ ਆਨਲਾਈਨ ਰੂਬਰੂ ਹੋਣ ਦਾ, ਗੱਲਬਾਤ ਕਰਨ ਦਾ ਮੌਕਾ ਦਿੱਤਾ। ਤਾਂ ਜਿਸ ਤਰ੍ਹਾਂ ਆਪਣਾ ਵਿਸ਼ਾ ਹੈ ਕਿ ਇਸ ਕਿਸਾਨ ਅੰਦੋਲਨ ਦੌਰਾਨ, ਕਿਸਾਨ ਲਹਿਰ ਦੌਰਾਨ, ਕਿਸਾਨ ਸੰਘਰਸ਼ ਨੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪਾਇਆ, ਤੇ ਮੇਰਾ ਖਿਆਲ ਆ ਕਿ ਇਸ ਵਿਸ਼ੇ ਉੱਤੇ ਬਹੁਤ ਸਿਆਣਿਆਂ ਬੰਦਿਆਂ ਨੇ ਬਹੁਤ ਸਿਆਣੀਆਂ ਗੱਲਾਂ ਪਹਿਲਾਂ ਹੀ ਕੀਤੀਆਂ ਹੋਈਆਂ ਜਾਂ ਕਰ ਰਹੇ ਨੇ, ਚਾਹੇ ਉਹ ਪਾਤਰ ਸਾਹਿਬ ਹੋਣ ਤੇ ਚਾਹੇ ਨਵਾਂ ਕਵੀ ਜਗਵਿੰਦਰ ਜੋਧਾ ਹੋਵੇ, ਹਰੇਕ ਨੇ ਇਸ ਵਿਸ਼ੇ ਤੇ ਵਿਚਾਰ ਪ੍ਰਗਟ ਕੀਤੇ ਹੋਏ ਨੇ। ਤਾਂ ਲਗਭਗ ਉਹਨਾਂ ਵਿਚਾਰਾਂ ਦੀ ਦਿਸ਼ਾ ਵੀ ਠੀਕ ਹੈਗੀ ਆ। ਤੇ ਮੈਂ ਐਵੇਂ ਹੀ ਕਹਿ ਸਕਦੇ ਹਾਂ ਕਿ ਗੱਲ ਸ਼ੁਰੂ ਕਰਨ ਲਈ ਤੁਹਾਡੇ ਨਾਲ ਕੁਝ ਗੱਲਾਂ ਸ਼ੁਰੂ ਕਰਦਾ। ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਆ ਕਿ ਜਿੰਨੀ ਛੇਤੀ ਰਾਜ ਬਦਲ ਜਾਂਦਾ ਹੈ, ਕਈ ਵਾਰ ਰਾਜ ਪਲਟੇ ਹੋ ਜਾਂਦੇ ਆ, ਉਨੀ ਛੇਤੀ ਸਮਾਜ ਨਹੀਂ ਬਦਲਦਾ, ਤੇ ਜਿੰਨੀ ਛੇਤੀ ਸਮਾਜ ਬਦਲਦਾ ਉਨੀ ਛੇਤੀ ਤਕਨੀਕ ਨਹੀਂ ਬਦਲਦੀ। ਰਾਤੇ ਰਾਤ ਆਪਾਂ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਲਿਆ ਗਿਆ ਤੇ ਉਹਦੀ ਥਾਂ ਤੇ ਅੰਗਰੇਜ਼ ਸਾਮਰਾਜੀਏ ਆ ਗਏ, ਪਰ ਉਨੀ ਦੇਰ ਸਮਾਜ ਨਹੀਂ ਰਾਤੇ ਰਾਤ ਬਦਲ ਗਿਆ ਸੀ। ਇਸੇ ਤਰ੍ਹਾਂ ਹੀ ਰਾਤੇ ਰਾਤ ਤਕਨੀਕ ਨਹੀਂ ਬਦਲ ਜਾਂਦੀ, ਹੌਲੀ ਹੌਲੀ ਤਕਨੀਕ ਬਦਲਦੀ ਆ। ਪਰ ਸੱਭਿਆਚਾਰ ਤਾਂ ਬਹੁਤ ਹੌਲੀ ਹੌਲੀ ਬਦਲਦਾ ਹੈ, ਪਰ ਇਹ ਪਰਿਵਰਤਨਸ਼ੀਲ ਹੁੰਦਾ ਹੈ। ਲੋਕਧਾਰਾ ਵੀ ਬਦਲਦੀ ਹੈ, ਪਰਿਵਰਤਨਸ਼ੀਲ ਹੁੰਦੀ ਆ। ਅੱਜ ਮੈਂ ਕਿ ਕੋਈ ਵੀ ਵਿਅਕਤੀ ਆ ਜਿਹੜਾ ਉਹ ਚਰਖਾ ਕੋਈ ਮਹੱਤਵਪੂਰਨ ਚੀਜ਼ ਨਹੀਂ, ਪਰ ਲੋਕਧਾਰਾ ਵਿੱਚ ਅੱਜ ਵੀ ਚਰਖਾ ਮਹੱਤਵਪੂਰਨ ਆ, ਤੇ ਸੁਲਤਾਨ ਬਾਹੂ ਤੇ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਅੱਜ ਵੀ ਚਰਖਾ ਮਹੱਤਵਪੂਰਨ ਆ, ਭਾਵੇਂ ਤਕਨੀਕ ਵਜੋਂ ਚਰਖੇ ਦਾ ਨਹੀਂ ਉਹਨਾਂ ਕੰਮ ਰਹਿ ਗਿਆ। ਤੇ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਕਲਚਰਲ ਲੈਗ ਰਹਿ ਜਾਂਦਾ, ਸੱਭਿਆਚਾਰਕ ਪਛੜੇਵਾਂ ਰਹਿ ਜਾਂਦਾ, ਸਮਾਜ ਕਿਤੇ ਹੌਲੀ ਹੌਲੀ ਬਦਲਦਾ। ਪਰ ਇਸ ਦੇ ਬਾਵਜੂਦ ਸੱਭਿਆਚਾਰ ਦੀ ਪਰਿਭਾਸ਼ਾ ਦੇ ਵਿੱਚ ਹੀ ਪਰਿਵਰਤਨ ਪਿਆ ਕਿ ਪਰਿਵਰਤਨ ਪਿਆ ਹੁੰਦਾ ਹੈ। ਇਹ ਵਿਰਸੇ ਤੋਂ ਸਭ ਕੁਝ ਸੱਭਿਆਚਾਰ ਲੈਂਦਾ ਤੇ ਅੱਗੇ ਇਹਨੇ ਪਰਿਵਰਤਨ ਕਰਕੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰਨਾ ਹੁੰਦਾ। ਬਿਨਾਂ ਸ਼ੱਕ ਜਿਹੜੇ ਸਾਡੇ ਵਿਦਵਾਨ ਬੰਦੇ ਆ ਉਹਨਾਂ ਨੇ ਕਿਹਾ ਕਿ ਇੱਕ ਤਾਂ ਸੱਭਿਆਚਾਰ ਉਹ ਹੁੰਦਾ ਜਿਹੜਾ ਪਦਾਰਥਕ ਹੁੰਦਾ ਤੇ ਤਕਨੀਕੀ ਹੁੰਦਾ। ਇਹ ਇਮਾਰਤਾਂ, ਇਹ ਕੱਪੜੇ, ਇਹ ਪਦਾਰਥਕ ਚੀਜ਼ਾਂ ਨੇ। ਇਸੇ ਤਰ੍ਹਾਂ ਹੀ ਤਕਨੀਕ ਕਿ ਅਸੀਂ ਖੇਤੀ ਕਦੇ ਬਲਦਾਂ ਨਾਲ ਕਰਦੇ ਸੀ, ਅੱਜ ਅਸੀਂ ਟਰੈਕਟਰਾਂ ਨਾਲ ਖੇਤੀ ਕਰਦੇ ਹਾਂ, ਇਹ ਤੇ ਤਕਨੀਕ ਵਾਲਾ ਪੱਖ ਆ। ਦੂਜਾ ਜਿਹੜਾ ਸੱਭਿਆਚਾਰ ਦੇ ਵਿੱਚ ਪੱਖ ਮਹੱਤਵਪੂਰਨ ਹੁੰਦਾ ਕਿ ਉਹਦਾ ਬੌਧਾਤਮਕ ਪੱਖ ਕੀ ਆ, ਉਹਦਾ ਕੈਗਨੇਟਿਵ ਪੱਖ ਕੀ ਆ, ਉਹਦੀ ਵਿਚਾਰਧਾਰਾ ਦੇ ਵਿੱਚ ਕੀ ਫਰਕ ਪੈਂਦਾ। ਤੇ ਵਿਚਾਰਧਾਰਾ ਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਆਉਂਦੀ ਆ ਉਹ ਕਦਰ ਕੀਮਤ ਆਉਂਦੀ ਆ ਕਿ ਕਦਰ ਕੀਮਤ ਕੀ ਹੁੰਦੀ ਆ। ਤਾਂ ਬਿਨਾਂ ਸ਼ੱਕ ਕਿ ਇਹ ਤਾਂ ਸਭ ਨੂੰ ਹੀ ਲੱਗਦਾ ਸੀ ਕਿ ਦੁਨੀਆ ਬਦਲ ਰਹੀ ਆ, ਤੇ ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈਗੀ ਆ ਕਿ ਜਿੰਨੀ ਤਬਦੀਲੀ ਮਨੁੱਖ ਦੇ ਜਿਹੜੇ ਇਤਿਹਾਸ ਨੂੰ ਅਸੀਂ ਜਾਣਦੇ ਆ ਉਹਦੇ ਵਿੱਚ ਆ ਗਈ, ਉਦੋਂ ਕਿਤੇ ਜ਼ਿਆਦਾ ਸਮਾਂ ਮਨੁੱਖ ਨੂੰ ਹੋਂਦ ਵਿੱਚ ਆਏ ਹੋ ਗਿਆ। ਜਿੰਨਾ ਪਿਛਲੇ 1000 ਸਾਲ ਵਿੱਚ ਤਬਦੀਲੀ ਆ ਗਈ, ਇੰਨੀ ਸ਼ਾਇਦ 5000 ਸਾਲ ਵਿੱਚ ਤਬਦੀਲੀ ਨਹੀਂ ਆਈ। ਤੇ ਜਿੰਨੀ ਤਬਦੀਲੀ ਹੁਣ ਪਿਛਲੇ 100 ਸਾਲ ਚ ਆ ਗਈ, ਇੰਨੀ ਪਿਛਲੇ 1000 ਸਾਲ ਚ ਨਹੀਂ ਆਈ ਸੀ। ਤੇ ਹੁਣ ਤਾਂ ਇਹ ਕਿਹਾ ਜਾਂਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿੰਨੀ ਤਬਦੀਲੀ ਆ ਗਈ, ਉਨੀ ਤਬਦੀਲੀ ਤਾਂ ਪਿਛਲੇ 100 ਸਾਲ ਚ ਨਹੀਂ ਆਈ ਸੀ, ਸਦੀ ਚ ਨਹੀਂ ਆਈ ਸੀ। ਤਾਂ ਕਰੋਨਾ ਕਾਲ ਦੇ ਦੌਰਾਨ ਇਹ ਗੱਲ ਮਹਿਸੂਸ ਹੋਣ ਲੱਗੀ ਸੀ ਕਿ ਇਸ 1 ਸਾਲ ਵਿੱਚ ਹੀ ਜਿੰਨੀ ਤਬਦੀਲੀ ਆ ਜਾਣੀ ਆ ਸਾਡੇ ਸੱਭਿਆਚਾਰ ਵਿੱਚ, ਸਾਡੇ ਜੀਵਨ ਰੂਪ ਦੇ ਵਿੱਚ, ਜੀਵਨ ਢੰਗ ਦੇ ਵਿੱਚ, ਜੀਵਨ ਜਾਚ ਦੇ ਵਿੱਚ, ਇਹ ਤਬਦੀਲੀ ਸ਼ਾਇਦ ਇਹ ਸਮਝਿਆ ਜਾਂਦਾ ਸੀਗਾ ਕਿ 1 ਸਾਲ ਵਿੱਚ ਕਦੇ ਵੀ ਇੰਨੀ ਤਬਦੀਲੀ ਨਹੀਂ ਆਈ। ਤੇ ਹੁਣ ਤੇ ਗੱਲ ਮਹੀਨਿਆਂ ਤੇ ਆ ਖੜੀ ਹੈਗੀ ਹੈ। ਇਹ ਤਬਦੀਲੀ ਤਾਂ ਹੋਣੀ ਆ, ਇਹ ਸੋਚਿਆ ਜਾਂਦਾ ਸੀਗਾ ਕਿ ਕਰੋਨਾ ਕਾਲ ਤੋਂ ਬਾਅਦ ਦੁਨੀਆ ਉਹ ਨਹੀਂ ਰਹਿਣੀ, ਪੰਜਾਬ ਉਹ ਨਹੀਂ ਰਹਿਣਾ। ਬਿਨਾਂ ਸ਼ੱਕ ਜਦੋਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ, ਉਹ ਚਾਹੇ
ਸਾਮਰਾਜਾਂ ਦਾ ਵਿਕਾਸ ਹੋਇਆ ਹੋਵੇ, ਚਾਹੇ ਉਹਨਾਂ ਦੀ ਚੜ੍ਹਾਈ ਹੋਵੇ, ਚਾਹੇ ਉਹ ਡੁੱਬਣ, ਚਾਹੇ ਫ੍ਰੈਂਚ ਇਨਕਲਾਬ ਹੋਵੇ, ਤੇ ਚਾਹੇ ਰਸ਼ੀਅਨ ਇਨਕਲਾਬ ਹੋਵੇ, ਤੇ ਚਾਹੇ ਚੀਨੀ ਇਨਕਲਾਬ ਹੋਵੇ, ਚਾਹੇ ਦੂਜੀ ਸੰਸਾਰ ਜੰਗ ਸਮੇਂ ਐਟਮ ਬੰਬ ਡਿੱਗੇ ਹੋਣ, ਚਾਹੇ 9/11 ਹੋਣ। ਇਹ ਵਰਲਡ ਪੱਧਰ ਤੇ ਵੱਡੀਆਂ ਘਟਨਾਵਾਂ ਕਿ ਜਿਨ੍ਹਾਂ ਨੇ ਸੰਸਾਰ ਨੂੰ ਹਿਲਾਇਆ, ਸੱਭਿਆਚਾਰ ਨੂੰ ਤਬਦੀਲ ਕੀਤਾ। ਉਸੇ ਤਰ੍ਹਾਂ ਹੀ ਅਸੀਂ ਤਕਨੀਕ ਪੱਖੋਂ ਵੀ ਦੇਖਦੇ ਹਾਂ ਕਿ ਰੇਲ ਇੰਜਨ, ਬਿਜਲੀ, ਕੰਪਿਊਟਰ, ਸੈਟੇਲਾਈਟ ਨੇ ਸਾਡੀ ਦੁਨੀਆ ਬਦਲੀ ਆ, ਮੋਬਾਈਲ ਨੇ ਬਹੁਤ ਜ਼ਿਆਦਾ ਦੁਨੀਆ ਬਦਲੀ ਹੈ। ਪੰਜਾਬ ਦੇ ਮਾਮਲੇ 'ਚ ਅਸੀਂ ਵੇਖਦੇ ਸੀ ਕਿ ਦੋ ਚੀਜ਼ਾਂ ਨੇ ਹੀ ਸਾਡਾ ਸੱਭਿਆਚਾਰ ਵੱਡੀ ਪੱਧਰ ਤੇ ਬਦਲਿਆ, ਇੱਕ ਦੇਸ਼ ਵੰਡ ਨੇ ਬਦਲਿਆ, ਤੇ ਇੱਕ ਉਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਤਕਨੀਕ ਪੱਖੋਂ ਹਰੇ ਇਨਕਲਾਬ ਨੇ, ਤੇ ਵਿਚਾਰਧਾਰਾ ਪੱਖੋਂ ਜਿਹਨੂੰ ਕਹਿ ਸਕਦੇ ਹਾਂ ਕਿ ਪੰਜਾਬ ਸੰਕਟ ਨੇ ਜਾਂ ਬਲੂ ਸਟਾਰ ਆਪਰੇਸ਼ਨ ਨੇ, ਤੇ ਉਸ ਤੋਂ ਬਾਅਦ ਹੋਏ ਦੰਗਿਆਂ ਨੇ ਪੰਜਾਬੀ ਦੀ ਮਾਨਸਿਕਤਾ ਤੇ ਵੱਡਾ ਅਸਰ ਪਾਇਆ। ਪਰ ਇਹ ਅਸਰ ਹੁਣ ਸਾਰੇ ਹੀ ਮਹੱਤਵਪੂਰਨ ਆ, ਪਰ ਜਿਹੜਾ ਹੁਣ ਦਾ ਸਭ ਤੋਂ ਵੱਡਾ ਅਸਰ ਆ ਉਹ ਲੱਗ ਰਿਹਾ ਹੈਗਾ ਕਿ ਕਿਸਾਨ ਅੰਦੋਲਨ ਆ ਜਿਹੜਾ ਉਹ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ, ਅਜਿਹਾ ਜਾਪ ਰਿਹਾ। ਉਹਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਵਾਪਰੀ ਕਿ ਪੰਜਾਬੀ ਸੱਭਿਆਚਾਰ ਦੇ ਉੱਪਰ ਖਾਸ ਕਰਕੇ ਪਿਛਲੇ 20 ਸਾਲਾਂ ਦੇ ਵਿੱਚ, ਖਾਸ ਕਰਕੇ ਪਿਛਲੇ 15 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਜਿਹੜੀਆਂ ਊਝਾਂ ਲੱਗੀਆਂ ਸੀ ਕਿ ਪਹਿਲੀ ਗੱਲ ਕਿ ਇੱਥੋਂ ਦੇ ਨੌਜਵਾਨ ਨਸ਼ੇੜੀ ਹੋ ਗਏ, ਉੜਤਾ ਪੰਜਾਬ। ਦੂਜਾ ਕਿ ਇੱਥੋਂ ਦੇ ਲੋਕ ਕੰਮ ਨਹੀਂ ਕਰਦੇ, ਇਸੇ ਕਰਕੇ ਲੋਕ ਬਾਹਰੋਂ ਆ ਕੇ ਇੱਥੇ ਕੰਮ ਕਰਦੇ ਆ, ਇੱਥੇ ਆ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਤਾਂ ਕੰਮ ਲੱਭ ਜਾਂਦਾ, ਇਹ ਪੰਜਾਬੀ ਵਿਹਲੜ ਹੋ ਗਏ। ਤੀਜੀ ਗੱਲ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਇਹ ਸਮਾਜਿਕ ਸਰੋਕਾਰਾਂ ਤੋਂ ਸੱਖਣੀ ਹੋ ਗਈ ਆ, ਇਹਨੂੰ ਸਮਾਜਿਕ ਸਰੋਕਾਰਾਂ ਨਾਲ ਕੁਝ ਨਹੀਂ। ਇਹ ਪੁਰਾਣੀ ਪੀੜ੍ਹੀ ਸੀ ਜਿਹੜੀ ਇਨਕਲਾਬ ਬਾਰੇ ਸੋਚਦੀ ਸੀ, ਦੁਨੀਆ ਬਦਲਣ ਬਾਰੇ ਸੋਚਦੀ ਸੀ। ਇੱਥੋਂ ਤੱਕ ਇਹ ਵੀ ਕਿਹਾ ਗਿਆ ਕਿ ਇਹਨਾਂ ਕੋਲ ਤਾਂ ਕਲਾ ਦੇ ਰੂਪ ਹੀ ਮਰ ਗਏ ਆ, ਇੱਕੋ ਹੀ ਕਲਾ ਰੂਪ ਰਹਿ ਗਿਆ, ਤੇ ਉਹ ਕਲਾ ਰੂਪ ਹੈਗਾ ਗੀਤ। ਗੀਤਾਂ ਦੇ ਵਿੱਚ ਬਹੁਤ ਜ਼ਿਆਦਾ ਅਸ਼ਲੀਲਤਾ ਆ ਗਈ ਹੈਗੀ ਆ, ਜਾਂ ਨਾਰੀ ਵਿਰੋਧੀ ਤੇ ਜਾਤੀਵਾਦੀ ਸੱਭਿਆਚਾਰ ਹੈਗਾ, ਜਾਂ ਅਸੀਂ ਭਾਜਵਾਦੀ ਹੋ ਗਏ ਕਿ ਅਸੀਂ ਚਾਹੇ ਨਸ਼ੇ ਦੀ ਓਟ ਲਈਏ ਤੇ ਚਾਹੇ ਕਿਤੇ ਬਾਹਰ ਭੱਜ ਜਾਣ ਦੀ ਗੱਲ ਕਰੀਏ, ਅਸੀਂ ਕੰਮ ਨਹੀਂ ਕਰਦੇ, ਆਤਮਘਾਤੀ ਹੋ ਗਏ ਆ, ਖੁਦਕਸ਼ੀਆਂ ਹੋ ਰਹੀਆਂ ਤੇ ਗੈਂਗਸਟਰ ਬਣ ਜਾਂਦੇ ਆ ਵੱਧ ਤੋਂ ਵੱਧ। ਇਹ ਸਾਡੇ ਸੱਭਿਆਚਾਰ ਦਾ ਇੱਕ ਨਕਸ਼ਾ ਪਿਛਲੇ ਸਮੇਂ ਦੇ ਵਿੱਚ ਹੋ ਗਿਆ। ਸ਼ਾਇਦ ਇਹ ਸਾਰੀਆਂ ਗੱਲਾਂ ਹੀ ਸਾਰੀਆਂ ਅਲਾਮਤਾਂ ਹੋਣ, ਪਰ ਇਹ ਪੰਜਾਬੀ ਸੱਭਿਆਚਾਰ ਨਹੀਂ ਸੀ। ਪੰਜਾਬੀ ਸੱਭਿਆਚਾਰ ਨੂੰ ਜਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਰਿਹਾ ਹੈ ਕਿ ਬੜੇ ਮਿਹਨਤੀ ਨੇ, ਤੇ ਚਾਹੇ ਚੰਗੀ ਜਾਂ ਮਾੜੀ ਤਕਨੀਕੀ ਪੱਧਰ ਤੇ ਜਾਂ ਮਿਆਰ ਪੱਧਰ ਤੇ ਆਪਾਂ ਗੱਲ ਕਰ ਸਕਦੇ ਹਾਂ, ਪਿਛਲੇ ਸਮੇਂ ਦੇ ਵਿੱਚ ਪੜ੍ਹਾਈ ਲਿਖਾਈ ਬਹੁਤ ਜ਼ਿਆਦਾ ਵਧੀ ਹੈਗੀ। ਪਰ ਜਦੋਂ ਇਹ ਕਿਸਾਨ ਅੰਦੋਲਨ ਆਇਆ ਤਾਂ ਇਹਦੇ ਨਾਲ ਜਿਹੜੀਆਂ ਮਹੱਤਵਪੂਰਨ ਗੱਲਾਂ ਵਾਪਰੀਆਂ, ਪਹਿਲੀ ਗੱਲ ਤਾਂ ਇਹ ਵਾਪਰੀ ਕਿ ਕਿਸਾਨ ਤੇ ਕਿਸਾਨਾਂ ਦੇ ਨਾਲ ਸਮਰਥਕਾਂ ਨੂੰ ਕੋਈ ਅਨਪੜ੍ਹ ਲੋਕਾਂ ਦਾ ਟੋਲਾ ਸਮਝਿਆ ਜਾਂਦਾ ਸੀ। ਇਹਨਾਂ ਦੀ ਜਿਹੜੀ ਬੌਧਿਕ ਸ਼ਕਤੀ ਆ ਉਹਨੂੰ ਨਹੀਂ ਪਛਾਣਿਆ ਜਾਂਦਾ ਸੀ। ਜਿਵੇਂ ਸੋਸ਼ਲ ਮੀਡੀਆ ਤੇ ਇਸ ਸਮੇਂ ਸਰਕਾਰੀ ਰਾਜ ਸੱਤਾ ਦੇ ਪ੍ਰਚਾਰ ਦਾ ਟਾਕਰਾ ਕੀਤਾ, ਜਿਵੇਂ ਜ਼ਬਤ ਰੱਖਿਆ, ਅਨੁਸ਼ਾਸਨ ਰੱਖਿਆ, ਦਲੀਲ ਨਾਲ, ਤਰਕ ਨਾਲ, ਅੰਕੜਿਆਂ ਨਾਲ, ਕਾਨੂੰਨ ਨਾਲ ਗੱਲ ਕੀਤੀ ਆ, ਉਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਬੌਧਿਕ ਜਿਹੜੀ ਪਰਖ ਆ ਉਸ ਨੂੰ ਉਹਨੇ ਕਾਬੂ ਕੀਤਾ। ਜਵਾਨਾ ਜੋ ਸਮਾਜਿਕ ਸਰੋਕਾਰਾਂ ਨਾਲ ਜੁੜਿਆ। ਮਹੱਤਵਪੂਰਨ ਗੱਲ ਆ ਜਿਹੜੀ ਕਿ ਇਹ ਕਿਹਾ ਜਾ ਸਕਦਾ ਕਿ ਭਾਈ ਕਨ੍ਹਈਆ ਦੀ ਜਿਹੜੀ ਰਵਾਇਤ ਹੈਗੀ ਆ ਉਹਨੂੰ ਦੁਬਾਰਾ ਪੁਨਰ ਸਿਰਜਿਤ ਕੀਤਾ। ਇਹ ਪੁਨਰ ਸਿਰਜਨ ਜਿਹੜਾ ਕੀਤਾ ਉਹ ਇਸ ਗੱਲ ਵਿੱਚ ਬਹੁਤ ਜ਼ਿਆਦਾ ਦਿਖਾਈ ਦਿੱਤਾ ਕਿ ਜਦੋਂ ਥਾਂ ਥਾਂ ਤੇ ਪੁਲਿਸ ਦੇ ਨਾਕੇ ਲੱਗੇ ਸੀ, ਕੋਈ ਥਾਵਾਂ ਤੇ ਪੁਲਿਸ ਨੇ ਕਿਹਾ ਜਾ ਸਕਦਾ ਹੈ ਕਿ ਕੋਈ ਧੱਕਾ ਕੀਤਾ, ਝੜਪ ਕੀਤੀ, ਕਿਤੇ ਪਾਣੀ ਸੁੱਟਿਆ, ਕਿਤੇ ਲਾਠੀ ਚਾਰਜ ਕੀਤੇ, ਤਾਂ ਉੱਥੇ ਜਿਹੜੇ ਬੰਦਿਆਂ ਨੇ ਜ਼ਬਤ ਨਹੀਂ ਗਵਾਇਆ ਪਰ ਆਪਣੇ ਨਿਸ਼ਾਨੇ ਤੋਂ ਵੀ ਪਾਸੇ ਨਹੀਂ ਹਟੇ। ਤੇ ਜਦੋਂ ਅੱਗੇ ਵਧਦੇ ਗਏ ਤਾਂ ਉਹਦੇ ਨਾਲ ਕੀ ਹੋਇਆ ਕਿ ਅਗਲੀ ਜਿਹੜੀ ਮਹੱਤਵਪੂਰਨ ਇਹਦੇ ਵਿੱਚ ਗੱਲ ਵਾਪਰੀ ਕਿ ਜਿਹੜੇ ਬੰਦਿਆਂ ਨੇ ਤੁਹਾਨੂੰ ਜ਼ਖਮੀ ਕੀਤਾ ਹੋਵੇ ਤੁਸੀਂ ਉਹਨਾਂ ਨੂੰ ਲੰਗਰ ਛਕਾ ਰਹੇ ਆ, ਜਿਨ੍ਹਾਂ ਨੇ ਤੁਹਾਡੇ ਤੇ ਟੀਅਰ ਸ਼ੈਲ ਸਿੱਟੇ ਹੋਣ ਉਹਨਾਂ ਨੂੰ ਤੁਸੀਂ ਲੰਗਰ ਛਕਾ ਰਹੇ ਆ। ਤੇ ਇੱਕ ਵੱਡਾ ਇਹ ਮੁੱਲ ਪ੍ਰਬੰਧ ਆ ਜਿਹੜਾ ਇਹ ਪੈਦਾ ਹੋਇਆ। ਅਗਲੀ ਜਿਹੜੀ ਗੱਲ ਹੈਗੀ ਆ ਕਿ ਆਮ ਕਰਕੇ ਇਹ ਸੀ ਕਿ ਪੰਜਾਬੀ ਇੱਕ ਦੂਸਰੇ ਨਾਲ ਰਲ ਕੇ ਨਹੀਂ ਚੱਲਦੇ, ਪਰ ਇਸ ਵਿੱਚ ਜਿਵੇਂ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਲ ਨੇ ਸਿੱਧੇ ਤੌਰ ਤੇ 29 ਜਾਂ 32, ਉਸ ਤੋਂ ਇਲਾਵਾ ਵੀ ਜਿਹੜੀਆਂ ਬਾਹਰ ਬੈਠੀਆਂ ਜਥੇਬੰਦੀਆਂ ਉਹਨਾਂ ਨਾਲ ਜਿਵੇਂ ਤਾਲਮੇਲ ਕਰਕੇ ਚੱਲੇ ਆ, ਇਹ ਸਾਰੀਆਂ ਗੱਲਾਂ ਬੜੀਆਂ ਮਹੱਤਵਪੂਰਨ ਨੇ। ਤੇ ਸੱਭਿਆਚਾਰ ਦੇ ਪੱਖ ਤੋਂ ਨਾਟਕਕਾਰਾਂ ਨੇ, ਸਾਹਿਤਕਾਰਾਂ ਨੇ, ਕਵੀਆਂ ਨੇ, ਗਾਇਕਾਂ ਨੇ, ਪੇਂਟਰਾਂ ਨੇ, ਤੇ ਇੱਥੋਂ ਤੱਕ ਕਿ ਕਾਰਟੂਨਿਸਟਾਂ ਨੇ। ਜਿੰਨੀ ਵੱਡੀ ਪੱਧਰ ਤੇ ਇਹ ਇੱਕ ਨਵਾਂ, ਇੱਕ ਆਮ ਕਰਕੇ ਕਵੀਆਂ ਬਾਰੇ ਕਿਹਾ ਜਾਂਦਾ ਸੀ ਕਿ ਨਿੱਜੀ ਦੁੱਖ ਸੁੱਖ ਰੋਂਦੇ ਰਹਿੰਦੇ ਆ,
ਕੋਈ ਸਮਾਜਿਕ ਸਰੋਕਾਰਾਂ ਦੀ ਗੱਲ ਨਹੀਂ ਕਰਦੇ। ਅਕਸਰ ਇਹ ਕਿਹਾ ਜਾਂਦਾ ਸੀ ਕਿ ਉਹ ਪ੍ਰਗਤੀਵਾਦੀ ਲਹਿਰ ਹੁਣ ਬਹੁਤ ਪਿੱਛੇ ਰਹਿ ਗਈ। ਹੁਣ ਜਿਹੜਾ ਸਾਡਾ ਸੱਭਿਆਚਾਰ ਆ ਉਹਦੇ ਵਿੱਚ ਤਾਂ ਨਿੱਜੀ ਰੋਣੇ ਧੋਣੇ ਹੀ ਜਾਂ ਪਰਸਨਲ ਨਿੱਜੀ ਔਰਤ ਮਰਦ ਸੰਬੰਧਾਂ ਦੀਆਂ ਕੁਝ ਕਵਿਤਾਵਾਂ ਹੀ ਰਹਿ ਗਈਆਂ ਜਾਂ ਅਕਲਾਪੇ ਦੀਆਂ ਕਵਿਤਾਵਾਂ ਹੀ ਰਹਿ ਗਈਆਂ। ਇਸ ਨਾਲ ਇੱਕ ਆਭਾਰ ਆਇਆ। ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਦਾ ਕੋਈ ਵੀ ਕਵੀ ਕੋਈ ਵੀ ਗੀਤਕਾਰ ਹੋਊਗਾ ਕਿ ਜਿਹਨੇ ਕਿਸਾਨ ਸੰਘਰਸ਼ ਬਾਰੇ ਕੁਝ ਨਹੀਂ ਲਿਖਿਆ। ਸਗੋਂ ਕੁਝਾਂ ਦੇ ਅੰਦਰੋਂ ਤਾਂ ਜਿਵੇਂ ਕਹਿ ਸਕਦੇ ਹਾਂ ਕਿ ਚਸ਼ਮੇ ਫੁੱਟ ਪਏ ਨੇ। ਇਹ ਇੱਥੋਂ ਇਹ ਲੱਗਦਾ ਹੈ ਕਿ ਕਵੀ ਆ ਜਿਹੜੇ ਉਹ ਜ਼ਬਾਨ ਤਾਂ ਲੋਕਾਂ ਨੂੰ ਦਿੰਦੇ ਆ, ਪਰ ਅਸਲ ਗੱਲ ਇਹ ਹੁੰਦੀ ਹੈ ਕਿ ਜਦੋਂ ਲੋਕ ਲਹਿਰਾਂ ਉੱਠਦੀਆਂ ਉਦੋਂ ਹੀ ਉਹਨਾਂ ਨੂੰ ਨਵੇਂ ਵਿਸ਼ੇ ਮਿਲਦੇ ਆ ਤਾਂ ਉਹ ਜ਼ਿੰਦਗੀ ਦੇ ਵਿੱਚ ਸੰਘਰਸ਼ਸ਼ੀਲ ਹੋ ਕੇ ਅੱਗੇ ਚੱਲਦੇ। ਮੈਨੂੰ ਵਾਰ-ਵਾਰ ਸੁਖਵਿੰਦਰ ਅੰਮ੍ਰਿਤ ਦੀਆਂ ਸਤਰਾਂ ਯਾਦ ਆ ਰਹੀਆਂ ਕਿ ਜਦੋਂ ਉਹ ਕਹਿੰਦੀ ਆ ਕਿ ਤੇਰੇ ਸਿਰ ਤੇ ਤਾਜ ਦੇਖਣ ਲਈ, ਸੀਨੇ ਤੀਰ ਦੇਖਣ ਲਈ, ਸਿਰ ਤੇ ਤਾਜ ਦੇਖਣ ਲਈ, ਜ਼ਮਾਨਾ ਰੁਕ ਗਿਆ ਤੇਰਾ ਫਿਰ ਉਹੀ ਅੰਦਾਜ਼ ਦੇਖਣ ਲਈ। ਜ਼ਮਾਨਾ ਰੁਕ ਗਿਆ ਫਿਰ ਤੇਰਾ ਉਹੀ ਅੰਦਾਜ਼ ਦੇਖਣ ਲਈ। ਤਾਂ ਉੱਥੋਂ ਜਿਹੜੀ ਮੈਂ ਅੱਜ ਦੇ ਲੈਕਚਰ ਦੀ ਮੁੱਖ ਧਾਰਨਾ ਬਣਾਉਣੀ ਚਾਹੁੰਦਾ ਉਹ ਮੈਂ ਧਾਰਨਾ ਇਹ ਬਣਾਉਣੀ ਚਾਹੁੰਦਾ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਕੁਝ ਬਹੁਤ ਚੰਗੇ ਪੱਖ ਸੀ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਸੀ। ਕਦਰ ਕੀਮਤ ਦੀ ਪੱਧਰ ਤੇ ਕੁਝ ਚੰਗੇ ਪੱਖ ਸੀ ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਸੀ। ਕੁਝ ਮਾੜੇ ਪੱਖ ਸੀ ਜਿਨ੍ਹਾਂ ਨੂੰ ਅਸੀਂ ਆਭਾਰ ਰਹੇ ਸੀ, ਚਾਹੇ ਉਹ ਜਾਤ ਦਾ ਹੋਵੇ ਜਿਹਨੂੰ ਜੱਟਵਾਦ ਦਾ ਕਹਿੰਦੇ ਆ, ਚਾਹੇ ਉਹ ਅਸ਼ਲੀਲਤਾ ਦਾ ਹੋਵੇ ਜਿਹੜਾ ਔਰਤਾਂ ਨੂੰ ਪਿੱਛੇ ਸਿੱਟਣ ਵਾਲਾ ਹੋਵੇ, ਚਾਹੇ ਇਹ ਹੋਵੇ ਕਿ ਵੱਡਿਆਂ ਦੀ ਸੁਣਨੀ ਨਹੀਂ। ਇਸ ਅੰਦੋਲਨ ਨੇ ਇਹ ਤਿੰਨੇ ਦਾਗ ਧੋਤੇ ਨੇ। ਸਾਡੀ ਕਦਰ ਕੀਮਤ, ਬਜ਼ੁਰਗਾਂ ਦਾ ਸਤਿਕਾਰ ਕਰਨਾ ਮੁੜਿਆ, ਇੱਕ ਜੋਸ਼ ਤੇ ਹੋਸ਼ ਦਾ ਮੇਲ ਹੋਇਆ। ਇਸੇ ਪ੍ਰਕਾਰ ਹੀ ਇਸ ਸੰਘਰਸ਼ ਦੇ ਦੌਰਾਨ ਹੀ ਔਰਤਾਂ ਦੀ ਭਾਗੀਦਾਰੀ ਵਧੀ ਆ। ਤੇ ਉਹ ਔਰਤਾਂ ਦੀ ਭਾਗੀਦਾਰੀ ਸਿਰਫ ਪਿੱਛੇ ਰਹਿ ਕੇ ਨਹੀਂ ਵਧੀ, ਸਗੋਂ ਡਰਾਈਵਿੰਗ ਸੀਟ ਤੇ ਵੀ ਔਰਤਾਂ ਨੇ। ਜਿਹੜੇ ਬਹੁਤੇ ਬੰਦੇ ਆ ਉਹ ਭਾਵੇਂ ਦਿੱਲੀ ਚਲੇ ਗਏ ਪਰ ਮਗਰੋਂ ਟੋਲ ਪਲਾਜੇ ਜਿਹੜੇ ਸਾਂਭੇ ਹੋਏ ਨੇ ਤੇ ਘਰ ਵੀ ਸਾਂਭੇ ਹੋਏ ਆ। ਟੋਲ ਪਲਾਜੇ ਵੀ ਸਾਂਭੇ ਹੋਏ ਆ ਤੇ ਘਰ ਵੀ ਸਾਂਭੇ ਹੋਏ ਆ। ਅੱਗੇ ਉੱਥੇ ਵੀ ਚਾਹੇ ਟਿਕਰੀ ਬਾਰਡਰ ਆ ਚਾਹੇ ਦੂਸਰਾ ਬਾਰਡਰ ਹੈਗਾ ਸਿੰਘੂ ਬਾਰਡਰ ਆ, ਉੱਥੇ ਵੀ ਇਹ ਨਹੀਂ ਕਿ ਬਈ ਔਰਤਾਂ ਜਿਹੜੀਆਂ ਉਹ ਸਿਰਫ ਖਾਣਾ ਬਣਾ ਰਹੀਆਂ ਜਾਂ ਪਿੱਛੇ ਨੇ। ਉਹ ਰਿਪੋਰਟਿੰਗ ਕਰ ਰਹੀਆਂ ਨੇ, ਉਹ ਲਿਖ ਰਹੀਆਂ ਨੇ, ਉਹ ਸਟੇਜ ਤੇ ਬੋਲ ਰਹੀਆਂ ਨੇ, ਉਹ ਨਾਅਰੇ ਲਾ ਰਹੀਆਂ ਨੇ। ਔਰਤਾਂ ਦੀ ਭਾਗੀਦਾਰੀ ਵਧੀ ਆ, ਉਹ ਸਤਿਕਾਰ ਵਧਿਆ, ਰੋਟੀਆਂ ਤੋਂ ਲੈ ਕੇ ਖੇਤਾਂ ਤੱਕ ਤੇ ਲੰਡੀ ਜੀਪ ਤੋਂ ਲੈ ਕੇ ਭਾਸ਼ਣ ਤੱਕ। ਜਿਹੜੇ ਲੰਡੀ ਜੀਪ ਇੱਕ ਬਦਮਾਸ਼ੀ ਦਾ ਢੰਗ ਸੀ, ਉਹਦੇ ਉਲਟ ਜਦੋਂ ਔਰਤਾਂ ਖੁਦ ਆਪਣਾ ਵਹੀਕਲ ਚਲਾ ਕੇ ਲਿਜਾਂਦੀਆਂ ਨੇ ਤਾਂ ਉਹ ਔਰਤਾਂ ਦੀ ਆਜ਼ਾਦੀ ਦੇ ਜਿਹੜੇ ਸੈਮੀਨਾਰ ਸੀਗੇ ਉਹ ਕਿਤੇ ਬਹੁਤ ਪਿੱਛੇ ਰਹਿ ਜਾਂਦੇ ਆ ਜਦੋਂ ਔਰਤਾਂ ਸੱਚਮੁੱਚ ਮੈਦਾਨ ਦੇ ਵਿੱਚ ਆਉਂਦੀਆਂ ਨੇ। ਇਸੇ ਤਰ੍ਹਾਂ ਹੀ ਕਿ ਜਿਹੜਾ ਸਾਡੇ ਸਮਾਜ ਦੇ ਅੰਦਰ ਇੱਕ ਵਿਭਿੰਨਤਾ ਸੀਗੀ, ਉਹ ਵਿਭਿੰਨਤਾ ਪਿਛਲੇ ਸਮੇਂ 'ਚ ਮਾਰੀ ਜਾ ਰਹੀ ਸੀ ਭਾਸ਼ਾ ਦੇ ਮਾਮਲੇ 'ਚ। ਭਾਸ਼ਾ ਦੇ ਮਾਮਲੇ 'ਚ ਵੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈਗੀ ਆ ਕਿ ਜਿਹੜੇ ਸੱਤਾਧਾਰੀ ਆ ਉਹਨਾਂ ਦੀ ਮਜਬੂਰੀ ਬਣੀ ਖੜੀ ਆ ਕਿ ਉਹ ਹੁਣ ਪੰਜਾਬੀ 'ਚ ਟਵੀਟ ਕਰਦੇ ਆ, ਤੇ ਉਹਦੇ ਉਲਟ ਮੈਂ ਕਿ ਜਿਹੜੇ ਪੰਜਾਬੀ ਬੰਦੇ ਨੇ ਉਹ ਚੈਨਲਾਂ ਨੂੰ ਹਿੰਦੀ ਦੇ ਵਿੱਚ ਇੰਟਰਵਿਊ ਦੇ ਰਹੇ ਆ। ਭਾਸ਼ਾ ਦੀ ਕੱਟੜਤਾ ਟੁੱਟੀ ਆ ਤੇ ਪੰਜਾਬੀ ਐਕਸੈਂਟ ਤਾਂ ਪੰਜਾਬੀ ਰਹਿਣਾ, ਪਰ ਇਹ ਕਿ ਇੱਕ ਵੱਖਰੇ ਕਿਸਮ ਦੀ ਗੱਲ ਆ। ਇਵੇਂ ਧਰਮ ਦੀ ਗੱਲ ਕਿ ਵਾਰ-ਵਾਰ ਇਹ ਕਿਹਾ ਜਾਂਦਾ ਸੀਗਾ ਕਿ ਇਹ ਇੱਕ ਖਿੱਤੇ ਦਾ, ਇੱਕ ਲੋਕਾਂ ਦਾ, ਇੱਕ ਵਰਗ ਦਾ ਹੈ। ਤਾਂ ਸਾਰੇ ਧਰਮਾਂ ਦੀ ਜਿਹੜੀ ਗੱਲ ਇਹਦੇ ਵਿੱਚ ਹੋਣ ਲੱਗੀ ਆ, ਸ਼ਮੂਲੀਅਤ ਆ। ਇਵੇਂ ਕਿ ਬਹੁਤ ਪਹਿਲਾਂ ਇਹ ਇੱਕ ਜਾਤ ਨਾਲ ਜੁੜਿਆ ਗਿਆ। ਬਾਅਦ ਦੇ ਵਿੱਚ ਇਹ ਕਿ ਉੱਥੇ ਲੋਕਾਂ ਨੇ, ਹੋਰ ਵਰਗਾਂ ਦੇ ਲੋਕਾਂ ਨੇ, ਹੋਰ ਜਾਤਾਂ ਦੇ ਲੋਕਾਂ ਨੇ, ਮੁੱਖ ਕਿਸਾਨੀ ਦੀ ਜੱਟ ਜਾਤ ਤੋਂ ਇਲਾਵਾ ਬਾਕੀ ਬੰਦਿਆਂ ਨੇ ਉੱਥੇ ਸ਼ਮੂਲੀਅਤ ਕੀਤੀ। ਖਿੱਤੇ ਦਾ ਵੀ ਪਹਿਲਾਂ ਬੜਾ ਲੰਮਾ ਸਮਾਂ ਕਿਹਾ ਗਿਆ ਕਿ ਸਿਰਫ ਮਾਲਵੇ ਵਾਲੇ ਹੀ ਆ, ਫਿਰ ਲੱਗਿਆ ਕਿ ਦੁਆਬੇ ਵਾਲੇ ਹੀ ਆ, ਫਿਰ ਲੱਗਿਆ ਕਿ ਮਾਝੇ ਵਾਲੇ ਹੀ ਆ, ਫਿਰ ਇਹ ਕਿ ਪੁਆਧ ਪਿੱਛੇ ਰਹਿ ਗਿਆ, ਫਿਰ ਬਾਅਦ ਚ ਲੱਗਿਆ ਨਹੀਂ ਪੁਆਧੀ ਵੀ ਨਹੀਂ। ਤੇ ਇਸੇ ਤਰ੍ਹਾਂ ਹੀ ਇਹ ਖਿੱਤੇ ਦਾ ਦਾਇਰਾ ਹੈ ਜਿਹੜਾ ਕਿ ਨਹੀਂ ਪੰਜਾਬ ਵਾਲੇ ਆ, ਬਾਅਦ ਦੇ ਵਿੱਚ ਹਰਿਆਣੇ ਵਾਲਾ, ਇਹ ਵੀ ਇੱਕ ਟੁੱਟਿਆ ਹੈਗਾ ਇਹਦੇ ਨਾਲ। ਇਸੋਂ ਤੱਕ ਕਿ ਇਸ ਨਾਲ ਖਿੱਤਾ, ਕਿੱਤਾ, ਜਾਤ, ਧਰਮ, ਭਾਸ਼ਾ ਦੀਆਂ ਜਿਹੜੀਆਂ ਛੋਟੀਆਂ ਵਲਗਣਾ ਸੀ ਉਹ ਟੁੱਟੀਆਂ ਨੇ। ਉਹ ਵਿਭਿੰਨਤਾ ਦਾ ਗੁਲਦਸਤਾ ਬਣਿਆ। ਇਹ ਜਿਹੜੀ ਇਹਦੀ ਤਾਕਤ ਹੈਗੀ ਆ ਜਮਹੂਰੀਅਤ, ਸ਼ਾਂਤਮਈ ਤੇ ਤਰਕ ਤੇ ਦਲੀਲ। ਲੰਗਰ ਜਿਹੜਾ ਮੈਂ ਕਿ ਲੰਗਰ ਇੱਕ ਤਰ੍ਹਾਂ ਦਾ ਲੰਗਰ ਸੀ ਸਾਡੇ ਕੋਲ ਕਿ ਸਿਰਫ ਧਾਰਮਿਕ ਸਥਾਨਾਂ ਤੇ ਜਾਂ ਵਿਸ਼ੇਸ਼ ਪੁਰਬਾਂ ਤੇ ਲੰਗਰ ਲੱਗਦਾ ਸੀ, ਪਰ ਉਹ ਲੰਗਰ ਦੀ ਜਿਹੜੀ ਪ੍ਰਥਾ, ਜਿਹੜਾ ਵਿਰਸਾ ਜਿਵੇਂ ਉੱਥੇ ਹੋਂਦ ਚ ਆਇਆ, ਉਹਦਾ ਜਿਹੜਾ ਰੂਪ ਬਦਲਿਆ ਕਿ ਕਿਤਾਬਾਂ ਦਾ ਵੀ ਲੰਗਰ, ਜਰਾਬਾਂ ਦਾ ਵੀ ਲੰਗਰ, ਜਿਮ ਬਣ ਗਏ ਨੇ। ਤਾਂ
ਇੱਕ ਪਾਸੇ ਪੁਸਤਕਾਂ ਜਿਹੜੀਆਂ ਦਲੀਲ ਤੇ ਤਰਕ ਦੇ ਰਹੀਆਂ, ਖਾਣ ਵਾਲਾ ਲੰਗਰ ਤੇ ਜਿਮ ਆ ਜਿਹੜਾ ਸਰੀਰ ਨੂੰ ਤਕੜਾ ਕਰ ਰਹੀਆਂ। ਇਹ ਗੱਲ ਇਹਦੇ ਵਿੱਚ ਹੋਰ ਬੜੀ ਮਹੱਤਵਪੂਰਨ ਆ ਕਿ ਪਿਛਲੇ ਸਮੇਂ ਤੋਂ ਇਹ ਕਿਹਾ ਗਿਆ ਸੀ ਕਿ NRI ਕਿਸੇ ਸਮੇਂ ਸਾਡੇ ਲਈ ਅਸੈਟ ਸੀ, ਕਿ ਉੱਥੇ ਪੈਸਾ ਭੇਜਦੇ ਸੀ। ਹੁਣ ਤਾਂ ਨਾ ਕੇਵਲ ਬ੍ਰੇਨ ਡਰੇਨ ਹੀ ਹੋ ਰਹੀ ਆ, ਸਗੋਂ ਮਨੀ ਡਰੇਨ ਹੋ ਰਹੀ ਆ। ਹੁਣ ਉਲਟਾ ਹੋ ਗਿਆ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਗਦਰ ਲਹਿਰ ਦੀ ਪੁਨਰ ਯਾਦ ਕਰਵਾ ਦਿੱਤੀ ਆ, ਕਿ ਜਿਵੇਂ ਗਦਰ ਲਹਿਰ ਸਮੇਂ ਦੇਸ਼ ਦੀਆਂ ਸਮੱਸਿਆਵਾਂ ਨੂੰ ਆਜ਼ਾਦ ਕਰਾਉਣ ਲਈ, ਦੇਸ਼ ਨੂੰ ਗੋਰੇ ਸਾਮਰਾਜ ਤੋਂ, ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਕਰਾਉਣ ਲਈ ਆਏ ਸੀ, ਉਸੇ ਪ੍ਰਕਾਰ ਹੀ ਹੁਣ ਲੱਗਦਾ ਹੈਗਾ ਕਿ ਜਿਹੜੇ NRI ਵੀਰ ਆ ਉਹ ਜਿਵੇਂ ਸਹਾਇਤਾ ਕਰ ਰਹੇ ਨੇ, ਲੰਗਰ ਲਾ ਰਹੇ ਨੇ, ਉੱਥੇ ਦਬਾਓ ਬਣਾ ਰਹੇ ਆ। ਹੈਰਾਨੀ ਵਾਲੀ ਗੱਲ ਹੈ ਕਿ ਕੋਈ ਵੀ ਅੰਦੋਲਨ ਚਾਹੁੰਦਾ ਹੈ ਕਿ ਮੈਂ ਇੰਟਰਨੈਸ਼ਨਲ ਹੋਵਾਂ, ਤੇ ਇੰਟਰਨੈਸ਼ਨਲ ਹੋਣ ਲਈ ਜਿਹੜੇ ਅੰਦੋਲਨ ਆ ਉਹ ਬਹੁਤ ਭੈੜੇ ਢੰਗ ਅਪਣਾਉਂਦੇ ਆ, ਕਿ ਕਦੇ ਜਹਾਜ਼ ਅਗਵਾ ਕਰ ਲਿਆ, ਲੋਕਾਂ ਦੀਆਂ ਜਾਨਾਂ ਖਤਰੇ 'ਚ ਪਾਤੀਆਂ, ਕਦੇ ਧਮਾਕੇ ਕਰਤੇ, ਕਦੇ ਬੰਦੇ ਮਾਰਤੇ। ਇਹ ਕਿਸਾਨ ਅੰਦੋਲਨ ਇੰਟਰਨੈਸ਼ਨਲਾਈਜ਼ ਹੋ ਗਿਆ, ਤੇ ਹੋਇਆ ਵੀ ਇੰਟਰਨੈਸ਼ਨਲਾਈਜ਼ ਬਗੈਰ ਕਿਸੇ ਹਿੰਸਕ ਕਾਰਵਾਈ ਦਿਓ। ਕੋਈ ਬੰਦੇ ਨਹੀਂ ਮਾਰੇ ਗਏਗੇ, ਕੋਈ ਜਹਾਜ਼ ਨਹੀਂ ਅਗਵਾ ਕੀਤੇ ਗਏਗੇ, ਸਗੋਂ ਇਹ ਹਰ ਸ਼ਹਿਰ ਦੇ ਵਿੱਚ ਇਹ ਕਹਿੰਦਾ ਹੈ ਕਿ ਪੰਜਾਬੀ ਸਾਰੇ ਥਾਂ ਵਸੇ ਆ। ਉਹਦਾ ਫਾਇਦਾ ਕੀ ਹੋਇਆ ਕਿ ਪੰਜਾਬੀਆਂ ਨੇ ਯੂਰਪ ਦੇ ਵਿੱਚ, ਚਾਹੇ ਇਟਲੀ ਆ, ਚਾਹੇ ਬਰਸਲ ਆ, ਚਾਹੇ ਜਰਮਨ ਆ, ਚਾਹੇ ਫਰਾਂਸ ਆ, ਚਾਹੇ ਇੰਗਲੈਂਡ ਆ, ਚਾਹੇ ਕੈਨੇਡਾ, ਚਾਹੇ ਅਮਰੀਕਾ, ਚਾਹੇ ਆਸਟ੍ਰੇਲੀਆ, ਨਿਊਜ਼ੀਲੈਂਡ ਆ, ਉੱਥੇ ਵੱਡੀ ਪੱਧਰ ਤੇ ਉਹਨਾਂ ਨੇ ਇਹ ਗੱਲ ਕੀਤੀ, ਤਾਂ ਉਹਦੇ ਨਾਲ ਇੰਟਰਨੈਸ਼ਨਲਾਈਜ਼ ਹੋ ਗਿਆ। ਤਾਂ ਪੰਜਾਬੀਆਂ ਦਾ ਏਕਾ, ਦੂਸਰਿਆਂ ਨਾਲ ਸਹਿਯੋਗ ਕਰਨਾ, ਤੇ ਸਭ ਤੋਂ ਜਿਹੜੀ ਇਹਦੀ ਖੂਬਸੂਰਤ ਇਸ ਸਾਰੇ ਸੱਭਿਆਚਾਰਕ ਤਬਦੀਲੀ ਦੀ ਗੱਲ ਰਹੀ ਕਿ ਰਾਜਸੀ ਲਾਣੇ ਨੂੰ ਏਜੰਡੇ ਤੋਂ ਪਾਸੇ ਕਰਤਾ। ਉਹ ਇਹ ਕਿ ਅੱਗੇ ਰਾਜਸੀ ਲਾਣਾ ਜਿਹੜਾ ਏਜੰਡਾ ਦਿੰਦਾ ਸੀ, ਹੁਣ ਉਲਟਾ ਕਰ ਦਿੱਤਾ ਕਿ ਕਿਸਾਨ ਏਜੰਡਾ ਦੇ ਰਹੇ ਆ, ਰਾਜਸੀ ਵਿਅਕਤੀ ਉਹਨਾਂ ਤੇ ਆ ਰਹੇ। ਇੱਕ ਤਰ੍ਹਾਂ ਦਾ ਰਾਜਸੀ ਲੋਕਾਂ ਨੂੰ ਸਿੱਧੇ ਰਾਹ ਪਾਇਆ। ਇਸ ਕਿਸਮ ਦਾ ਆਭਾਰ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਸਮੇਂ ਦਿਖਿਆ ਸੀ, ਪਰ ਬਾਅਦ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਲੂਣ ਦੀ ਖਾਣ ਵਿੱਚ ਲੂਣ ਹੋਣ ਵਾਲੀ ਗੱਲ ਹੋ ਗਈ, ਉਹਦਾ ਉਹ ਰੂਪ ਨਹੀਂ ਰਿਹਾਗਾ। ਇਸ ਨੂੰ ਆਪਾਂ ਅੱਜ ਬਹਿਸ ਦਾ ਮੁੱਦਾ ਨਹੀਂ ਬਣਾਉਣਾਗਾ, ਪਰ ਇਸ ਦੇ ਬਾਵਜੂਦ ਇਹ ਗੱਲ ਬੜੀ ਮਹੱਤਵਪੂਰਨ ਵਾਪਰੀ ਆ ਕਿ ਲੋਕਾਂ ਨੇ ਰਾਜਸੀ ਲੋਕਾਂ ਨੂੰ ਏਜੰਡਾ ਦਿੱਤਾ ਹੈ, ਅਫਸਰਸ਼ਾਹੀ ਦੀ ਜ਼ਮੀਰ ਜਗਾਈ ਆ, ਸਿੱਧੇ ਤੌਰ ਤੇ ਨਾ ਸੰਬੰਧਿਤ ਧਿਰਾਂ ਨੂੰ ਵੀ ਨਾਲ ਲਿਆ। ਤੇ ਇਹ ਮੈਨੂੰ ਇਸ ਤਰ੍ਹਾਂ ਇਹ ਲੱਗਦਾ ਹੈ ਕਿ ਜਿਹੜਾ ਇਹ ਸੀ ਕਿ ਹੱਥੀਂ ਕੰਮ ਕਰਨ ਦੀ ਜਿਹੜੀ ਸੀ ਕਿ ਪੰਜਾਬੀ ਹੱਥੀਂ ਕੰਮ ਕਰਨਾ ਛੱਡ ਗਏ, ਉਹ ਬੜੀ ਵੱਡੀ ਪੱਧਰ ਤੇ ਦੁਬਾਰਾ ਸ਼ੁਰੂ ਹੋਇਆ ਕਿ ਨੌਜਵਾਨ ਆ ਜਿਹੜੇ, ਇੱਥੋਂ ਤੱਕ ਜਿਹੜੀ ਜੈਂਡਰ ਆਧਾਰਿਤ ਤੇ ਕੰਮ ਦੀ ਤਬਦੀਲੀ ਆ ਬਹੁਤ ਔਖੀ ਹੁੰਦੀ ਆ। ਹੁਣ ਹੈਰਾਨੀ ਇਹ ਆ ਕਿ ਜਿਹੜੇ ਬੰਦੇ ਆ ਉਹ ਬਹੁਤ ਵੱਡੀ ਪੱਧਰ ਤੇ ਰੋਟੀਆਂ ਪਕਾ ਰਹੇ ਨੇ, ਤੇ ਉਹ ਇਸ ਨੂੰ ਕੋਈ ਸ਼ਰਮ ਵਾਲੀ ਗੱਲ ਨਹੀਂ ਸਮਝ ਰਹੇਗੇ। ਔਰਤਾਂ ਖੇਤਾਂ ਦੇ ਵਿੱਚ ਟਰੈਕਟਰ ਚਲਾ ਰਹੀਆਂ, ਕਈਆਂ ਚਲਾ ਰਹੀਆਂ, ਤੇ ਇੱਕ ਤਰ੍ਹਾਂ ਨਾਲ ਕੀ ਹੋ ਗਿਆ ਕਿ ਜਿਹੜਾ ਜੈਂਡਰ ਰੋਲ ਚੇਂਜ ਹੋਇਆ। ਇਸੇ ਤਰ੍ਹਾਂ ਹੀ ਬਜ਼ੁਰਗਾਂ ਦਾ ਸਤਿਕਾਰ ਆ ਜਿਹੜਾ ਉਹ ਮੇਨਟੇਨ ਹੋਇਆ। ਉੱਥੇ ਹੱਥਾਂ ਨਾਲ ਜਿਹੜੇ ਹੈਗੇ ਆ ਉਹ ਥਾਂ ਸਾਫ਼ ਕੀਤੇ ਜਾ ਰਹੇ ਆ। ਮੈਨੂੰ ਲੱਗਦਾ ਕਿ ਗਲੋਬਲ ਦਾ ਤੇ ਸਥਾਨਕ ਦਾ ਸੁਮੇਲ ਹੋਇਆ, ਜੋਸ਼ ਤੇ ਹੋਸ਼ ਦਾ ਸੁਮੇਲ ਹੋਇਆ, ਖੇਤੀ ਤੇ ਮਾਣ ਹੋਣ ਲੱਗਿਆ, ਕਿਰਤੀ ਹੋਣ ਤੇ ਮਾਣ ਹੋਣ ਲੱਗਿਆ। ਤਾਂ ਬੁਨਿਆਦੀ ਤੌਰ ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਅੰਦੋਲਨ ਨੇ ਸੱਭਿਆਚਾਰਕ ਤੌਰ ਤੇ ਸਾਡੇ ਸਮਾਜ ਵਿੱਚ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਸੀਗੀਆਂ, ਬਜ਼ੁਰਗਾਂ ਦਾ ਸਤਿਕਾਰ ਕਰਨਾ, ਲੰਗਰ ਤੇ ਇਸ ਤਰ੍ਹਾਂ ਦੀਆਂ ਪ੍ਰਥਾਵਾਂ ਨੂੰ ਪੁਨਰ ਜਾਗਰਤ ਕੀਤਾ ਹੈ। ਤੇ ਚੰਗੀ ਗੱਲ ਹੈ ਕਿ ਜਿਹੜੇ ਸਾਡੇ ਸੱਭਿਆਚਾਰ ਦੀਆਂ ਮਾੜੀਆਂ ਰਵਾਇਤਾਂ ਸੀ, ਮੰਨ ਲਓ ਔਰਤ ਨੂੰ ਦਬਾ ਕੇ ਰੱਖਣਾ ਕਿ ਤੂੰ ਘੁੰਡ ਕੱਢ ਕੇ ਰੱਖ, ਉਹ ਸਾਰੀਆਂ ਟੁੱਟੀਆਂ ਨੇ। ਤਾਂ ਇਸ ਪੱਖੋਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਸਾਰੀਆਂ ਜਿਹੜੀਆਂ ਕਦਰਾਂ ਕੀਮਤਾਂ, ਇਹ ਅੰਦੋਲਨ ਕਿਸੇ ਵੀ ਰੂਪ ਵਿੱਚ, ਵੱਡੀ ਜਿੱਤ ਦੇ ਰੂਪ ਵਿੱਚ, ਛੋਟੀ ਜਿੱਤ ਦੇ ਰੂਪ ਵਿੱਚ, ਦਬਾਅ ਦੇ ਰੂਪ ਵਿੱਚ, ਕਿਸੇ ਵੀ ਰੂਪ ਵਿੱਚ ਖਤਮ ਹੋਵੇ। ਇਹ ਜੇ ਕਦਰਾਂ ਕੀਮਤਾਂ ਜਿਉਂਦੀਆਂ ਰਹਿੰਦੀਆਂ ਨੇ ਤਾਂ ਇਹ ਪੰਜਾਬੀ ਸੱਭਿਆਚਾਰ ਦਾ ਪਰਿਵਰਤਨ ਵੀ ਹੈ, ਪਰ ਉਹਦੇ ਵਿੱਚ ਆਪਣੇ ਆਪ ਦੇ ਵਿੱਚ ਤਬਦੀਲੀ ਵੀ ਹੈ। ਬੁਨਿਆਦੀ ਤੌਰ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀ। ਤੁਹਾਡੇ ਸਾਰਿਆਂ ਦੇ ਵਿਚਾਰ ਸੁਣਾਂਗਾ ਤਾਂ ਫਿਰ ਮੈਂ ਆਪਣੀ ਜਿਹੜੀ ਗੱਲ ਆ ਜਾਂ ਇਹਦੇ ਵਿੱਚ ਇਜ਼ਾਫਾ ਕਰਨ ਦੀ ਕੋਸ਼ਿਸ਼ ਕਰਾਂਗਾ। ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਬਹੁਤ ਮਿਹਰਬਾਨੀ ਬਰਾੜ ਸਾਹਿਬ, ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਆਪਣਾ ਪੱਖ ਰੱਖਿਆ ਹੈ। ਸਾਡੇ ਦਰਮਿਆਨ DP ਸਿੰਘ ਜੀ, ਪਵਨ ਸਰਵਰ, ਨਿਰਮਲ ਸਿੰਘ, ਗੁਰਚਰਨ ਨੂਰਪੁਰ, ਨਰਿੰਦਰਜੀਤ ਸੋਢੀ, ਗੁਰਲਾਲ ਮਾਨ, ਗਿਆਨ ਸਿੰਘ DPRO ਸਾਹਿਬ, GS ਗੁਰਦਿੱਤ, ਦਰਸ਼ਨ ਰਿਆੜ, ਰਵਿੰਦਰ ਸਹਿਰਾਜ USA ਤੋਂ ਜੁੜ ਚੁੱਕੇ ਨੇ। ਜੀ ਆਇਆਂ ਉਹਨਾਂ ਨੂੰ ਵੀ।
ਹੁਣ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨੀ ਹੈ ਡਾਕਟਰ ਸ਼ਿਆਮ ਸੁੰਦਰ ਦੀਪਤੀ ਹੋਰਾਂ ਨੂੰ, ਉਪਰੰਤ ਰਣਜੀਤ ਧੀਰ ਜੀ ਔਰ ਗੁਰਚਰਨ ਨੂਰਪੁਰ ਹੁਣੀ ਗੱਲ ਕਰਨਗੇ। ਮੈਂ ਬਾਕੀ ਵਕਤਾਵਾਂ ਨੂੰ ਵੀ ਸਮਾਂ ਦਿੰਦਾ ਰਹਾਂਗਾ। ਸਭ ਤੋਂ ਪਹਿਲਾਂ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ। ਸਾਰੇ ਦੋਸਤਾਂ ਨੂੰ, ਜੁੜੇ ਹੋਏ ਦੋਸਤਾਂ ਨੂੰ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਆਪਣੇ ਬਰਾੜ ਸਾਹਿਬ ਨੇ ਬਹੁਤ ਵਧੀਆ ਢੰਗ ਦੇ ਨਾਲ ਉਹ ਦ੍ਰਿਸ਼ ਪੇਸ਼ ਕੀਤਾ ਹੈਗਾ, ਜਿਹੜਾ ਕਿ ਅਸੀਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਅਸੀਂ ਦੇਖ ਰਹੇ ਹਾਂ। ਪੰਜਾਬ ਦੇ ਲੋਕ ਇਹਨਾਂ ਨੂੰ ਮੁੱਖ ਤੌਰ ਤੇ ਇਹਨਾਂ ਦੋਹਾਂ ਬਾਰਡਰਾਂ ਤੇ ਰਾਜਮਾਨ ਨੇ ਆ ਰਹੇ ਨੇ। ਡਾਕਟਰ ਸਾਹਿਬ ਦੀ ਆਵਾਜ਼ ਠੀਕ ਨਹੀਂ ਆ ਰਹੀ ਜੀ, ਪਲੀਜ਼। ਡਾਕਟਰ ਸਾਹਿਬ ਥੋੜਾ ਆਵਾਜ਼ ਦੇ ਲਾਗੇ ਕਰੋ ਜੀ, ਉਹਨੂੰ ਮਾਈਕ ਨੂੰ ਆਪਣੇ ਨੂੰ। ਕਨੈਕਸ਼ਨ ਠੀਕ ਨਹੀਂ ਹੈ ਜੀ, ਥੋੜੀ ਪਲਾਈ ਸਾਹਿਬ ਆਵਾਜ਼ ਠੀਕ ਕੋਈ ਨਹੀਂ ਆ ਰਹੀ। ਕਨੈਕਸ਼ਨ ਦਾ ਇਸ਼ੂ ਹੈ ਜੀ, ਕਨੈਕਸ਼ਨ ਦਾ ਇਸ਼ੂ ਹੈ ਜੀ। ਓਕੇ ਡਾਕਟਰ ਸਾਹਿਬ, ਹਾਂਜੀ ਹਾਂਜੀ, ਆਵਾਜ਼ ਨਹੀਂ ਠੀਕ ਆ ਰਹੀ ਜੀ। ਹੈਲੋ ਹੈਲੋ, ਹਾਂਜੀ ਹਾਂਜੀ, ਹੁਣ ਠੀਕ ਹੈ ਜੀ? ਠੀਕ ਹੈ, ਹਾਂ ਹਾਂ ਠੀਕ ਹੈ ਜੀ। ਹਾਂਜੀ, ਮੈਂ ਗੱਲ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਮਤਲਬ ਕਿ ਬਰਾੜ ਸਾਹਿਬ ਨੇ ਤਸਵੀਰ ਪੇਸ਼ ਕੀਤੀ ਆ, ਉਹ ਬਿਲਕੁਲ ਵਧੀਆ ਜਿਹੜੀ ਉਹਨਾਂ ਨੇ ਉੱਥੇ ਦੋਹਾਂ ਬਾਰਡਰਾਂ ਤੇ ਅਸੀਂ ਦੇਖ ਰਹੇ ਹੈਗੇ ਆ। ਤੇ ਜੀ ਮੈਂ ਕਹਿ ਰਿਹਾ ਸੀਗਾ ਕਿ ਲੱਗਦਾ ਹੈਗਾ ਜਿਵੇਂ ਇੱਕ ਪਿੰਡ ਵਸ ਗਿਆ ਹੈਗਾ, ਤੇ ਅਸੀਂ ਇੱਕ ਪਿੰਡ ਦੀ ਭਵਿੱਖ ਦੀ ਤਸਵੀਰ ਦੇਖ ਸਕਦੇ ਹਾਂ, ਜੋ ਅਸੀਂ ਆਪਣੇ ਬਰਾੜ ਸਾਹਿਬ ਨੇ ਪੇਸ਼ ਕੀਤਾ ਹੈ ਸੱਭਿਆਚਾਰਕ ਤੌਰ ਤੇ। ਨਾਲੇ ਜਿਹੜੀ ਸ਼ੁਰੂ ਚ ਉਹਨੇ ਇੱਕ ਗੱਲ ਕਹੀ ਸੀਗੀ ਕਿ ਜਿਹੜਾ ਸੱਭਿਆਚਾਰ ਹੈਗਾ ਉਹ ਸਭ ਤੋਂ ਮਤਲਬ ਕਿ ਹੌਲੀ ਤਬਦੀਲ ਹੁੰਦਾ ਹੈਗਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਸੱਭਿਆਚਾਰ ਸਾਡੀ ਇੱਕ ਜੀਵਨ ਜਾਂਚ ਹੈਗੀ ਹੈ, ਤੇ ਜੀਵਨ ਜਾਂਚ ਦੇ ਵਿੱਚ ਚੀਜ਼ਾਂ ਆਉਂਦੀਆਂ ਬੜੀਆਂ ਹੌਲੀ ਨੇ। ਅਸੀਂ ਦੇਖ ਰਹੇ ਹਾਂ ਬਹੁਤ ਵਧੀਆ ਉਸ ਮਾਹੌਲ ਦੇ ਵਿੱਚ ਹੋ ਰਿਹਾ ਹੈ। ਹੁਣ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਉਹ ਇਹ ਹੈਗਾ ਕਿ ਇਹ ਵਾਪਸ ਆ ਕੇ ਸਾਡੇ ਮਤਲਬ ਕਿ ਪਿੰਡਾਂ ਦੇ ਵਿੱਚ, ਸਾਡੇ ਜੀਵਨ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਜਾਂ ਇਸ ਤਰ੍ਹਾਂ ਦੀ ਜਿਹੜੀਆਂ ਵੀ ਗੱਲਾਂ ਨੇ ਬਹੁਤ ਸਾਰੀਆਂ ਨੇ, ਇਹ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਕਿ ਨਹੀਂ ਰਹਿਣਗੀਆਂ। ਇਹ ਇੱਕ ਹੈਗਾ ਕਿ ਸਾਨੂੰ ਇਸ ਦੇ ਵਾਸਤੇ ਇੱਕ ਵਿਸ਼ੇਸ਼ ਤੌਰ ਤੇ ਯਤਨ ਕਰਨੇ ਪੈਣਗੇ। ਆਪਾਂ ਇਹਨੂੰ ਸਹਿਜੇ ਤੌਰ ਤੇ ਉੱਥੋਂ ਦੀ ਉਹ ਕਹਿ ਕੇ ਕਿ ਜੇ ਹਫ਼ਤਾ 10 ਦਿਨ 15 ਦਿਨ ਕੋਈ ਉੱਥੇ ਲੋਕ ਰਹਿ ਰਹੇ ਨੇ ਤਾਂ ਉਹ ਇਸ ਨੂੰ ਮਤਲਬ ਕਿ ਆਪਣੀ ਜੀਵਨ ਜਾਂਚ ਬਣਾ ਕੇ ਵਾਪਸ ਮੁੜਨਗੇ। ਇਸ ਤੇ ਸਾਨੂੰ ਮਤਲਬ ਕਿ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਹੈਗਾ। ਆਪਾਂ ਜਿਵੇਂ ਮਤਲਬ ਕਿ ਕਰੋਨਾ ਕਾਲ ਦੇ ਵਿੱਚ ਵੀ ਇਹਨਾਂ ਨੇ ਗੱਲ ਕੀਤੀ ਵੀ ਅਸੀਂ ਇਹ ਸੋਚਿਆ ਸੀਗਾ ਕਿ ਵੀ ਕਰੋਨਾ ਕਾਲ ਜਿਹੜਾ ਹੈਗਾ ਇਸ ਤੋਂ ਬਾਅਦ ਜੀਵਨ ਬਦਲ ਜਾਏਗਾ, ਪਰ ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਦੀ ਜੀਵਨ ਜਾਂਚ ਮਤਲਬ ਕਿ ਸਾਨੂੰ ਘਰਾਂ 'ਚ ਬੈਠਣ ਦੀ ਜਾਂ ਇਸ ਤਰ੍ਹਾਂ ਦੇ ਮਤਲਬ ਕਿ ਆਪਸ ਦੇ ਵਿੱਚ ਜੋ ਸਿਖਾਇਆ, ਜਾਂ ਆਪਾਂ ਵਾਤਾਵਰਣ ਦੀ ਗੱਲ ਵੀ ਕਰੀਏ ਤਾਂ ਆਉਂਦਿਆਂ ਹੀ ਜੇ ਸਾਰਾ ਕੁਝ ਉਸੇ ਤਰੀਕੇ ਨਾਲ ਫਿਰ ਵਿਸ਼ਵ ਪੱਧਰ ਤੇ ਹੋ ਜਾਂਦਾ ਹੈਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਰੋਨਾ ਕਾਲ ਤੋਂ ਕੁਝ ਨਹੀਂ ਸਿੱਖਿਆ। ਐਵੇਂ ਹੀ ਮਤਲਬ ਕਿ ਸਾਨੂੰ ਥੋੜੀ ਜਿਹੀ ਇਸ ਦੇ ਪਾਸੇ ਉਚੇਚੇ ਤੌਰ ਦੇ ਉੱਤੇ ਵੀ ਇੱਕ ਸੁਨੇਹੇ ਨੌਜਵਾਨਾਂ ਨੂੰ ਜਾਂ ਹੋਰ ਜਿਹੜੇ ਉੱਥੇ ਵੀ ਇੱਕ ਨਵੇਂ ਪੱਖ ਆ ਰਹੇ ਨੇ ਉਹਨਾਂ ਨੂੰ ਉਭਾਰਨਾ ਚਾਹੀਦਾ ਹੈ। ਇਹਨੂੰ ਉਭਾਰਨਾ ਜਾਰੀ ਰੱਖਣਾ ਚਾਹੀਦਾ ਹੈ। ਇਹ ਇੱਥੇ ਹੀ ਖਤਮ ਨਹੀਂ ਕਰਨਾ ਦੇਣਾ ਚਾਹੀਦਾ ਵੀ ਉਹ ਹੁਣ ਉੱਥੇ 15-20 ਦਿਨ, ਕਿਉਂਕਿ 15-20 ਦਿਨ, ਮਹੀਨਾ 2 ਮਹੀਨੇ ਜਿਹੜੇ ਨੇ, ਹੁਣ ਮੈਂ ਕਹਿ ਸਕਦਾ ਕਿ ਜਿਹੜੇ ਉਹ ਗਾਣੇ ਖਤਮ ਹੋ ਗਏ ਨੇ, ਜਿਹੜੇ ਮੋਟੇ ਦੇ ਬੰਦੂਕ ਵਾਲੇ ਤੇ ਸ਼ਰਾਬ ਤੇ ਗਲਾਸੀਆਂ ਵਾਲੇ ਤੇ ਜੱਟਾਂ ਦੀ ਉਸ ਤਰ੍ਹਾਂ ਦੀ ਜਿਹੜੀ ਟੋਰ ਵਾਲੇ ਉਹ ਗਾਣੇ ਹੁਣ ਖਤਮ ਹੋ ਗਏ ਨੇ। ਉੱਥੇ ਤੁਹਾਨੂੰ ਸਾਰੇ ਗਾਣੇ ਮਤਲਬ ਕਿ ਸੁਣਨ ਨੂੰ ਮਿਲ ਰਹੇ ਨੇ ਜਿਹੜੇ ਕਿਸਾਨੀ ਅੰਦੋਲਨ ਨਾਲ ਨੇ, ਉਹਨਾਂ ਦੀ ਹਿੰਮਤ ਨਾਲ ਨੇ। ਉਵੇਂ ਹੀ ਸਾਡਾ ਜਿਹੜਾ ਕਾਵਿ ਦਾ ਜਿਹੜਾ ਮੁਹਾਂਦਰਾ ਹੈ ਉਹ ਵੀ ਇਸੇ ਤਰ੍ਹਾਂ ਬਦਲਿਆ ਹੈਗਾ। ਸਾਰਿਆਂ ਨੇ ਬਿਲਕੁਲ ਨਵੇਂ ਮੁਹਾਂਦਰੇ ਦੇ ਵਿੱਚ ਕਵਿਤਾਵਾਂ ਲਿਖੀਆਂ ਨੇ, ਪਰ ਕੀ ਇਹ ਸਾਰਾ ਕੁਝ ਹਿੰਮਤ ਵਾਲੀ ਗੱਲ ਤੇ ਜਿਹੜੀ ਆ ਨਵੀਂ ਮਤਲਬ ਕਿ ਨੌਜਵਾਨੀ ਦੇ ਜਿਹੜੇ ਨਵੇਂ ਚਿਹਰੇ ਵਾਲੀ ਗੱਲ, ਇਹ ਕਿੱਦਾਂ ਕੁਝ ਕਾਇਮ ਰਹੂਗੀ? ਸਾਡਾ ਸਿਸਟਮ ਜਿਹੜਾ ਹੈਗਾ ਉਹ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਪਾ ਕੇ ਇੱਥੇ ਅਬਜ਼ਰਵ ਕਰੂਗਾ? ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਇੱਕ ਸਵਾਲ ਜ਼ਰੂਰ ਮਤਲਬ ਕਿ ਤੇ ਤੁਸੀਂ ਦੇਖੋ ਵੀ ਨਸ਼ੇ ਦੀ ਗੱਲ ਹੋ ਰਹੀ ਹੈ ਵੀ ਉੱਥੇ ਨਸ਼ੇ ਮਤਲਬ ਕਿ ਨੌਜਵਾਨ ਜਿਹੜੇ ਨੇ ਉਹ ਸਾਡੀ ਤਸਵੀਰ, ਮੈਂ ਪਰ ਕਿਉਂਕਿ ਮੈਡੀਕਲ ਦੇ ਆંકੜਿਆਂ ਤੋਂ ਦੱਸਦਾ ਕਿ ਹਰ ਰੋਜ਼ 5 ਕਰੋੜ ਲੋਕ ਸਵੇਰੇ ਨਸ਼ਾ ਛੁਡਾਊ ਕੇਂਦਰਾਂ ਦੇ ਉੱਤੇ ਖੜਦੇ ਆ ਗੋਲੀਆਂ ਖਾਣ ਦੇ ਲੈਣ ਦੇ ਵਾਸਤੇ। ਜਿਹੜਾ ਊਟਸ ਕੇਂਦਰ ਖੋਲੇ ਗਏ ਹੈਗੇ ਨੇ ਜਿੱਥੇ ਜੇ ਨਸ਼ੇ ਕਰਨ ਵਾਲੇ ਲੋਕ ਸਵੇਰੇ ਜਾ ਕੇ ਆਪਣੇ ਮੂੰਹ ਦੇ ਵਿੱਚ ਗੋਲੀ ਪਾਉਂਦੇ ਆ ਜਿਹੜੀ ਨਸ਼ਾ ਛੱਡਣ ਵਾਲੀ ਹੈ। ਉਹਨਾਂ ਦੀ ਗਿਣਤੀ ਸਰਕਾਰੀ ਆંકੜਿਆਂ ਮੁਤਾਬਕ 5 ਕਰੋੜ ਹੈਗੀ ਹੈ, ਅੱਜ ਦੀ ਤਰੀਕ ਵਿੱਚ ਹੈਗੀ ਹੈ। ਉਹ ਠੀਕ ਹੈ ਕਿ ਹੁਣ ਜਿਹੜੇ ਨੌਜਵਾਨ ਉੱਥੇ ਗਏ ਨੇ ਹੋ ਸਕਦਾ ਕਿ ਉਹ ਨਸ਼ਾ ਨਾ ਕਰਦੇ ਹੋਣ ਜਾਂ ਉਹ ਬਹੁਤ ਘੱਟ ਕਰਦੇ ਹੋਣ ਤੇ ਉਹਨਾਂ ਦੀ ਉੱਥੇ ਜਿਹੜਾ ਤਸਵੀਰ ਦੇਖੀ ਹੈ ਤੇ ਉੱਥੇ ਕੰਮ ਕੁਮ ਕਰਕੇ ਉਸ ਵਿੱਚੋਂ ਬਾਹਰ ਨਿਕਲ ਰਹੇ ਹੋਣ। ਹੋਰ ਵਧੀਆ ਗੱਲ ਹੈਗੀ ਕਿ ਨਿਕਲ ਸਕਦੇ ਆ ਜੇ ਉਹਨਾਂ ਨੂੰ ਉੱਥੇ ਜਾ ਕੇ ਕੋਈ ਜਾ ਰਿਹਾ ਪ੍ਰੇਰ ਰਿਹਾ ਹੈਗਾ। ਇਹ ਪ੍ਰੇਰਨਾ ਦੀ ਗੱਲ, ਹਿੰਮਤ ਦੀ ਗੱਲ, ਇਹ ਲਗਾਤਾਰਤਾ ਬਣਾ ਕੇ ਰੱਖਣ ਦੀ ਲੋੜ ਹੈਗੀ ਹੈ। ਆਪਾਂ ਇਹਨੂੰ ਸਹਿਜੇ ਇਹ ਨਾ ਸਮਝੀਏ ਕਿ ਉਹ ਉੱਥੇ ਪਹੁੰਚ ਗਏ ਨੇ ਤੇ ਉਹ ਇਸ ਮਾਹੌਲ 'ਚ ਰਹਿ ਰਹੇ ਨੇ ਤੇ ਹੁਣ ਵਾਪਸ ਆਉਣਗੇ ਤਾਂ ਬਹੁਤ ਬਦਲੇ ਹੋਏ ਹੋਣਗੇ। ਇਹ ਸਾਨੂੰ ਇੱਕ ਥੋੜੀ ਜਿਹੀ ਚਿੰਤਾ ਇਸ ਪ੍ਰਤੀ ਜ਼ਰੂਰ ਸਾਹਮਣੇ ਰੱਖਣੀ ਚਾਹੀਦੀ ਹੈ, ਕਿਉਂਕਿ ਸੱਭਿਆਚਾਰਕ ਤੌਰ ਤੇ ਜਾਂ ਮੈਂ ਸੱਭਿਆਚਾਰ ਨੂੰ ਸਮਝਦਾ
ਇਹ ਇੱਕ ਜੀਵਨ ਜਾਂਚ ਹੁੰਦੀ ਹੈ ਹਰੇਕ ਦੀ। ਇਹ ਪੰਜਾਬ ਦੀ ਜੀਵਨ ਜਾਂਚ ਹੈਗੀ ਸੀ, ਉਹ ਟੁੱਟੀ ਹੈਗੀ ਹੈ। ਇਹ ਜੀਵਨ ਜਾਂਚ ਹੁਣ ਇੱਕਦਮ ਤਬਦੀਲ ਹੋ ਕੇ ਆਊਗੀ। ਮੈਨੂੰ ਹੈਗਾ ਕਿ ਯਕੀਨ ਹੈਗਾ ਕਿ ਬਹੁਤ ਕੁਝ ਫਰਕ ਪਊਗਾ, ਪਰ ਫਿਰ ਵੀ ਸਾਨੂੰ ਇਸ ਤੇ ਨਜ਼ਰਸਾਨੀ ਜਿਹੜੀ ਹੈ ਨਾ ਉਹ ਜ਼ਰੂਰ ਕਰਕੇ ਰੱਖਣੀ ਚਾਹੀਦੀ ਹੈ, ਤਾਂ ਕਿ ਇਹ ਆਦਤਾਂ ਜਿਹੜੀਆਂ ਨੇ, ਇਹ ਵਧੀਆ ਗੱਲਾਂ ਜਿਹੜੀਆਂ ਆਪਾਂ ਦੇਖ ਰਹੇ ਹਾਂ, ਚਾਹੇ ਉਹ ਬਜ਼ੁਰਗਾਂ ਦਾ ਸਤਿਕਾਰ ਹੈ, ਹੱਥੀਂ ਕੰਮ ਕਰਨ ਦੀ ਗੱਲ ਹੈ, ਜਾਂ ਮਤਲਬ ਕਿ ਨਸ਼ਿਆਂ ਵਾਲੀ ਗੱਲ ਹੈ, ਕਿ ਤਾਂ ਕਿ ਇਹ ਇਸੇ ਤਰੀਕੇ ਨਾਲ ਅਸੀਂ ਇੱਕ ਵਧੀਆ ਪੰਜਾਬ ਦੇਖੀਏ। ਇਹ ਸਾਡਾ ਮਤਲਬ ਕਿ ਇੱਛਾ ਹੈਗੀ ਹੈ, ਪਰ ਉਚੇਚੇ ਤੌਰ ਤੇ ਸਾਨੂੰ ਇਸ ਦੇ ਵਾਸਤੇ ਯਤਨ ਕਰਨ ਦੀ ਲੋੜ ਪਊਗੀ, ਤੇ ਇਹ ਯਤਨ ਜਾਰੀ ਰੱਖਣੇ ਚਾਹੀਦੇ ਨੇ। ਉੱਥੋਂ ਦੀ ਸਾਰਿਆਂ ਨੂੰ ਸਿੱਖ ਕੇ ਆਉਣਾ ਚਾਹੀਦਾ ਹੈ, ਤਾਂ ਕਿ ਆਪਾਂ ਇਸ ਨੂੰ ਫਿਰ ਵਧੀਆ ਪੰਜਾਬ ਦੇਖ ਸਕੀਏ। ਹਾਂਜੀ, ਮਿਹਰਬਾਨੀ ਮਿਹਰਬਾਨੀ। ਡਾਕਟਰ ਦੀਪਤੀ ਹੁਣਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਮੈਂ ਵਕਤਾਵਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਗੱਲ ਜਿਹੜੀ ਹੈ ਸਮੇਂ ਦੇ ਵਿੱਚ ਸਮਾਪਤ ਕਰ ਲਿਆ ਕਰਨ ਜੀ। ਪ੍ਰੋਫੈਸਰ ਰਣਜੀਤ ਧੀਰ ਯੂਕੇ ਤੋਂ ਉਪਰੰਤ ਸਾਡੇ ਕੋਲ ਗੁਰਚਰਨ ਨੂਰਪੁਰ ਗੱਲ ਕਰਨਗੇ। ਫਿਰ ਮੈਂ ਬੇਨਤੀ ਕਰਾਂਗਾ ਵਰਿੰਦਰ ਸ਼ਰਮਾ MP ਸਾਹਿਬ ਨੂੰ। ਪ੍ਰੋਫੈਸਰ ਰਣਜੀਤ ਧੀਰ ਜੀ, ਧੀਰ ਸਾਹਿਬ, ਇੱਕ ਮਿੰਟ ਜੀ। ਹੈਲੋ ਜੀ ਜੀ, ਹੈਲੋ ਪ੍ਰੋਫੈਸਰ ਰਣਜੀਤ ਧੀਰ ਜੀ। ਹਾਂਜੀ ਧੀਰ ਸਾਹਿਬ। ਹਾਂਜੀ ਹਾਂ ਸਪਲਾਈ ਸਾਹਿਬ, ਮੈਂ ਪਹਿਲਾਂ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜੀ ਜੀ, ਮਿਹਰਬਾਨੀ। ਪ੍ਰੋਫੈਸਰ ਆੜ ਹੁਣਾਂ ਦੇ ਇਹਨਾਂ ਦਾ ਵਿਸ਼ਲੇਸ਼ਣ ਬਹੁਤ ਹੀ ਪ੍ਰਭਾਵਸ਼ਾਲੀ ਹੈ। ਇਹ ਬੜੇ ਜਾਣੇ ਪਛਾਣੇ ਵਿਦਵਾਨ ਨੇ। ਮੈਂ ਇਹਨਾਂ ਦੇ ਲੇਖ ਪਹਿਲਾਂ ਵੀ ਪੜ੍ਹੇ ਨੇ, ਕਿਤਾਬਾਂ ਦੇਖੀਆਂ ਨੇ, ਤੇ ਮੈਂ ਇਹਨਾਂ ਦੇ ਵੱਡੇ ਭਾਈ ਰਾਜਪਾਲ ਸਿੰਘ ਦਾ ਬਹੁਤ ਪ੍ਰਸ਼ੰਸਕ ਹਾਂ। ਇਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ, ਇਹਨਾਂ ਦਾ ਵਿਸ਼ਲੇਸ਼ਣ ਹੈ। ਸਾਰਿਆਂ ਨਾਲੋਂ ਵਧੀਆ ਗੱਲ ਇਹਨਾਂ ਨੇ ਇਹ ਕੀਤੀ ਹੈ ਕਿ ਇਹਨਾਂ ਨੇ ਅੱਜ ਦੇ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਗੌਰਵਮਈ ਜਿਹੜਾ ਪ੍ਰੋਗਰੈਸਿਵ ਵਿਰਸਾ ਉਹਦੇ ਨਾਲ ਜੋੜਿਆ ਹੈ। ਔਰ ਇਹ ਕਈ ਖੇਤਰਾਂ ਵਿੱਚ ਇਹਨਾਂ ਨੇ ਉਦਾਹਰਨਾਂ ਦੇ ਕੇ ਇਹ ਸਾਨੂੰ ਦੱਸਿਆ ਕਿ ਪੰਜਾਬ ਦੀਆਂ ਗੌਰਵਮਈ ਪ੍ਰੋਗਰੈਸਿਵ ਕਦਰਾਂ ਕੀਮਤਾਂ ਦੁਬਾਰਾ ਪੁਨਰ ਜਨਮ ਲੈ ਰਹੀਆਂ, ਜਾਂ ਇਸ ਅੰਦੋਲਨ ਵਿੱਚ ਉਹਨਾਂ ਨੇ ਜਨਮ ਲਿਆ। ਜਿਸ ਤਰ੍ਹਾਂ ਕਿ ਇਹ ਅੰਦੋਲਨ ਜ਼ਾਤ-ਪਾਤ, ਧਰਮਾਂ ਦੀ ਕੱਟੜਤਾ, ਭਾਸ਼ਾਈ ਕੱਟੜਤਾ ਤੋਂ ਉੱਠ ਕੇ ਜੈਂਡਰ ਰੋਲਸ ਦੀ ਜਿਹੜੀ ਕੱਟੜਤਾ ਤੋਂ ਉੱਠ ਕੇ ਜਿਸ ਤਰ੍ਹਾਂ ਲੋਕਾਂ ਨੇ ਇਹਨੂੰ ਹੈਂਡਲ ਕੀਤਾ ਹੈ, ਬਹੁਤ ਹੀ ਕਾਬਲੇ ਤਾਰੀਫ ਹੈ। ਭਾਈ ਕਨ੍ਹਈਆ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਸਾਂਝੀਵਾਲਤਾ ਦੀਆਂ, ਇੱਕ ਖਿੱਤੇ ਦੀ ਗੱਲ ਨਹੀਂ ਹੋ ਰਹੀ, ਕੋਈ ਜੱਟਵਾਦ ਜਾਂ ਦਲਿਤਵਾਦ ਦੀ ਗੱਲ ਨਹੀਂ ਹੋ ਰਹੀ। ਇਹ ਬਹੁਤ ਹੀ ਐਸੀਆਂ ਸਾਂਝੀਆਂ ਕਦਰਾਂ ਕੀਮਤਾਂ ਨੇ ਪੰਜਾਬ ਦੀਆਂ, ਜਿਨ੍ਹਾਂ ਨੂੰ ਵੇਖ ਕੇ ਉਤਸ਼ਾਹ ਵੀ ਮਿਲਦਾ ਹੈ, ਆਸ ਵੀ ਜਾਗਦੀ ਹੈ ਕਿ ਇਹ ਕਦਰਾਂ ਕੀਮਤਾਂ ਦੀ ਜਿਹੜੀ ਰਿਵਾਈਵਲ ਹੈ, ਰਿਨੇਸਾਂਸ ਹੈਗੀ ਹੈ, ਪੁਨਰ ਜਾਗਰਤੀ ਹੈ, ਇਹ ਆਰਜ਼ੀ ਨਹੀਂ ਹੋਵੇਗੀ। ਤੇ ਪੰਜਾਬ ਦੇ ਰਿਨੇਸਾਂਸ ਹੀ ਇਹ ਇੱਥੋਂ ਦੁਬਾਰਾ ਸ਼ੁਰੂਆਤ ਹੋਵੇਗੀ। ਤੇ ਜਿਹੜੀਆਂ ਬਲਾਮਤਾਂ ਨਾਲ ਪੰਜਾਬ ਪੀੜਤ ਰਿਹਾ, ਲੱਚਰ ਗੀਤ, ਹੋਰ ਕਈ ਕਿਸਮ ਦੇ ਮਾਰੂ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚ ਅੰਸ਼ ਆ ਜੁੜੇ ਨੇ, ਉਹਨਾਂ ਨੂੰ ਖਤਮ ਕਰਨ ਵਿੱਚ ਇੱਕ ਕਿਸਾਨ ਅੰਦੋਲਨ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਹੈਗੇ ਕੈਟਾਲਿਟਿਕ ਰੋਲ ਜਿਹੜਾ ਹੈਗਾ ਇਹ ਪਲੇ ਕਰੇਗਾ। ਤੇ ਇੱਕ ਵਾਰ ਫਿਰ ਮੈਂ ਡਾਕਟਰ ਬਰਾੜ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਹੀ ਸੋਹਣਾ ਪ੍ਰੋਗਰੈਸਿਵ ਨਜ਼ਰੀਏ ਤੋਂ ਇਹ ਵਿਸ਼ਲੇਸ਼ਣ ਕੀਤਾ। ਧੰਨਵਾਦ। ਮਿਹਰਬਾਨੀ ਸਰ, ਮਿਹਰਬਾਨੀ ਸਰ। ਬੇਨਤੀ ਕਰਾਂਗਾ ਗੁਰਚਰਨ ਨੂਰਪੁਰ ਜੀ ਹੋਰਾਂ ਨੂੰ, ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਜਨਰਲ ਸਕੱਤਰ ਨੇ। ਗੁਰਚਰਨ ਨੂਰਪੁਰ ਜੀ। ਬਹੁਤ ਬਹੁਤ ਸ਼ੁਕਰੀਆ। ਸਾਰੇ ਕਾਲਮਨਵੀਸ ਮੰਚ ਦੇ ਨਾਲ ਜੁੜੇ ਸਾਰੇ ਵਿਦਵਾਨਾਂ ਨੂੰ ਸਤਿ ਸ੍ਰੀ ਅਕਾਲ ਜੀ। ਭਾਈ ਸਾਹਿਬ, ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ ਜੀ ਜੀ ਆ ਰਹੀ ਜੀ। ਹਾਂਜੀ ਹਾਂਜੀ। ਡਾਕਟਰ ਰਜਿੰਦਰਪਾਲ ਸਿੰਘ ਹੋਰਾਂ ਨੇ ਬੜੇ ਵਿਸਥਾਰ ਨਾਲ ਤੇ ਬੜੇ ਭਾਵਪੂਰਤ ਢੰਗ ਨਾਲ ਜਿਹੜਾ ਸਾਨੂੰ ਇੱਕ ਤਰ੍ਹਾਂ ਨਾਲ ਅੰਦੋਲਨ ਦੇ ਸੰਬੰਧ ਵਿੱਚ ਜਾਣਕਾਰੀ ਜਿਹੜੀ ਦਿੱਤੀ, ਬਹੁਤ ਥੋੜੇ ਸ਼ਬਦਾਂ ਵਿੱਚ ਇੱਕ ਤਰ੍ਹਾਂ ਨਾਲ ਕੁੱਜੇ ਵਿੱਚ ਸਮੁੰਦਰ ਕਰਨ ਵਾਲੀ ਬੰਦ ਕਰਨ ਵਾਲੀ ਗੱਲ ਸੀ। ਪਰ ਨਾਲ ਦੀ ਨਾਲ ਜਿਹੜੇ ਡਾਕਟਰ ਦੀਪਤੀ ਸਾਹਿਬ ਹੋਰਾਂ ਨੇ ਖਦਸ਼ੇ ਪੈਦਾ ਕੀਤੇ ਆ, ਖਦਸ਼ੇ ਸਾਡੇ ਸਾਹਮਣੇ ਸਵਾਲ ਖੜੇ ਕੀਤੇ ਆ, ਉਹ ਵੀ ਮੈਨੂੰ ਲੱਗਦਾ ਹੈ ਕਿ ਉਹਦੇ ਤੇ ਵੀ ਧਿਆਨ ਦੇਣ ਦੀ, ਤਵੱਜੋ ਦੇਣ ਦੀ ਲੋੜ ਹੈਗੀ ਹੈ। ਇਸ ਵੇਲੇ ਮੈਂ ਸਮਝਦਾ ਕਿ ਪੰਜਾਬ ਇੱਕ ਜਿਹੜਾ ਪੰਜਾਬ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਸੀ, ਉਹ ਇਸ ਵੇਲੇ ਵਿਸ਼ਵ ਪੱਧਰ ਦਾ ਸੰਘਰਸ਼ ਹੋ ਨਿਬੜਿਆ ਹੈ। ਤੇ ਇਸ ਵੇਲੇ ਭਾਰਤੀ ਲੋਕ ਇਸ ਸੰਘਰਸ਼ ਵਿੱਚ ਇੱਕ ਤਰ੍ਹਾਂ ਨਾਲ ਤਿੰਨ
ਮੁਹਾਜਾਂ ਤੇ ਲੜਾਈ ਲੜ ਰਿਹਾ। ਇੱਕ ਤਾਂ ਸਰਕਾਰ ਦੇ ਖਿਲਾਫ, ਦੂਸਰਾ ਕਾਰਪੋਰੇਟ, ਤੇ ਤੀਸਰਾ ਜਿਹੜਾ ਉਹ ਮੀਡੀਆ ਜਿਹੜਾ ਇੱਕ ਤਰ੍ਹਾਂ ਨਾਲ ਲੋਕ ਪੱਖੀ ਆਵਾਜ਼ ਨੂੰ ਵਿਖਾਉਣਾ, ਜਿੰਦਾ ਇੱਕ ਤਰ੍ਹਾਂ ਨਾਲ ਉਹਨੇ ਛੱਡ ਹੀ ਦਿੱਤਾ ਸੀ। ਇਸ ਤਰ੍ਹਾਂ 3 ਮੁਹਾਜ਼ ਨੇ ਜਿਨ੍ਹਾਂ ਤੇ ਇਸ ਵੇਲੇ ਜਿਹੜੇ ਸਾਡੇ ਲੋਕ ਨੇ, ਭਾਰਤੀ ਲੋਕ ਨੇ, ਜਿਹੜੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਲੜਾਈ ਲੜ ਰਹੇ ਆ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਇਹ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਇਹ ਪੂੰਜੀਵਾਦ ਦੇ ਖਿਲਾਫ ਪਹਿਲਾ ਵੱਡਾ ਅੰਦੋਲਨ ਹੈ ਜਿਹੜਾ ਜਿਨੇ ਇੱਕ ਤਰ੍ਹਾਂ ਨਾਲ ਲੋਕਾਂ ਦਾ ਧਿਆਨ, ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਤੇ ਜਿਹੜੀ ਬਰਾੜ ਸਾਹਿਬ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਉਹਦੇ ਬਹੁਤ ਸਾਰੇ ਜਿਹੜੇ ਸਾਡੇ ਸਮਾਜ ਦੇ ਵਿੱਚ ਚੰਗੇ ਪੱਖ ਸੀ, ਮਾੜੇ ਪੱਖ ਸੀ, ਉਹਨਾਂ ਨੂੰ ਅਸੀਂ ਛੱਡ ਕੇ ਤੇ ਇੱਕ ਹੋ ਕੇ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਲੋਕਾਂ ਤੱਕ ਪਹੁੰਚੇ ਆ। ਬਹੁਤ ਚੰਗੀ ਗੱਲ ਹੈ। ਪਰ ਪਲਾਹੀ ਸਾਹਿਬ, ਮੈਂ ਦੱਸਣਾ ਚਾਹਣਾ ਕਿ ਮੈਂ ਕੁਝ ਦਿਨ ਉੱਥੇ ਰਹਿ ਕੇ ਆਇਆ, ਉੱਥੇ ਵੀ ਮੈਂ ਇਹ ਗੱਲਾਂ ਮਹਿਸੂਸ ਕੀਤੀਆਂ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਟਰਾਲੀਆਂ, ਟਰੈਕਟਰਾਂ ਨੂੰ ਅਲੱਗ ਕਰਕੇ ਟਰਾਲੀਆਂ ਤੋਂ ਉਹਨਾਂ ਨੇ ਖਾਸ ਤੌਰ ਤੇ ਟਰੈਕਟਰਾਂ ਦੇ ਉੱਪਰ ਵੱਡੇ ਵੱਡੇ ਡਿੱਕ ਲਾ ਕੇ, ਉੱਚੀ ਗਾਣੇ ਲਾ ਕੇ, ਭੰਗੜਾ ਪਾ ਕੇ, ਤੇ ਉਹ ਸਾਰਾ ਕੁਝ ਜਿਹੜਾ ਨਾ ਉਹ ਵਿੱਚ ਅੱਗੇ ਤੱਕ ਜਾਂਦੇ ਆ, ਪਿੱਛੇ ਆਉਂਦੇ ਆ, ਸਟੇਜ ਤੱਕ ਜਾਂਦੇ ਆ, ਸਾਰਾ ਕੁਝ। ਮੈਂ ਕਈ ਕਿਸਾਨ ਆਗੂਆਂ ਨਾਲ ਗੱਲ ਵੀ ਕੀਤੀ ਕਿ ਤੁਹਾਡੇ ਲਈ ਸਭ ਤੋਂ ਇੱਥੇ ਸੌਖੀ ਗੱਲ ਕੀ ਹੈ ਤੇ ਸਭ ਤੋਂ ਔਖੀ ਗੱਲ ਕੀ ਹੈ। ਤੇ ਉਹ ਕਹਿੰਦੇ ਕਿ ਸਭ ਤੋਂ ਔਖਾ ਇਸ ਵੇਲੇ ਸਾਡੇ ਲਈ ਇਹ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਧਰਮੇ ਵਿੱਚ, ਧੀਰਜ ਵਿੱਚ ਤੇ ਕੰਟਰੋਲ ਵਿੱਚ ਕਿਵੇਂ ਰੱਖਣਾ ਹੈ। ਸੋ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਘਟਨਾਵਾਂ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਕਰਦੇ ਆ ਨਾ, ਉਹ ਸਭ ਤੋਂ ਵੱਡੀ ਮੁਸੀਬਤ ਬਣੀ ਹੋਈ ਹੈ ਇਸ ਵੇਲੇ। ਸੋ ਮੈਂ ਇਸ ਮੰਚ ਦੇ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਡੇ ਨੌਜਵਾਨਾਂ ਨੂੰ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਜਿੱਥੇ ਪੰਜਾਬ ਇੰਨੀ ਵੱਡੀ ਲੜਾਈ ਲੜ ਰਿਹਾ, ਬਲਕਿ ਭਾਰਤ ਦੇ ਲੋਕ ਕਵਾਂਗੇ ਇੰਨੀ ਵੱਡੀ ਲੜਾਈ ਲੜ ਰਿਹਾ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ, ਮੁਸ਼ਕਲ ਨਾ ਹੋਵੇ। ਉਹਦੇ ਲਈ ਸਾਨੂੰ ਜਿਹੜੇ ਸਾਡੇ ਜਿਹੜੇ ਆਗੂ ਹੈਗੇ ਆ ਉਹਨਾਂ ਨੂੰ ਸਹਿਯੋਗ ਕਰਨ ਦੀ ਲੋੜ ਹੈਗੀ ਹੈ। ਜੀ 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 ਤਾਈ ਜੀ, ਗੱਲ ਖਤਮ ਹੋ ਗਈ ਜੀ ਉਹਨਾਂ ਦੀ। ਮਿਹਰਬਾਨੀ ਜੀ। ਮੈਂ ਬੇਨਤੀ ਕਰਾਂਗਾ ਬਰਿੰਦਰ ਸ਼ਰਮਾ ਜੀ ਹੋਰਾਂ ਨੂੰ, ਸਾਡੇ ਸਤਿਕਾਰਯੋਗ MP ਸਾਹਿਬ, ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ। ਬਰਤਾਨੀਆ ਤੋਂ ਬਰਿੰਦਰ ਸ਼ਰਮਾ ਜੀ। ਬਹੁਤ ਬਹੁਤ ਧੰਨਵਾਦ ਪਲਾਹੀ ਸਾਹਿਬ, ਤੇ ਇੱਕ ਵਾਰ ਫਿਰ ਵਾਪਸ ਤੁਹਾਡੇ ਨਾਲ ਜੁੜਨੇ ਦਾ ਮੌਕਾ ਦੇਣ ਲਈ ਮੈਂ ਪਹਿਲਾਂ ਤਾਂ ਵਧਾਈ ਦਿੰਦਾ ਡਾਕਟਰ ਸਾਹਿਬ ਨੂੰ, ਬਰਾੜ ਸਾਹਿਬ ਨੂੰ, ਕਿ ਉਹਨਾਂ ਨੇ ਜਿਹੜੇ ਢੰਗ ਦੇ ਨਾਲ ਸਿਚੁਏਸ਼ਨ ਦੇ ਐਨਾਲਿਸਿਸ ਕੀਤੇ ਨੇ, ਦਾ ਡਿਵੈਲਪਮੈਂਟ ਲੈ ਕੇ ਆਏ ਆ ਪ੍ਰੈਜ਼ੈਂਟ ਸਿਚੁਏਸ਼ਨ ਦੀ, ਉਹਦੇ ਲਈ ਬਹੁਤ ਬਹੁਤ ਵਧਾਈ। ਮੈਂ ਇੱਕ ਡਾਕਟਰ ਸਾਹਿਬ ਮਾੜੀ ਜੇ ਮੈਂ ਇੰਟਰੋਡਕਸ਼ਨ ਇਹ ਦੇਣੀ ਹੈ ਕਿ ਮੈਂ ਬ੍ਰਿਟਨ ਦਾ ਇੱਕ ਪੋਲੀਟੀਕਲ ਐਕਟਿਵਿਸਟ ਹਾਂ, ਪ੍ਰੋਗਰੈਸਿਵ ਧਾਰਾ ਦੇ ਨਾਲ ਜੁੜਿਆ ਹੋਇਆ ਪਿਛਲੇ 50 ਸਾਲਾਂ ਤੋਂ। ਇਸ ਕਰਕੇ ਮੈਂ ਜਿਹੜੀ ਸਿਚੁਏਸ਼ਨ ਨੂੰ ਇੱਕ ਡੈਮੋਕ੍ਰੈਟਿਕ, ਸੋਸ਼ਲਿਸਟ ਤੇ ਪਾਰਲੀਮੈਂਟਰੀ ਢਾਂਚੇ ਦੇ ਨਾਲ ਦੇਖਣਾ ਚਾਹੁੰਦਾ। ਜਿਹੜੀ ਕਦਰਾਂ ਕੀਮਤਾਂ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀਆਂ ਅਸੀਂ ਵੀ ਉਹਦੇ ਵਿੱਚ ਪੈਦਾ ਹੋਏ ਹਾਂ, ਉਹਦੇ ਧਾਰਨੀ ਵੀ ਆ, ਉਹ ਇੱਕ ਮੌਕੇ ਦੇ ਹਿਸਾਬ ਦੇ ਨਾਲ ਕੀ ਉੱਥੇ ਦੀ ਇਕਨੋਮਿਕ, ਸੋਸ਼ਲ ਤੇ ਪੋਲੀਟੀਕਲ ਸਿਚੁਏਸ਼ਨ ਹੈ, ਉਹਦੇ ਨਾਲ ਡਿਵੈਲਪ ਹੁੰਦੀਆਂ। ਅੱਜ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਪਾਰਲੀਮੈਂਟਰੀ ਸਿਸਟਮ ਹੈ, ਡੈਮੋਕ੍ਰੇਸੀ ਦਾ ਸਿਸਟਮ ਹੈ। ਮੇਰਾ ਸਵਾਲ ਸਿਰਫ ਇੰਨਾ ਹੈ ਕਿ ਕੀ ਤੁਸੀਂ ਸਮਝਦੇ ਆ ਕਿ ਇਹ ਜਿਹੜਾ ਅੱਜ ਦਾ ਫਾਰਮਰਸ ਦਾ ਪ੍ਰੋਟੈਸਟ ਹੈ, ਜਿਸ ਢੰਗ ਦੇ ਨਾਲ ਡਿਵੈਲਪ ਹੋ ਗਿਆ, ਇਹ ਪਾਰਲੀਮੈਂਟਰੀ ਕਦਰਾਂ ਕੀਮਤਾਂ ਨੂੰ ਥੱਲੇ ਜਾਂ ਡੈਮੋਕ੍ਰੈਟਿਕ ਸਿਸਟਮ ਨੂੰ ਹਟਾਉਣ ਦੀ ਇੱਕ ਲਹਿਰ ਤਾਂ ਨਹੀਂ ਤੁਰੀ? ਕੀ ਅਸੀਂ ਵਾਪਿਸ ਉਹ ਡਾਇਲੋਗ, ਡੈਮੋਕ੍ਰੈਟਿਕ ਗੱਲਬਾਤ ਦੇ ਨਾਲ ਇਹਦਾ ਹੱਲ ਲੱਭ ਸਕਾਂਗੇ? ਕਿ ਦੋਨੇ ਪਾਰਟੀਆਂ, ਜਿਹਦੇ ਵਿੱਚ ਮੈਂ ਜਿਹੜੀ ਮੇਰੀ ਲੈਟਰ ਗਈ ਹੈ ਜਾਂ ਮੇਰੀ ਸਟੇਟਮੈਂਟਸ ਹੈ, ਉਹ ਡਾਇਲੋਗ ਤੇ ਡਿਪੈਂਡ ਹੈ। ਮੈਂ ਕਹਿੰਦਾ ਕਿ ਸਰਕਾਰ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਕਿਸਾਨਾਂ ਦੇ ਨਾਲ ਗੱਲਬਾਤ ਦਾ ਮਾਹੌਲ ਪੈਦਾ ਕਰਨੇ ਦੀ। ਕਿਸਾਨਾਂ ਦੀ ਏਡੀ ਵੱਡੀ ਜ਼ਿੰਮੇਵਾਰੀ ਨਹੀਂ ਬਣਦੀ ਕਿਉਂਕਿ ਪਾਵਰ ਦੇ ਵਿੱਚ ਸਰਕਾਰ। ਮੇਰਾ ਸਿਰਫ ਇਹ ਸਵਾਲ ਹੈ ਕਿ ਕੀ ਤੁਸੀਂ ਸਮਝਦੇ ਹੋ ਇਹਦੇ ਨਾਲ ਜਿਹੜੀਆਂ ਪਾਰਲੀਮੈਂਟਰੀ ਕਦਰਾਂ ਕੀਮਤਾਂ ਆ, ਅੱਜ ਦਾ ਜਿਹੜਾ ਡੈਮੋਕ੍ਰੈਟਿਕ ਯੁੱਗ ਹੈ, ਉਹਦੇ ਵਿੱਚ ਇਹਦੇ ਨਾਲ ਕੋਈ ਫਾਇਦਾ ਹੋਏਗਾ ਕਿ ਇਹਦੇ ਕਿਤੇ ਕੋਈ ਐਸੀ ਸ਼ੰਕਾ ਕਿ ਉਹ ਜਿਹੜਾ ਸਿਸਟਮ ਆ ਉਹਨੂੰ ਕੋਈ ਧਾਰ ਨਾ ਲੱਗ ਜਾਵੇ? ਇਸ ਕਰਕੇ ਮੇਰਾ ਇਹੀ ਸਵਾਲ ਹੈ। ਮੈਂ ਬਾਕੀ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਹੜਾ ਤੁਸੀਂ ਵਿਸ਼ਲੇਸ਼ਣ ਕੀਤਾ ਉਹਦੇ ਲਈ ਮੈਂ ਬਹੁਤ ਤੁਹਾਡਾ ਆਭਾਰੀ ਹਾਂ। ਥੈਂਕ ਯੂ।
ਬਹੁਤ ਮਿਹਰਬਾਨੀ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਜੰਪਲ ਬਰਿੰਦਰ ਸ਼ਰਮਾ ਜੀ 6 ਵਾਰ ਬਰਤਾਨੀਆ ਦੇ ਵਿੱਚ MP ਬਣੇ ਨੇ ਔਰ ਕਿਸਾਨ ਮੂਵਮੈਂਟ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਇੱਕ ਗਰੁੱਪ ਜੋ ਹੈ 35-40 MPs ਦਾ ਬਕਾਇਦਾ ਚਿੱਠੀ ਲਿਖ ਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਡਾਇਲੌਗ ਰਾਹੀਂ ਹੱਲ ਕੀਤਾ ਜਾਏ। ਅਸੀਂ ਸ਼ਰਮਾ ਜੀ ਦੇ ਬੜੇ ਧੰਨਵਾਦੀ ਹਾਂ। ਪੰਜਾਬ ਨਿਵਾਸੀ ਕੇਰ ਸ਼ਰੀਫ ਜੀ ਹੁਣੀ ਹੁਣ ਗੱਲ ਕਰਨਗੇ, ਉਹਨਾਂ ਤੋਂ ਉਪਰੰਤ ਸੁਰਿੰਦਰ ਮਚਾਕੀ ਜੀ ਹੁਣੀ ਗੱਲ ਕਰਨਗੇ, GS ਗੁਰਦਿੱਤ ਜੀ, ਰਵਿੰਦਰ ਸਹਿਰਾ ਜੀ, SL ਵਿਰਦੀ ਜੀ ਸਾਡੇ ਦਰਮਿਆਨ ਜੁੜੇ ਨੇ, ਉਹਨਾਂ ਦਾ ਵੀ ਮੈਂ ਸਵਾਗਤ ਕਰਦਾ। ਸਾਡੇ ਦਰਮਿਆਨ ਐਡਵੋਕੇਟ ਦਰਸ਼ਨ ਸਿੰਘ ਰਿਆੜ ਜੁੜੇ ਹੋਏ ਨੇ, ਗੁਰਲਾਲ ਸਿੰਘ ਮਾਨ ਵੀ ਜੁੜੇ ਨੇ, ਇਹਨਾਂ ਨੂੰ ਵੀ ਮੈਂ ਮੌਕਾ ਦਿਆਂਗਾ ਆਉਣ ਵਾਲੇ ਸਮੇਂ ਦੇ ਵਿੱਚ। ਕੇਰ ਸ਼ਰੀਫ ਜੀ ਜਰਮਨ ਤੋਂ ਗੱਲ ਕਰਨਗੇ ਜੀ। ਪਹਿਲਾਂ ਤਾਂ ਸਾਰਿਆਂ ਨੂੰ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬੀਬੀਆਂ ਨੂੰ। ਤੇ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ, ਬਰਾੜ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ। ਉਹ ਗੱਲਾਂ ਜਿਹੜੀਆਂ ਸੱਭਿਆਚਾਰ ਦੇ ਅਧੀਨ ਆਉਂਦੀਆਂ ਜਾਂ ਉਹਦੇ ਉਸ ਖੇਤਰ 'ਚ ਕਰੀਆਂ ਜਾਂਦੀਆਂ ਹਨ। ਅੱਜ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੋਈ ਹੈ ਅਜੇ ਤੱਕ, ਉਹ ਸਾਡੀ ਸਾਂਝ, ਜਿਹਨੂੰ ਅਸੀਂ ਮਜ਼ਦੂਰਾਂ 'ਚ, ਖੇਤ ਮਜ਼ਦੂਰਾਂ 'ਚ, ਕਿਸਾਨਾਂ 'ਚ, ਜੱਟਵਾਦ, ਬ੍ਰਾਹਮਣਵਾਦ, ਦੂਜੇ ਤੀਜੇ, ਉਹ ਸਾਰੀ ਟੁੱਟੀ ਹੈ। ਦੂਜੀ ਗੱਲ ਕਿ ਪਹਿਲਾ ਐਸਾ ਘੋਲ ਹੈ ਜਿਹਦੇ 'ਚ ਕਿਸਾਨ ਦਾ ਜਿਹੜਾ ਵਿਰੋਧੀ ਰਿਹਾ ਆੜਤੀਆ ਵੀ ਉਹਨਾਂ ਦੇ ਨਾਲ ਬੈਠਾ ਹੈ, ਮਜ਼ਦੂਰ ਵੀ ਉਹਨਾਂ ਦੇ ਨਾਲ ਬੈਠਾ ਹੈ। ਪਰ ਜਿਹੜੀ ਸਭ ਤੋਂ ਵਧੀਆ ਵੱਡੀ ਗੱਲ ਸੋਚਣ ਵਾਲੀ ਹੈ ਕਿ ਕਾਰਪੋਰੇਟ ਦਾ ਹੱਲਾ ਹੈ। ਪਹਿਲਾਂ ਈਸਟ ਇੰਡੀਆ ਕੰਪਨੀ ਆਈ ਸੀਗੀ, ਇਹ ਉਹਦਾ ਹੀ ਰੂਪ ਹੈ ਕਾਰਪੋਰੇਟ। ਉਦੋਂ ਰਾਜਿਆਂ ਮਹਾਰਾਜਿਆਂ ਨੇ ਦਲਾਲੀ ਕੀਤੀ ਸੀਗੀ। ਅੱਜ ਅਫਸੋਸ ਇਸ ਗੱਲ ਦਾ ਹੈ ਕਿ ਚੁਣੀ ਹੋਈ ਸਰਕਾਰ ਉਸ ਕਾਰਪੋਰੇਟ ਦੀ ਦਲਾਲੀ ਕਰਦੀ ਹੈ, ਜਿਹਦੇ ਕਾਰਪੋਰੇਟ ਨੇ ਜਿਸ ਕਾਰਪੋਰੇਟ ਨੂੰ ਬਹੁ ਕੌਮੀ ਕੰਪਨੀਆਂ ਜਿਹੜੀਆਂ ਕੌਮਾਂਤਰੀ ਪੱਧਰ ਤੇ ਕੰਮ ਕਰਦੀਆਂ, ਉਹਨਾਂ ਦੀ ਹਿੱਸੇਦਾਰੀ ਹੈ। ਸਭ ਤੋਂ ਵੱਡੀ ਗੱਲ, ਔਰਤਾਂ, ਨੌਜਵਾਨ, ਇਹਨਾਂ ਦੀ ਜਿਹੜੀ ਸ਼ਮੂਲੀਅਤ ਹੋਈ ਹੈ, ਇਹ ਬਹੁਤ ਹੀ ਸਲਾਹੁਣਯੋਗ ਹੈ। ਹੁਣ ਤੱਕ ਅਸੀਂ ਜਾਂ ਤਾਂ ਦੇਖਦੇ ਸੀਗੇ ਕਿ ਮੁਜ਼ਾਹਰਾ ਲਹਿਰ ਹੋਈ ਹੈ ਜੀ ਸਾਡੇ, ਜਾਂ ਫਿਰ ਖੁਸ਼ਹਸਤੀ ਮੋਰਚੇ ਦੀ ਗੱਲ ਕਰਦੇ ਸਾਂ। ਪਰ ਅੱਜ ਜਿਹੜੀ ਇਸ ਮੋਰਚੇ ਦੀ ਗੱਲ ਹੈ, ਉਹ ਨੈਸ਼ਨਲ ਪੱਧਰ ਤੇ ਨਹੀਂ ਹੋ ਰਹੀ, ਉਹ ਕੌਮਾਂਤਰੀ ਪੱਧਰ ਤੇ ਹੋ ਰਹੀ ਹੈ, ਜਿਹਨੂੰ ਬਾਬਾ ਬੁੱਲੇ ਸ਼ਾਹ ਨੂੰ ਜੇ ਆਪਾਂ ਕਰੀਏ ਤੇ ਬਾਬਾ ਛਿੰਝ ਪਈ ਦਰਬਾਰ, ਖਲਕ ਤਮਾਸ਼ੇ ਆਈ ਯਾਰ। ਇਹ ਖਲਕ ਤਮਾਸ਼ਾ ਜਿਹੜਾ ਹੋ ਰਿਹਾ, ਇਹ ਦਰਬਾਰ 'ਚ ਪੈ ਰਿਹਾ। ਅੱਜ ਦਿੱਲੀ ਦੀਆਂ ਬਰੂਹਾਂ ਤੇ ਇਹ ਸਾਰੇ ਜਾ ਕੇ ਬੈਠੇ ਹੈ ਤੇ ਅੱਜ ਵੀ ਧੜੇ ਜਿਹੜੇ ਬਣ ਗਏ ਆ ਔਰ ਵਧੀਆ ਬਣੇ ਆ। ਅੱਜ ਕਿਸਾਨਾਂ ਨੇ ਇਹ ਦੱਸ ਦਿੱਤਾ ਕਿ ਨਾ ਤਾਂ ਉਹ ਸੂਝ-ਵਿਹੂਣੇ ਹੈ ਤੇ ਨਾ ਇਹ ਹੈ ਕਿ ਉਹ ਮਸਲਿਆਂ ਨੂੰ ਸਮਝਦੇ ਨਹੀਂ। ਇਹੀ ਮੋਦੀ ਮੀਡੀਆ ਜਾਂ ਗੋਦੀ ਮੀਡੀਆ ਕਹਿ ਰਿਹਾ ਨਾ ਕਿ ਕਿਸਾਨਾਂ ਨੂੰ ਕੀ ਪਤਾ ਜੀ। ਅੱਜ ਕਿਸਾਨ ਉਨਾ ਹੀ ਹਾਈਟੈਕ ਹੈ ਜਿੰਨੀ ਸਰਕਾਰ ਹੈ। ਅੱਜ ਦੇ ਜਿਹੜੇ ਉੱਥੇ ਬਦਲੇ ਗਏ ਆ, ਪੱਤਰਕਾਰੀ ਦੇ ਸੁਭਾਅ ਬਦਲਿਆ ਤੇ ਉਹਨਾਂ ਨੇ ਟਰਾਲੀ ਟਾਈਮਸ ਕੱਢ ਲਿਆ, ਹੋਰ ਵੀ ਮੇਰਾ ਖਿਆਲ ਇੱਕ ਅਖਬਾਰ ਮੈਂ ਦੇਖਿਆ ਕੋਈ, ਉਹ ਵੀ ਕੱਢ ਲਿਆ। ਤੇ ਜਿਹੜਾ ਸੋਸ਼ਲ ਮੀਡੀਆ ਹੈ, ਇਹਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ। ਸਾਨੂੰ ਇਹ ਤੇ ਆਸ ਰੱਖਣੀ ਚਾਹੀਦੀ ਹੈ ਕਿ ਇਸੇ ਕਰਕੇ ਅਗਲੇ ਸਮੇਂ 'ਚ ਸੋਸ਼ਲ ਮੀਡੀਆ ਬਾਰੇ ਵੀ ਕਾਨੂੰਨ ਬਣਨਗੇ ਕਿ ਇਹਨਾਂ ਤੇ ਪਾਬੰਦੀਆਂ ਲਾਈਆਂ ਜਾਣ ਕਿ ਇਹ ਲੋਕਾਂ ਨੂੰ ਅਸਲੀ ਗੱਲ ਸਮਝਾਉਂਦੇ ਹੈ ਤੇ ਦੱਸਦੇ ਆ ਤੇ ਲੋਕ ਸੁਣਦੇ ਆ। ਇਸ ਕਰਕੇ ਜ਼ਰੂਰੀ ਹੈ ਅਸੀਂ ਜਿਹੜੇ ਬਾਹਰ ਬੈਠੇ ਆ, ਸਾਨੂੰ ਫਿਕਰ ਆਪਣੀ ਜੰਮਣ ਭੋਏ ਦਾ ਹੈ ਤੇ ਉਹਨਾਂ ਲੋਕਾਂ ਨਾਲ, ਆਪਣੇ ਮਾਪਿਆਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ। ਅਸੀਂ ਤਾਂ ਇਸ ਕਰਕੇ ਇਹੀ ਚਾਹੁੰਦੇ ਹਾਂ ਕਿ ਇਹ ਸੱਭਿਆਚਾਰ ਜਿਹੜਾ ਨਵਾਂ ਪਣਪ ਰਿਹਾ ਹੈ, ਸਾਂਝੀ ਵਾਲਤਾ ਵਧੀਆ ਹੈ, ਅੱਜ ਉਹ ਸਾਂਝੀ ਵਾਲਤਾ ਕਾਇਮ ਰਹੇ। ਅਗਲਿਆਂ ਦਿਨਾਂ 'ਚ ਪਿੰਡਾਂ 'ਚ ਕੋਈ ਝਗੜੇ ਨਾ ਹੋਣ। ਜਦੋਂ ਬਜਾਈ ਆਉਂਦੀ ਹੈ, ਜਦੋਂ ਕੋਈ ਵੀ ਗੱਲ ਦਿਹਾੜੀ ਦੀ ਆਉਂਦੀ ਹੈ, ਉਹ ਸਾਰੇ ਬੈਰੀਅਰ ਮੇਰਾ ਖਿਆਲ ਹੌਲੀ ਹੌਲੀ ਟੁੱਟਣਗੇ। ਕਿਸਾਨ ਮਜ਼ਦੂਰ ਦੀ ਏਕਤਾ ਵਧੇਗੀ। ਅਗਲਿਆਂ ਦਿਨਾਂ 'ਚ ਇੱਕ ਕਿਸਾਨ ਘੋਲ ਮੁੱਕ ਲੈਣ ਦਿਓ, ਮਜ਼ਦੂਰਾਂ ਦਾ ਘੋਲ ਚੱਲਣ ਵਾਲਾ ਹੀ ਹੈ, ਕਿਉਂਕਿ ਉਹਨਾਂ ਨੂੰ ਬਥੇਰਾ ਜੋ ਉਹ ਮੋੜ ਕੇ 1886 ਤੇ ਲਿਜਾ ਰਹੇ ਆ, 8 ਘੰਟੇ ਦੀ 12 ਘੰਟੇ ਦੀ ਦਿਹਾੜੀ ਕਰਨ ਜਾ ਰਹੇ ਆ, ਇਹ ਘੋਲ ਵੀ ਆਉਣੇ ਵਾਲਾ ਹੀ ਹੈ। ਅੱਜ ਦਾ ਜਿਹੜਾ ਸੱਭਿਆਚਾਰਕ ਤੌਰ ਤੇ ਜਿਹੜਾ ਪੇਸ਼ ਕੀਤਾ ਬਰਾੜ ਉਹਨਾਂ ਨੇ, ਉਹ ਬਹੁਤ ਵਧੀਆ ਹੈ ਤੇ ਸਾਨੂੰ ਆਸ ਬਣਾਉਂਦਾ ਹੈ ਕਿ ਅਸੀਂ ਉਸ ਸਾਂਝੀ ਵਾਲਤਾ ਨੂੰ ਮੁੜ ਕੇ ਕਾਇਮ ਕਰਨ ਦੇ ਯਤਨਾਂ 'ਚ ਤੇ ਇਹ ਕਾਇਮ ਹੋਵੇਗਾ। ਧੰਨਵਾਦ ਜੀ। ਬਹੁਤ ਮਿਹਰਬਾਨੀ। ਹੁਣ ਸਾਡੇ ਨਾਲ ਸੁਰਿੰਦਰ ਮਚਾਕੀ ਜੀ ਗੱਲ ਕਰਨਗੇ। ਸਾਡੇ ਦਰਮਿਆਨ ਜਗਦੀਪ ਕਾਲੂ ਜੀ ਜੁੜੇ ਨੇ, ਗੁਰਦੀਪ ਬੰਗੜ ਜੀ UK ਤੋਂ ਜੁੜੇ ਹੋਏ ਨੇ, ਰਵਿੰਦਰ ਸਹਿਰਾ ਜੀ USA ਤੋਂ ਜੁੜੇ ਹੋਏ ਨੇ, GS ਗੁਰਦਿੱਤ ਜੀ ਔਰ ਦੀਦਾਰ ਛੇਤਰਾ ਸਾਡੇ ਕੈਸ਼ੀਅਰ ਸਾਹਿਬ, ਸੀਤਲ ਬੰਗਾ ਜੀ ਔਰ ਮਨਦੀਪ ਸਿੰਘ ਜੀ ਫਗਵਾੜਾ ਤੋਂ।
ਸੋ ਮੈਂ ਬੇਨਤੀ ਕਰਾਂਗਾ ਸੁਰਿੰਦਰ ਮਚਾਕੀ ਜੀ ਹੋਰਾਂ ਨੂੰ ਕਿ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨ, ਉਪਰੰਤ GS ਗੁਰਦਿੱਤ ਆਪਣੀ ਗੱਲ ਕਰਨਗੇ। ਸਤਿ ਸ੍ਰੀ ਅਕਾਲ ਪਲਾਹੀ ਸਾਹਿਬ, ਮੇਰੀ ਆਵਾਜ਼ ਪਹੁੰਚ ਰਹੀ ਹੈ? ਜੀ ਪਹੁੰਚ ਰਹੀ, ਬਿਲਕੁਲ ਪਹੁੰਚ ਰਹੀ ਜੀ। ਪਲਾਹੀ ਸਾਹਿਬ ਤੇ ਵੈਬਿਨਾਰ 'ਚ ਜੁੜੇ ਹੋਏ ਸਾਰੇ ਵਿਦਵਾਨ ਦੋਸਤਾਂ ਨੂੰ ਮੇਰਾ ਨਮਸਕਾਰ ਆਦਾਬ ਅਰਜ਼ੇ। ਦੋਸਤੋ, ਬਰਾੜ ਹੋਰਾਂ ਨੇ ਜੋ ਧਾਰਨਾਵਾਂ ਪੇਸ਼ ਕੀਤੀਆਂ ਨੇ, ਮੁੱਖ ਰੂਪ ਦੇ ਵਿੱਚ ਉਹਨਾਂ ਨਾਲ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ। ਦੂਸਰੀ ਗੱਲ, ਮੈਂ ਜੋ ਮਹਿਸੂਸ ਕਰ ਰਿਹਾ, ਜੋ ਸਾਡੇ ਹਿੰਦੁਸਤਾਨ ਦਾ ਖਾਸਾ ਹੈ, ਉਹ ਮੁੱਖ ਰੂਪ ਦੇ ਵਿੱਚ ਦੋ ਤਰ੍ਹਾਂ ਦਾ ਵੰਡ ਦੇਖੀ ਜਾ ਸਕਦੀ ਹੈ। ਇੱਕ ਫਿਰਕਿਆਂ ਦੀ ਵੰਡ, ਦੂਜੀ ਆਰਥਿਕ ਤੌਰ ਤੇ ਵੰਡ। ਫਿਰਕਿਆਂ ਦੀ ਵੰਡ ਦੇ ਆਧਾਰ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ BJP ਤੇ RSS ਨੇ ਇੱਕ ਨਵੀਂ ਪਾਲਾਬੰਦੀ ਕੀਤੀ ਔਰ ਜਿਹਦਾ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਲਾਹਾ ਵੀ ਮਿਲਿਆ, ਔਰ ਉਹਨਾਂ ਨੇ ਇੱਕ ਸੱਭਿਆਚਾਰ ਦੇ ਵਿੱਚ ਫਿਰਕਾਦਾਰਾਂ ਦਾ ਅੰਸ਼ ਨੂੰ ਵਧਾਇਆ। ਦੂਜੇ ਪਾਸੇ ਆਰਥਿਕ ਤੌਰ ਤੇ ਜਿਹੜੀ ਪਾਲਾਬੰਦੀ ਪਿਛਲੇ ਸਮੇਂ 'ਚ ਮਜ਼ਬੂਤ ਨਹੀਂ ਹੋ ਸਕੀ ਸੀ। ਹਾਲਾਂਕਿ BJP ਤੇ RSS ਦੀ ਜਿਹੜੀ ਫਿਰਕਾਦਾਰਾਂ ਪਾਲਾਬੰਦੀ ਹੈ, ਉਹਦਾ ਜਵਾਬ ਆਰਥਿਕ ਪਾਲਾਬੰਦੀ ਨੂੰ ਬਣਨਾ ਚਾਹੀਦਾ ਸੀ। ਮੈਂ ਮਹਿਸੂਸ ਕਰਦਾ ਕਿ ਕਿਸਾਨ ਅੰਦੋਲਨ ਨੇ ਉਸ ਆਰਥਿਕ ਪਾਲਾਬੰਦੀ ਦਾ ਮੁਲਕ ਵਿਆਪੀ ਮੁੱਢ ਬਣ ਦਿੱਤਾ, ਜਿਹੜਾ ਸ਼ੁਭ ਸਗਨ ਹੈ। ਦੂਸਰੀ ਗੱਲ, ਜੋ ਸਾਡਾ ਪੋਲੀਟੀਕਲ ਤੇ ਸਾਡਾ ਇਕੋਨੋਮਿਕਲ ਕਲਚਰ ਹੈ, ਉਹਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਦੀਆਂ ਸੰਭਾਵਨਾਵਾਂ ਪੈਦਾ ਕਰਤੀਆਂ ਨੇ। ਮਸਲਨ ਤੌਰ ਤੇ ਪਿਛਲੇ ਸਮੇਂ 'ਚ ਅਸੀਂ ਰਾਜਨੀਤਿਕ ਤੌਰ ਤੇ ਜਦੋਂ ਜ਼ਿਕਰ ਕਰਦੇ ਹਾਂ, ਜਦੋਂ ਰਾਜਨੀਤਿਕ ਸੱਭਿਆਚਾਰ ਦੀ ਗੱਲ ਕਰਦੇ ਆ, ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਡੈਮੋਕ੍ਰੇਸੀ, ਜਮਹੂਰੀਅਤ ਡਾਇਲੋਗ ਖਤਮ ਹੋ ਚੁੱਕਿਆ। ਵਿਅਕਤੀਵਾਦ ਤੇ ਪਰਿਵਾਰਵਾਦ ਦਾ ਬੋਲਬਾਲਾ ਹੋਇਆ। ਪਰ ਜੋ ਇੱਥੇ ਹੁਣ ਨਵਾਂ ਇੱਕ ਸਿਨੈਰੀਓ ਪੇਸ਼ ਹੋਇਆ ਆਪਣਾ ਕਿਸਾਨ ਅੰਦੋਲਨ ਦੇ ਵਿੱਚ, ਸਮੂਹਿਕ ਲੀਡਰਸ਼ਿਪ, ਸਮੂਹਿਕ ਡਾਇਲਾਗ ਦਾ ਕਨਸੈਪਟ ਪੈਦਾ ਹੋਇਆ। ਤੇ ਅਗਲੀ ਗੱਲ ਇਹਦੇ ਨਾਲ ਇਹ ਜੁੜਦੀ ਹੈ ਕਿ ਜੋ ਪੋਲੀਟੀਕਲ ਸਿਸਟਮ ਨੇ ਪਿਛਲੇ ਸਮੇਂ 'ਚ ਏਜੰਡਾ ਪੰਜਾਬ ਦਾ ਸੈੱਟ ਕੀਤਾ ਸੀ, ਉਹ ਏਜੰਡੇ ਨੂੰ ਵਗਾਹ ਮਾਰ ਕੇ ਕਿਸਾਨ ਅੰਦੋਲਨ ਨੇ ਆਪਣਾ ਇੱਕ ਏਜੰਡਾ ਸੈੱਟ ਕੀਤਾ, ਔਰ ਜਿਹਦੀ ਆਉਣ ਵਾਲੇ ਸਮੇਂ 'ਚ ਪੋਲੀਟੀਕਲ ਪੰਜਾਬ ਦੇ ਵਿੱਚ ਬੜੀਆਂ ਤਬਦੀਲੀਆਂ ਬਣਨੀਆਂ ਨੇ। ਔਰ ਇਸ ਏਜੰਡੇ ਦੀ ਜਿਹੜੀ ਚਰਚਾ, ਉਹਨੇ ਪੰਜਾਬ ਦੀ ਪੋਲੀਟਿਕਸ ਨੂੰ ਵੀ ਨਵਾਂ ਮੁਹਾਂਦਰਾ ਤੇ ਮੁਹਾਵਰਾ ਦੇਣਾ ਅਸੀਂ 2022 ਦੇ ਚੋਣਾਂ ਵਿੱਚ ਦੇਖਾਂਗੇ। ਦੂਸਰੀ ਗੱਲ, ਆਰਥਿਕ ਪੱਧਰ ਦੇ ਉੱਤੇ ਜੋ ਇੱਕ ਨਵਾਂ ਇੱਕ ਡਾਇਲੋਗ ਦਿੱਤਾ ਹੈ, ਉਹ ਡਾਇਲੋਗ ਨੇ ਵੀ ਮੁਲਕ ਵਿਆਪੀ ਸੰਘਰਸ਼ ਦਾ ਬੰਨਣਾ ਹੈ। ਬਾਕੀ ਜੋ ਗੱਲਾਂ ਕੀਤੀਆਂ ਨੇ ਕਿ ਪੰਜਾਬ ਦੇ ਸਿਰ ਤੇ ਜੋ ਮੱਥੇ ਤੇ ਦਾਗ ਲੱਗੇ ਸੀ ਉਹ ਧੋਤੇ ਗਏ, ਜੋ ਪਿਛਲੇ ਸਮੇਂ 'ਚ ਮਾੜੇ ਪੱਖ ਸਾਹਮਣੇ ਲਿਆਂਦੇ ਗਏ ਸੀ ਉਹ ਵਗਾਹ ਮਾਰੇ। ਸਭ ਤੋਂ ਇੰਪੋਰਟੈਂਟ ਗੱਲ ਜਿੱਤੇ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਪਿਛਲੇ ਸਮੇਂ ਜੋ ਪੰਜਾਬ ਦੇ ਬਛਿੰਦਾ ਸੀ, ਉਹ ਮਾਨਸਿਕ ਤੌਰ ਤੇ ਆਪਣਿਆਂ ਨੂੰ ਹਾਰਿਆ ਹੁੱਟਿਆ ਮਹਿਸੂਸ ਕਰਦਾ ਸੀ, ਔਰ ਧਾਰਨਾ ਬਣਾ ਚੁੱਕਿਆ ਸੀ ਕਿ ਇਸ ਸਿਸਟਮ ਦੇ ਵਿੱਚ ਪੰਜਾਬ ਦੀ ਭਲਾਈ ਬਾਰੇ ਕੁਝ ਨਹੀਂ ਹੋ ਸਕਦਾ। ਪੰਜਾਬ ਢਹਿੰਦੀਆਂ ਕਲਾਂ ਵੱਲ ਜਾ ਰਿਹਾ। ਉਸ ਹਾਰੇ ਹੋਏ ਬੰਦੇ ਨੂੰ ਇਸ ਵੇਲੇ ਇਹਨਾਂ ਨੇ ਸੰਭਾਲ ਕੇ ਖੜਾ ਕਰਤਾ, ਔਰ ਲਲਕਾਰ ਬਣ ਕੇ ਪੰਜਾਬ ਦੀ ਬਣ ਕੇ ਉੱਭਰ ਰਿਹਾ, ਔਰ ਉਹ ਹਾਰਿਆ ਹੋਇਆ ਬੰਦਾ ਪੰਜਾਬ ਦਾ ਏਜੰਡਾ ਸੈੱਟ ਕਰ ਰਿਹਾ। ਇਹ ਪੰਜਾਬ ਦੇ ਸੱਭਿਆਚਾਰਕ ਧਰਾਤਲ ਦੇ ਵਿੱਚ ਬਹੁਤ ਮਹੱਤਵਪੂਰਨ ਤਬਦੀਲੀ ਹੈ, ਔਰ ਤਬਦੀਲੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਬਰਕਰਾਰ ਰਹਿੰਦੀ ਹੈ ਮੈਂ ਮਹਿਸੂਸ ਕਰਦਾ। ਬੇਸ਼ੱਕ 100% ਨਾ ਬਰਕਰਾਰ ਰਹੇ, ਫਿਰ ਵੀ 5, 10, 20% ਵੀ ਜੋ ਚੰਗੇ ਪੱਖ ਕਿਸਾਨ ਅੰਦੋਲਨ ਦੇ ਸਾਹਮਣੇ ਲਿਆਂਦੇ ਨੇ, ਸੱਭਿਆਚਾਰਕ ਤੌਰ ਦੇ ਉੱਤੇ, ਭਾਈਚਾਰਕ ਤੌਰ ਦੇ ਉੱਤੇ, ਜੈਂਡਰ ਬਰਾਬਰੀ ਦੇ ਤੌਰ ਦੇ ਉੱਤੇ, ਨੌਜਵਾਨਾਂ ਦੇ ਹਵਾਲੇ ਨਾਲ ਤਬਦੀਲੀ ਦੇ ਤੌਰ ਦੇ ਉੱਤੇ, ਔਰ ਵੱਡੀ ਗੱਲ ਕਿ ਜੋ ਪੰਜਾਬ ਦਾ ਬੌਧਿਕ ਪੱਖ ਪਿਛਲੇ ਸਮੇਂ 'ਚ ਸਮਝਿਆ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਇੱਕ ਹੀ ਕਲਚਰ ਮਸ਼ਹੂਰ ਆ, ਉਹ ਐਗਰੀਕਲਚਰ, ਹੋਰ ਕਿਸੇ ਕਿਸਮ ਦੇ ਕਲਚਰ ਦੀ ਕੋਈ ਥਾਂ ਨਹੀਂ, ਉਹਨੂੰ ਝੂਠਿਆ ਸਾਬਤ ਕਰ ਦਿੱਤਾ ਕਿ ਪੰਜਾਬ ਸੱਭਿਆਚਾਰਕ ਫਰੰਟ ਦੇ ਉੱਤੇ ਵੀ ਆਪਣੀ ਵੱਖਰੀ ਪਛਾਣ, ਵੱਖਰਾ ਮੁਹਾਂਦਰਾ ਤੇ ਵੱਖਰੀ ਨੁਹਾਰ ਕਾਇਮ ਰੱਖਣ ਦਾ ਮਾਦਾ ਰੱਖਦਾ, ਨੂੰ ਅੱਗੇ ਵਧਾਉਣ ਦਾ ਮਾਦਾ ਰੱਖਦਾ। ਇਹ ਸਾਰਾ ਕਿਸਾਨ ਅੰਦੋਲਨ ਦੇ ਜਿਹੜਾ ਮਾਧਿਅਮ ਨਾਲ ਸਾਹਮਣੇ ਆਇਆ। ਔਰ ਪਿਛਲੇ ਸਮੇਂ 'ਚ ਜੇ ਅਸੀਂ ਪਿੱਛੇ ਹੋਰ ਝਾਤ ਮਾਰੀਏ ਤਾਂ ਪੰਜਾਬ ਦੇ ਜੋ ਬੌਧਿਕ ਹਲਕੇ ਨੇ, ਇੰਟੈਲੈਕਚੁਅਲ ਨੇ, ਬੁੱਧੀਮਾਨ ਨੇ, ਉਹਨਾਂ ਦੇ ਸਿਰ ਦੇ ਉੱਤੇ ਵੀ ਇਲਜ਼ਾਮ ਲੱਗਦਾ ਰਿਹਾ ਕਿ ਔਖਿਆਂ ਸਮਿਆਂ ਦੇ ਵਿੱਚ ਇਹ ਜਿਹੜੇ ਤਬਕੇ ਸੀ, ਇਹ ਮਹੱਤਵਪੂਰਨ ਭੂਮਿਕਾ ਪੰਜਾਬ ਦੇ ਵਿੱਚ ਆਪਣੀ ਨਿਭਾਉਣ ਦੀ ਬਜਾਏ
ਆਪਣੀਆਂ ਜਿਹੜੇ ਸੇਫਟੀ ਕਾਰਨਰਾਂ ਹੀ ਜਾ ਲੁਕੇ ਸੀ। ਅੱਜ ਉਹ ਬੌਧਿਕ ਹਲਕਿਆਂ ਨੇ ਆਪਣੀ ਭੂਮਿਕਾ ਪਛਾਣੀਆਂ ਔਰ ਖੁੱਲ ਕੇ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਇਆ। ਫਿਜ਼ੀਕਲੀ ਵੀ, ਕਲਮਾਂ ਦੇ ਰੂਪ ਦੇ ਵਿੱਚ ਵੀ, ਬੁਰਸ਼ ਦੇ ਰੂਪ ਦੇ ਵਿੱਚ। ਇੱਕ ਬਹੁਤ ਚੰਗਾ ਪੱਖ ਹੈ। ਮਿਹਰਬਾਨੀ ਸ਼ੁਕਰੀਆ ਜੀ, ਧੰਨਵਾਦ। ਮਿਹਰਬਾਨੀ ਸਰ, ਮਿਹਰਬਾਨੀ ਸਰ। ਕਿਉਂਕਿ ਸਮਾਂ ਸਾਡੇ ਕੋਲ ਸੀਮਤ ਹੈ, ਮੈਂ ਗੁਸਤਾਖੀ ਕੀਤੀ ਹੈ। ਸਾਡੇ ਦਰਮਿਆਨ ਰਵਿੰਦਰ ਚੋਟ ਜੀ ਵੀ ਜੁੜੇ ਹੋਏ ਨੇ। ਲਗਾਤਾਰ ਜੋ ਵੀ ਅਸੀਂ ਵੈਬੀਨਾਰ ਕਰਦੇ ਹਾਂ ਉਸ ਦੀ ਰਿਪੋਰਟਿੰਗ ਕਰਦੇ ਨੇ। ਬੰਸੋ ਦੇਵੀ ਜੀ ਵੀ ਫਗਵਾੜਾ ਤੋਂ ਜੁੜੇ ਹੋਏ ਨੇ। ਹੁਣ ਮੈਂ ਬੇਨਤੀ ਕਰਾਂਗਾ GS ਗੁਰਦਿੱਤ ਹੋਰਾਂ ਨੂੰ, ਉਪਰੰਤ ਜਗਦੀਪ ਕਾਹਲੋਂ ਗੱਲ ਕਰਨਗੇ 1-2 ਮਿੰਟ ਲਈ। GS ਗੁਰਦਿੱਤ ਜੀ। शुक्रिया जी, बहुत बहुत। मेरी आवाज आ रही जी? जी जी आ रही। शुक्रिया। मैं समझदा कि ਜਿਹੜਾ ਇਸ ਕਿਸਾਨ ਸੰਘਰਸ਼ ਨੇ ਜਿਹੜੇ ਕੁਝ ਨਵੇਂ ਮੁਹਾਵਰੇ ਸਿਰਜੇ ਆ, ਉਹਦੇ ਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਤਿਹਾਸ ਨਾਲ ਜੋੜ ਕੇ ਵੀ ਦੇਖਦੇ ਹਾਂ। ਜਿਵੇਂ ਕਿ ਮੈਂ ਸਮਝਦਾ ਕਿ ਜਦੋਂ ਆਪਾਂ ਸਿੱਖ ਮਿਸਲਾਂ ਦੀ ਗੱਲ ਕਰਦੇ ਹਾਂ ਤਾਂ 12 ਮਿਸਲਾਂ ਸੀ, ਪਰ ਉਹ ਸਾਰੀਆਂ ਦਲ ਖਾਲਸਾ ਦੇ ਅਧੀਨ ਕੰਮ ਕਰਦੀਆਂ ਸੀ। ਖਾਸ ਤੌਰ ਤੇ 11 ਤਾਂ ਜ਼ਰੂਰੀ ਕਰਦੀਆਂ ਸੀ। ਤਾਂ ਉਹ ਇੱਕ ਕਨਫੈਡਰੇਸ਼ਨ ਸੀ ਜਿਹਦੇ ਵਿੱਚ ਛੋਟੇ ਜਿਹੜੀਆਂ ਵੱਖ-ਵੱਖ ਮਿਸਲਾਂ ਸੀ, ਭਾਵੇਂ ਉਹ ਕੁਝ ਮਾਮਲਿਆਂ 'ਚ ਆਪਣੇ ਵੱਖਰੇ ਸੀ, ਪਰ ਇੱਕ ਮਾਮਲੇ ਵਿੱਚ ਉਹ ਇੱਕ ਸੀ ਕਿ ਸਾਂਝੇ ਦੁਸ਼ਮਣ ਨਾਲ ਕਿਵੇਂ ਲੜਨਾ, ਉਹਦਾ ਟਾਕਰਾ ਕਿਵੇਂ ਕਰਨਾ। ਇੱਥੇ ਵੀ ਇਹੀ ਚੀਜ਼ ਆ, ਭਾਵੇਂ ਕਿ ਵੱਖ-ਵੱਖ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨ ਹੈ ਉਹਨਾਂ ਦੇ ਵੱਖ-ਵੱਖ ਏਜੰਡੇ ਹੈ, ਪਰ ਫਿਰ ਵੀ ਜਦੋਂ ਉਹ ਇੱਕ ਮੁੱਦੇ ਤੇ ਲੜ ਰਹੀਆਂ ਤਾਂ ਉਹਨਾਂ ਨੇ ਬਿਲਕੁਲ ਉਹ ਇਤਿਹਾਸਿਕ ਚੀਜ਼ ਕਰਕੇ ਵਿਖਾਈ ਆ। ਇਹਦਾ ਸਾਡੇ ਸੱਭਿਆਚਾਰ ਤੇ ਆਉਣ ਵਾਲੇ ਸਮੇਂ 'ਚ ਹੋਰ ਅਸਰ ਪੈਣਾ। ਇੱਕ ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ, ਮੈਨੂੰ ਉਹ ਗੱਲ ਬੜੀ ਜੱਚੀ। ਉਹਨਾਂ ਨੇ ਜੈਂਡਰ ਰੋਲ ਬਾਰੇ ਕਿਹਾ ਕਿ ਜਿਹੜਾ ਜੈਂਡਰ ਰੋਲ ਹੈ ਕਿ ਜਿਵੇਂ ਜਿਹੜੇ ਲੋਕ ਉੱਥੇ ਗਏ ਆ, ਦਿੱਲੀ ਬੈਠੇ ਆ, ਤਾਂ ਉਹ ਉੱਥੇ ਮਰਦ ਬਹੁਤੇ ਗਏ ਆ, ਤਾਂ ਉਹ ਔਰਤਾਂ ਵਾਲੇ ਕੰਮ ਵੀ ਸਾਰੇ, ਜਿਵੇਂ ਲੰਗਰ ਪਕਾਉਣਾ, ਆਟਾ ਗੁੰਨਣਾ, ਰੋਟੀਆਂ ਪਕਾਉਣੀਆਂ, ਸਾਰਾ ਕੁਝ ਉਹ ਆਪ ਕਰਦੇ ਆ। ਤੇ ਉਹਨਾਂ ਦਾ ਘਰ ਜਿਹੜਾ ਪਿੱਛੇ ਖੇਤੀ ਵਾਲੇ ਕੰਮ ਆ ਜਿਹੜੇ ਆਮ ਤੌਰ ਤੇ ਮਰਦਾਂ ਦੇ ਕੰਮ ਮੰਨੇ ਜਾਂਦੇ, ਉਹ ਔਰਤਾਂ ਨੇ ਸਾਂਭੇ ਹੋਏ ਆ। ਇਹ ਸੇਮ ਚੀਜ਼ ਆਪਾਂ ਇਹਨੂੰ ਉਹਦੇ ਨਾਲ ਜੋੜ ਕੇ ਦੇਖਦੇ। ਜਦੋਂ ਵਰਲਡ ਵਾਰਸ ਦੁਨੀਆ ਵਿੱਚ ਹੋਈਆਂ, ਯੂਰਪ ਦੇ ਵਿੱਚ ਇੱਕ ਕਲਚਰ ਬਦਲਿਆ ਉਹਨਾਂ ਦਾ ਵੀ, ਕਿ ਬਹੁਤ ਸਾਰੇ ਜਿਹੜੇ ਮੇਲ ਸੀਗੇ, ਜਿਹੜੇ ਆਦਮੀ ਸੀ, ਉਹ ਫੌਜ ਵਿੱਚ ਚਲੇ ਗਏ, ਤਾਂ ਪਿੱਛੋਂ ਔਰਤਾਂ ਨੇ ਬਹੁਤ ਜ਼ਿਆਦਾ ਉਹ ਕੰਮ ਸੰਭਾਲੇ ਜਿਹੜੇ ਕਿ ਪਹਿਲਾਂ ਔਰਤਾਂ ਕਦੇ ਨਹੀਂ ਸੀ ਕੀਤੇ ਇਤਿਹਾਸ ਵਿੱਚ। ਤਾਂ ਉਹਦੇ ਕੀ ਹੋਇਆ ਕਿ ਜਦੋਂ ਜੰਗ ਖਤਮ ਹੋਈ ਤਾਂ ਔਰਤਾਂ ਦੀ ਆਜ਼ਾਦੀ ਦੀ ਵੀ ਇੱਕ ਸ਼ੁਰੂਆਤ ਹੋਈ। ਉਹਨਾਂ ਨੇ ਬਹੁਤ ਸਾਰੇ ਉਹ ਕੰਮ ਮਰਦਾਂ ਦੇ ਬਰਾਬਰ ਅੱਗੇ ਆ ਕੇ ਲੜੀਆਂ। ਔਰ ਜਿਹੜੇ ਮਰਦ ਜਦੋਂ ਉਹ ਜੰਗ ਵਿੱਚੋਂ ਵਾਪਸ ਆਏ ਤਾਂ ਉਹਨਾਂ ਦੇ ਵਿਚਾਰ ਬਿਲਕੁਲ ਬਦਲੇ ਹੋਏ ਸੀ, ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੇ ਢੰਗ ਤਰੀਕੇ ਹੋਰ ਸੀ। ਇਸ ਕਰਕੇ ਡਾਕਟਰ ਦੀਪਤੀ ਹੋਰਾਂ ਦਾ ਭਾਵੇਂ ਖਰਚਾ ਮੈਨੂੰ ਜਾਇਜ਼ ਲੱਗਿਆ, ਪਰ ਮੈਨੂੰ ਲੱਗਦਾ ਕਿ ਨਹੀਂ, ਜਿਹੜੇ ਲੋਕ ਦਿੱਲੀ ਇੰਨਾ ਸਮਾਂ ਲਗਾ ਕੇ ਜਦੋਂ ਵਾਪਸ ਘਰਾਂ ਵਿੱਚ ਆਉਣਗੇ, ਆਪਣੇ ਪਿੰਡਾਂ ਵਿੱਚ ਆਉਣਗੇ, ਉਹਨਾਂ ਦੇ ਵਿਚਾਰ ਬਹੁਤ ਹੱਦ ਤੱਕ ਅਸੀਂ ਬਦਲੇ ਮਹਿਸੂਸ ਕਰਾਂਗੇ। ਔਰ ਠੀਕ ਹੈ ਜੀ, 100% ਚੇਂਜ ਨਾ ਸਹੀ ਤਾਂ ਬਹੁਤ ਵੱਡੀ ਚੇਂਜ ਸਾਨੂੰ ਫਿਰ ਵੀ ਦੇਖਣ ਨੂੰ ਮਿਲਣੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਜੀ। ਮੈਂ ਹੁਣ ਬੇਨਤੀ ਕਰਾਂਗਾ ਰਵਿੰਦਰ ਸਹਿਰਾ ਜੀ ਨੂੰ, ਉਹਨਾਂ ਤੋਂ ਪਹਿਲਾਂ ਜਗਦੀਪ ਕਾਹਲੋਂ ਜੀ। ਬਹੁਤ ਮਿਹਰਬਾਨੀ ਪਲਾਈ ਸਾਹਿਬ। ਬਰਾੜ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਅੱਜ ਦਾ ਵਿਸ਼ਾ ਜਿਹੜਾ ਉਹਦੇ ਉੱਪਰ ਚਾਨਣਾ ਪਾਇਆ। ਮੈਂ ਬਸ ਇੰਨੀ ਗੱਲ ਹੀ ਕਹੂੰਗਾ ਕਿ ਇਸ ਕਿਸਾਨੀ ਅੰਦੋਲਨ ਨੇ ਜਿੱਥੇ ਸਾਰੇ ਨੌਜਵਾਨਾਂ ਦੀ ਗੱਲ ਕੀਤੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਕਿ ਨੌਜਵਾਨਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਆ। ਡਿਸਿਪਲਿਨ ਦੀ ਗੱਲ ਹੈ, ਬਿਲਕੁਲ ਜ਼ਰੂਰੀ ਹੈ। ਮੈਂ ਹਰ ਵਾਰੀ ਇਹ ਵੈਬੀਨਾਰ ਦੇ ਜ਼ਰੀਏ, ਔਰ ਮੈਂ ਫਿਜ਼ੀਕਲ ਤੌਰ ਤੇ ਵੀ ਮੈਂ ਗਿਆ ਹਾਂ ਤਾਂ ਮੈਂ ਉੱਥੇ ਗੱਲ ਰੱਖੀ ਹੈ ਕਿ ਸਾਨੂੰ ਡਿਸਿਪਲਿਨ ਰੱਖਣ ਦੀ ਬਹੁਤ ਜ਼ਰੂਰਤ ਹੈ। ਔਰ IT ਸੈੱਲ, ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਰਾਜਨੀਤਿਕ ਲੋਕ ਨੂੰ ਸਟੇਜ ਤੇ ਨਾ ਚੜ੍ਹਨ ਦੇਣਾ, ਇਹ ਇਸ ਅੰਦੋਲਨ ਦੀ ਕਾਮਯਾਬੀ ਦੀ ਇੱਕ ਬਹੁਤ ਅਹਿਮ ਜਿਹੜੀ ਹੈ ਉਹ ਰੋਲ ਅਦਾ ਕਰੂਗੀ। ਔਰ ਟਰੈਕਟਰ ਟਰਾਲੀਆਂ ਜਿਹਦੇ ਨਾਲ ਇੱਕ ਮੈਗਜ਼ੀਨ ਵੀ ਨਿਕਲਿਆ, ਇਹ ਵੀ ਜਿਹੜਾ ਜੇ ਸੱਭਿਆਚਾਰ ਦੀ ਗੱਲ ਕਰੀ ਤੇ ਇੱਕ ਸਿੰਬਲ ਦੇ ਤੌਰ ਤੇ ਉੱਪਰ ਕੇ ਅੱਜ ਪੂਰੀ ਦੁਨੀਆ ਦੇ ਸਾਹਮਣੇ ਆਇਆ ਹੈ। ਔਰ ਜੇ ਮੈਂ ਧਾਰਮਿਕ ਪੱਖ ਤੋਂ ਗੱਲ ਕਰਾਂ ਤਾਂ ਅੱਜ ਦਿੱਲੀ ਦੀਆਂ ਸਰਹੱਦਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਾਮਨੇਵਾਲ ਸੰਗਤ ਜਿਹੜੀ ਹੈ, ਉਹਨਾਂ ਦੇ ਜਿਹੜਾ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹਦਾ ਉਚਾਰਨ ਅੱਜ ਸ਼ਹੀਦੀ ਗੁਰਪੁਰਬ ਹੈ। ਔਰ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਦਿਆਂ ਹੋਇਆ ਅੱਜ ਉਸ ਬਾਰਡਰ ਦੇ ਉੱਪਰ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ। ਔਰ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਵੀ ਇਸ ਗੱਲ ਲਈ ਪ੍ਰੇਰਿਤ ਕੀਤਾ ਗਿਆ ਕਿ ਸਾਡੇ ਛੋਟੇ ਸਾਹਿਬਜ਼ਾਦੇ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਨਮਨ ਕੀਤਾ ਗਿਆ। ਔਰ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਜਿਹੜਾ ਇਹ ਅੰਦੋਲਨ ਹੈ ਇਹ ਸਫਲ ਹੋ ਕੇ ਵਾਪਸ ਆਵੇ। ਮੈਂ ਪਾਤਰ ਸਾਹਿਬ ਦੀਆਂ 2 ਲਾਈਨਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਮਾਤਮ, ਹਿੰਸਾ, ਖੌਫ, ਬੇਵਸੀ ਤੇ ਨਿਆਏ, ਇਹ ਅੱਜ ਕੱਲ ਮੇਰੇ 5 ਦਰਿਆਵਾਂ ਦਾ ਨਾਂ ਹੈ। ਤੇ ਬਹੁਤ ਮੈਂ ਪਾਤਰ ਸਾਹਿਬ ਨੂੰ ਕੋਸ਼ਿਸ਼ ਕਰ ਰਿਹਾ ਪੜ੍ਹਨ ਦੀ, ਸਮਝਣ ਦੀ। ਔਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਕਿਸਾਨੀ ਅੰਦੋਲਨ 'ਚ ਪੰਜਾਬੀ ਕਾਲਮਨਿਸਟ ਪੱਤਰਕਾਰੀ ਮੰਚ ਦੇ ਸਾਰੇ ਸੱਜਣ ਬਹੁਤ ਅਹਿਮ ਐਫਰਟਸ ਕਰਦੇ ਨੇ। MP ਸਾਹਿਬ ਬਰਤਾਨੀਆ, ਉਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਕਿ ਜਿਹੜੀ ਇਹਨਾਂ ਨੇ ਲੈਟਰਸ ਲਿਖੀਆਂ ਨੇ ਕਿ ਜਿਹੜੀਆਂ ਡਾਇਲੌਗਸ ਨੇ ਉਹਦੇ ਦੇ ਨਾਲ ਜਿਹੜੀ ਗੱਲਬਾਤ ਦੇ ਜ਼ਰੀਏ ਜਿਹੜਾ ਮਸਲਾ ਹੱਲ ਹੋਵੇ, ਇਹ ਬਹੁਤ ਸਲਾਹਣਯੋਗ ਕਦਮ ਹੈ। ਬਹੁਤ ਬਹੁਤ ਧੰਨਵਾਦ ਭਾਈ। ਮਿਹਰਬਾਨੀ ਜੀ। ਰਵਿੰਦਰ ਸਹਿਰਾ USA ਤੋਂ।
सहरा जी 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 प्रविंदरजीत जी हाँ हाँ जी, आवाज आ रही? जी जी आ रही जी, आ रही। हाँ जी, हाँ जी। मैं क्योंकि टाइम बहुत थोड़ा रह गया, मैं बहुत छेती गल खत्म करांगा। हाँ जी, हाँ जी। ਬਰਾੜ ਹੋਣਾ ਦੇ ਨੇ ਸੱਭਿਆਚਾਰ ਬਾਰੇ ਜਿਹੜੀ ਹੈਗੀ ਗੱਲ ਬਹੁਤ ਵਧੀਆ ਆਪਣੇ ਵਿਸਥਾਰ ਨਾਲ ਗੱਲ ਕੀਤੀ ਹੈ, ਪਰ ਸੱਭਿਆਚਾਰ ਵੀ ਮੇਰੇ ਖਿਆਲ ਆਪਣੇ ਬਦਲਦੇ ਰਹਿੰਦੇ ਆ। ਜਿਹੜਾ ਸੱਚ ਤੋਂ 200 ਸਾਲ ਪਹਿਲਾਂ ਜਾਂ 400 500 ਸਾਲ ਪਹਿਲਾਂ ਸੱਭਿਆਚਾਰ ਸੀਗਾ, ਉਹ ਹੁਣ ਦਾ ਸੱਭਿਆਚਾਰ ਨਹੀਂ ਹੈਗਾ। ਤੇ ਬਾਕੀ ਇਸ ਗੱਲ ਵਿੱਚ ਮੈਂ ਸ਼ਾਮਲ ਕਰਨਾ ਚਾਹੁੰਦਾ ਵੀ ਪੰਜਾਬੀ ਦੀ ਜਿਹੜੀ ਕਾਵਿ ਭਾਸ਼ਾ ਹੈਗੀ ਆ ਉਹ ਵੀ ਬਦਲੀ ਹੈਗੀ ਹੈ ਇਸ ਅੰਦੋਲਨ ਨੇ। ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਲਿਖੀਆਂ ਗਈਆਂ ਨੇ ਇਸ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ, ਉਹਨਾਂ ਨੇ ਵੀ ਇਸ ਅੰਦੋਲਨ ਨੂੰ ਬਹੁਤ ਉਤਸ਼ਾਹਿਤ ਕੀਤਾ ਹੈਗਾ ਹੈ। ਤੇ ਮੇਰਾ ਖਿਆਲ ਇਹ ਗੱਲ ਵੀ ਆਪਣੇ ਸ਼ੁਭ ਆਪਣੇ ਚਿੰਤਕ ਲੱਗਦੀ ਹੈਗੀ ਆ, ਤੇ ਆਪਾਂ ਇਹਨਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹੈਗੇ। ਜੀ 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 ਮਿਹਰਬਾਨੀ ਸਰ, ਮਿਹਰਬਾਨੀ। ਰਵਿੰਦਰ ਸਹਿਰਾ ਹੋਰਾਂ ਨੇ ਆਪਣੀ ਗੱਲ ਕੀਤੀ ਹੈ। ਮੇਰੇ ਮਨ ਵਿੱਚ ਹੈ ਕਿ ਬੀਬੀ ਅਮਰਜੀਤ ਕੌਰ ਹੋਰੀ ਜੇ ਕੋਈ ਗੱਲ ਕਰਨਾ ਚਾਹੁੰਦੇ ਨੇ ਤੇ ਜ਼ਰੂਰ ਕਰਨ ਦੀ, ਜਾਂ ਡੀਪੀ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਨਰਿੰਦਰਜੀਤ ਸੋਢੀ ਇਸ ਵਿੱਚ ਜੁੜੇ ਨੇ, ਜੇ ਉਹਨਾਂ ਨੇ ਕੋਈ ਗੱਲ ਕਰਨੀ ਜ਼ਰੂਰ ਕਰਨ ਦੀ। ਉਪਰੰਤ ਮੈਂ ਬੇਨਤੀ ਕਰਨੀ ਹੈ ਅੱਜ ਦੇ ਮੁੱਖ ਵਕਤਾ ਨੂੰ ਕਿ ਉਹ ਆਪਣੇ ਵਿਚਾਰ ਮੁੜ ਕੇ ਸਾਡੇ ਨਾਲ ਸਾਂਝੇ ਕਰਨ। ਅਮਰਜੀਤ ਕੌਰ ਜੀ ਗੱਲ ਕਰਨੀ ਚਾਹੁੰਦੇ ਨੇ ਜੀ? डिस्कनेक्ट हो गया जी, वो है नहीं इसलिए। ओके ओके, ਡੀਪੀ ਸਿੰਘ ਜੀ ਜਾਂ ਨਰਿੰਦਰਜੀਤ ਸਿੰਘ ਸੋਢੀ ਜੀ? ਜਵੰਦਾ ਜੀ ਹੈਗੇ ਨੇ ਇੱਥੇ। ਹਾਂ ਜਵੰਦਾ ਜੀ ਕੈਨੇਡਾ ਤੋਂ। ਹੈਲੋ जी एक मिनट जी जी जवंदा जी, जवंदा जी अनम्यूट कर लो कृपा करके। हाँ जी, हाँ जी, मैं किया जी जी। हाँ जी, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਜੀ ਬਰਾੜ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਉੱਥੇ, ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹਦੇ ਨਾਲ ਕਾਫੀ ਪਰਸੈਪਸ਼ਨ ਚੇਂਜ ਹੋਈ ਹੈ। ਇਹ ਨਹੀਂ ਮੈਂ ਕਹਿ ਸਕਦਾ ਕਿ ਜਿਹੜੀਆਂ ਸਾਡੀਆਂ ਅਲਾਮਤਾਂ ਸੀਗੀਆਂ ਡਰੱਗਸ ਤੇ ਹਾਰਡ ਵਰਕ ਵਗੈਰਾ ਵਗੈਰਾ ਦੀਆਂ ਵੀ ਉਹ ਇਨਵੈਲਿਡ ਹੋ ਗਈਆਂ ਨੇ, ਪਰ ਕਿਉਂਕਿ ਅਸੀਂ ਇਮੋਸ਼ਨਲੀ ਸਾਰੇ ਅਟੈਚਡ ਆ, ਸਾਡੀ ਇਕੋਨਮੀ ਦਾ ਸਾਨੂੰ ਕੰਸਰਨ ਹੈ, ਤੇ ਉਹ ਡਾਕਟਰ ਦੀਪਤੀ ਨੇ ਵੀ ਰੇਜ਼ ਕੀਤੀਆਂ। ਉਹ ਤਾਂ ਵੀ ਵਿਲ ਸੀ ਵੀ ਉਹਨਾਂ ਦੀ ਕੋਈ ਪਰਮਾਨੈਂਟ ਟਰਾਂਸਫਰਮੇਸ਼ਨ ਹੈਗੀ ਆ ਜਾਂ ਇਹ ਟੈਂਪਰੇਰੀ ਆ। ਪਰ ਮੈਂ ਜੋ ਐਕਸਪੈਕਟ ਕਰਦਾ ਸੀ ਉਹ ਇਹ ਸੀ ਕਿ ਲੌਂਗ ਟਰਮ ਸਾਡੇ ਸੱਭਿਆਚਾਰ ਤੇ ਕੀ ਇਫੈਕਟ ਹੈ। ਉਹਦੇ 'ਚ ਮੈਨੂੰ ਇਹ ਲੱਗਦਾ ਵੀ ਕਿਉਂਕਿ ਸਾਡੀ ਇਕੋਨਮੀ, ਫਾਰਮਿੰਗ ਇਕੋਨਮੀ ਇਫੈਕਟ ਹੋਈ ਹੈ, ਫਾਰਮਿੰਗ ਨਾਲ ਸਾਡਾ ਵੇ ਆਫ ਲਾਈਫ ਜੁੜਿਆ ਹੋਇਆ ਹੈ, ਤੇ ਉਹਦੇ 'ਚ ਹੀ ਸਾਡਾ ਸੱਭਿਆਚਾਰ ਇਵੋਲਵ ਹੁੰਦਾ। ਓਵਰ ਦੀ ਈਅਰਸ ਅਸੀਂ ਕਿੱਥੇ ਜਾ ਰਹੇ ਹਾਂ, ਇਹ ਜਿਹੜੇ ਨਵੇਂ ਲਾਜ਼ ਫੈਡਰਲ ਗਵਰਨਮੈਂਟ ਬਣਾ ਰਹੀ ਹੈ, ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ, ਸਾਨੂੰ ਉਹਦੇ ਬਾਰੇ ਸੋਚਣਾ ਚਾਹੀਦਾ। ਪਰ ਮੈਂ ਸਮਝਦਾ ਵੀ ਪੰਜਾਬ ਦੀ ਜਿਹੜੀ ਫਾਰਮਿੰਗ ਸੀ ਆਲਰੇਡੀ, ਲੋਕੀ ਛੋਟੇ ਫਾਰਮਰ ਖਾਸ ਕਰਕੇ ਉਹ ਕਨਵਿੰਸਡ ਸੀ ਵੀ ਇਹ ਸਸਟੇਨੇਬਲ ਨਹੀਂ ਹੈ, ਸਾਨੂੰ ਕੁਝ ਹੋਰ ਤਰੀਕੇ ਸੋਚਣੇ ਚਾਹੀਦੇ ਆ ਆਪਣੀ ਲਾਈਵਲੀਹੁੱਡ ਦੇ। ਇਹ ਜਿਹੜਾ ਹੋਇਆ ਲਾਜ਼ ਬਣਾਏ ਨੇ, ਇਹਨੇ ਉਹ ਜਿਹੜੀ ਥਿੰਕਿੰਗ ਆ ਉਹਨੂੰ ਹੋਰ ਐਕਸੈਲਰੇਟ ਕੀਤਾ ਵੀ ਅਸੀਂ ਜਲਦੀ ਸੋਚੀਏ ਵੀ ਇਹ ਸਾਡੀ ਲੈਂਡ ਓਨਰਸ਼ਿਪ ਆ ਜਿਹੜੀ ਇੱਕ ਤਾਂ ਇਕਨੋਮਿਕਲੀ ਵਾਇਬਲ ਨਹੀਂ, ਦੂਜੀ ਹੋ ਸਕਦਾ ਇਹਨੂੰ ਅਸੀਂ ਲੂਜ਼ ਵੀ ਕਰ ਲਈਏ, ਤੇ ਉਹਦਾ ਸਾਡਾ ਲੌਂਗ ਟਰਮ ਸੱਭਿਆਚਾਰ ਤੇ ਕਿਉਂਕਿ ਸਾਡਾ ਵੇ ਆਫ ਲਾਈਫ ਚੇਂਜ ਹੋਣਾ ਹੈ, ਮਾਈਗ੍ਰੇਸ਼ਨ ਹੋਣੀ ਆ ਬਾਹਰਲੇ ਦੇਸ਼ਾਂ ਦੇ ਵਿੱਚ, ਉਹ ਵੀ ਇਫੈਕਟ ਹੋਊਗਾ। ਤੇ ਮੈਂ ਸੋਚਦਾ ਸੀ ਵੀ ਕਿਉਂਕਿ ਟੌਪਿਕ ਸੱਭਿਆਚਾਰ ਬਾਰੇ ਆ, ਇਸ ਬਾਰੇ ਡਾਕਟਰ ਬਰਾੜ ਕੁਝ ਮੈਂਸ਼ਨ ਕਰਨ ਵੀ ਸਾਡੇ ਲੌਂਗ ਟਰਮ ਇਫੈਕਟ ਕੀ ਹੋਣਗੇ ਸਾਡੇ ਸੱਭਿਆਚਾਰ ਤੇ। ਜੀ ਜੀ ਬਹੁਤ ਮਿਹਰਬਾਨੀ। ਸਾਡੇ ਦਰਮਿਆਨ ਸਾਡੇ ਮਾਨਯੋਗ ਕਾਲਮਨਵੀਰ ਦੀਦਾਰ ਛੇਤਰਾ ਜੀ ਜੁੜੇ ਹੋਏ ਨੇ, 1 ਮਿੰਟ ਲਈ ਉਹ ਵੀ ਗੱਲ ਆਪਣੀ ਸਾਂਝੀ ਕਰਨੀ ਚਾਹਣਗੇ। ਦੀਦਾਰ ਛੇਤਰਾ ਜੀ। छेत्रा जी अनम्यूट कर लो कृपा करके। आ रही आवाज जी? हाँ जी हाँ जी। मैं असल में ये महसूस करता कि पंजाब सदियों तो अगवाई करता आया और उसी तहत जिहड़ा सेंटर ने इस वेले मुख जिहड़ा सूबियां दा मसला सी
ਉਹਨੂੰ ਸੈਂਟਰ ਨੇ ਆਪਣੇ ਹੱਥ 'ਚ ਲੈ ਲਿਆ, ਜਿੱਥੋਂ ਗੱਲ ਵਿਗੜਦੀ ਆ। ਅਸਲ ਮੈਨੇ 'ਚ ਪਹਿਲੀ ਗੱਲ ਤਾਂ ਇਹ ਹੈਗਾ ਕਿ ਇਹ ਕਾਨੂੰਨੀ ਪਿੰਡ ਜਦ ਤੋਂ ਬਣਾ ਹੀ ਨਹੀਂ ਸੀ ਸਕਦੇ, ਨਹੀਂ ਸੀ ਉਹਨਾਂ ਨੂੰ ਪੰਗਾ ਲੈਣਾ ਚਾਹੀਦਾ। ਦੂਜੇ ਨੰਬਰ ਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ, ਜਿਹਦੇ ਬਾਰੇ ਆਪਾਂ ਸਾਰੇ ਗੱਲ ਕਰ ਰਹੇ ਹਾਂ, ਤੇਰੀ ਆਈ ਮੈਂ ਮਰ ਜਾ, ਤੇਰਾ ਵਾਲ ਵਿੰਗਾ ਨਾ ਹੋਵੇ, ਤੈਨੂੰ ਤਾਪ ਚੜੇ ਮੈਂ ਹੋਊਂਗਾ। ਅਸੀਂ ਪੰਜਾਬੀ ਸਦੀਆਂ ਤੋਂ ਇਸ ਧਾਰਾ ਦੇ ਵਿੱਚ ਵਿਚਰਦੇ ਆਏ ਹਾਂ। ਸੋ ਇਸ ਹਾਲਤ ਦੇ ਵਿੱਚ ਵੀ ਅੱਜ ਅਸੀਂ ਦਿੱਲੀ ਦੇ ਦਰਵਾਜ਼ੇ ਤੇ ਜਾ ਕੇ ਬੈਠੇ ਹਾਂ, ਇਸੇ ਜਣੀ ਸ਼ਾਂਤੀ ਦੇ ਨਾਲ ਅਸੀਂ ਕਰ ਰਹੇ ਹਾਂ। ਜਿਹੜੀ ਨਵੀਂ ਪੀੜ੍ਹੀ ਦੇ ਬਾਰੇ 'ਚ ਕਈ ਵਾਰੀ ਸਾਡੇ ਆਗੂ ਵੀ ਕਹਿ ਰਹੇ ਆ ਕਿ ਉਹਨਾਂ ਨੂੰ ਕਾਬੂ ਰੱਖਣ ਦੀ ਲੋੜ ਹੈ, ਔਰ ਮੈਂ ਇਹ ਸਮਝਦਾ ਕਿ ਬਹੁਤ ਵੱਡੀ ਪ੍ਰਾਪਤੀ ਆ ਕਿ ਜਿਹੜਾ ਇਹ ਸ਼ਾਂਤਮਈ ਢੰਗ ਨਾਲ ਚੱਲ ਰਿਹਾ, ਔਰ ਇਹਦੇ ਵਿੱਚੋਂ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਇਹਦੀ ਆਊਟਪੁੱਟ ਜਿਹੜੀ ਆ, ਇਹਦੇ ਨਤੀਜੇ ਬਹੁਤ ਚੰਗੇ ਨਿਕਲਣ। ਧੰਨਵਾਦ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਵੱਖੋ ਵੱਖਰੇ ਵਿਚਾਰ ਸਾਡੇ ਕੋਲ ਆਏ ਨੇ, ਕੋਈ ਸਵਾਲ ਵੀ ਉੱਠੇ ਨੇ। ਭਾਈ ਸਾਹਿਬ ਇੱਕ ਮਿੰਟ ਜੀ ਗਮਟਾਲਾ ਸਾਹਿਬ ਅੰਮ੍ਰਿਤਸਰ ਤੋਂ, ਡਾਕਟਰ ਗਮਟਾਲਾ ਜੀ, ਚਰਨਜੀਤ ਸਿੰਘ ਜੀ ਗਮਟਾਲਾ ਸਾਡੇ ਸਰਪ੍ਰਸਤ ਨੇ, ਉਹ ਗੱਲ ਕਰਨਗੇ ਜੀ। ਹਾਂ, ਮੈਂ ਤੇ ਪਹਿਲਾਂ ਸਾਰਿਆਂ ਧੰਨਵਾਦ ਜੀ, ਬਰਾੜ ਸਾਹਿਬ ਦਾ ਬਹੁਤ ਬਹੁਤ ਮਿਹਰਬਾਨੀ, ਬੜੀ ਮਿਹਨਤ ਨਾਲ ਨਾ ਜੀ ਉਹਨਾਂ ਨੇ ਜਿਹੜਾ ਪੇਪਰ ਤਿਆਰ ਕੀਤਾ। ਤੇ ਮੈਂ ਬਰਾੜ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਡੈਡਲੋਕ ਆ ਕਿ ਸਾਡਾ ਪ੍ਰਧਾਨ ਮੰਤਰੀ ਉਹ ਤਾਨਾਸ਼ਾਹ ਮੀਡੀਆ ਨਾਲ ਅਜੇ ਤੱਕ ਪ੍ਰੈਸ ਕਾਨਫਰੰਸ ਉਹਨੇ ਕੋਈ ਕੀਤੀ ਨਹੀਂ, ਹੁਣ ਸੁਣਦਾ ਹੀ ਨਹੀਂ ਗੱਲ ਸਾਡੀ। ਇਹਦਾ ਡੈਡਲੋਕ ਆ, ਇਹ ਕਿਵੇਂ ਟੁੱਟੂਗਾ? ਇਹਦਾ ਜੋ ਇਸ ਵੇਲੇ ਬਣੀ ਆ, ਹਾਂਜੀ, ਉਹ ਸੁਣਨ ਤਿਆਰ ਨਹੀਂ ਬਿਲਕੁਲ। ਰਾਜਾਂ ਦੇ ਅਧਿਕਾਰ ਸਾਰੇ ਸੈਂਟਰ ਖੋਲ੍ਹ ਆਉਂਦੇ, ਸਾਰਾ ਕੁਝ ਇੱਕ ਹੀ ਕਰ ਦੇਣਾ। ਇਸ ਵੇਲੇ ਬੜੀ ਵੱਡੀ ਇੱਕ ਇਹ ਸਾਡਾ ਕ੍ਰਾਈਸਿਸ ਆ, ਤੇ ਇਹਦਾ ਡੈਡਲੋਕ ਹੈ, ਕਿਵੇਂ ਟੁੱਟੇਗਾ ਕਿਸਾਨਾਂ ਦੇ ਵਿਚਕਾਰ ਤੇ ਸਰਕਾਰ ਦੀ? ਇਹ ਮੇਨ ਇਸ ਵੇਲੇ ਸਵਾਲ ਹੈ ਜੀ। ਮਿਹਰਬਾਨੀ ਸੀ। ਡਾਕਟਰ ਅਮਰਜੀਤ ਕੌਰ ਜੀ ਆਗੇ ਨੇ। ਡਾਕਟਰ ਅਮਰਜੀਤ ਕੌਰ ਜੀ ਗੱਲ ਕਰਨਾ ਚਾਹਣਗੇ ਜੀ? जी अनम्यूट कर लो जी कृपा करके। जी डॉक्टर साहब। नहीं हो कर नहीं रहे अनम्यूट। ओके, मेरा ख्याल उन्होंने, चलो कोई नहीं। मैं बेनती करांगा डॉक्टर रजिंदरपाल सिंह जी बराड़, ਜਿਹੜੇ ਕਿ ਸਾਡੇ ਅੱਜ ਦੇ ਮੁੱਖ ਵਕਤਾ ਨੇ ਔਰ ਸਾਡੇ ਵਿਸ਼ੇ ਦੇ ਬਾਰੇ ਜਿਨ੍ਹਾਂ ਨੇ ਪਹਿਲਾਂ ਆਪਣੇ ਵਿਚਾਰ ਚਰਚਾ ਕੀਤੀ ਸੀ, ਉਪਰੰਤ ਕੁਝ ਇੱਕ ਸਵਾਲ ਜਿਹੜੇ ਨੇ ਉਹ ਸਾਡੇ ਸਾਹਮਣੇ ਆਏ ਨੇ। ਕਿਸਾਨ ਸੰਘਰਸ਼ ਦਾ ਪੰਜਾਬੀ ਸੱਭਿਆਚਾਰ ਉੱਤੇ ਪ੍ਰਭਾਵ ਕੀ ਹੈ, ਇਸ ਮਾਮਲੇ ਤੇ ਕੁਝ ਇੱਕ ਸਵਾਲ ਨੇ, ਕੁਝ ਇੱਕ ਅੰਦੋਲਨ ਨਾਲ ਸੰਬੰਧਿਤ ਸਵਾਲ ਨੇ, ਉਹਨਾਂ ਬਾਰੇ ਜ਼ਿਕਰ ਕਰਨਗੇ ਸਾਡੇ ਮਾਨਯੋਗ ਮੁੱਖ ਵਕਤਾ ਬਰਾੜ ਜੀ। ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦਾ ਹਾਂ ਕਿ ਕਿਉਂਕਿ ਇਹ ਕਾਲਮ ਨਵੀਸਾਂ ਦਾ ਮੰਚ ਆ ਤੇ ਸਾਰੇ ਹੀ ਵਿਅਕਤੀ ਸਿਆਣੇ ਨੇ, ਤੇ ਮੈਂ ਇਹ ਵੀ ਸਮਝਦਾ ਕਿ ਮੈਂ ਉਮਰ ਦੇ ਵਿੱਚ ਛੋਟਾ, ਮੈਂ 63 ਦਾ ਜੰਮਿਆ, ਤੇ ਸਾਰੇ ਹੀ ਮੇਰੇ ਤੋਂ ਬਾਕੀ ਜ਼ਿਆਦਾ ਸਿਆਣੇ ਨੇ। ਉਹਨਾਂ ਨੂੰ ਪੜ੍ਹ ਕੇ ਅਸੀਂ ਅੱਗੇ ਕੁਛ ਬੋਲਣ ਜੋਗੇ ਜਾਂ ਕੁਛ ਲਿਖਣ ਜੋਗੇ ਹੋਏ ਆ, ਚਾਹੇ ਉਹ ਧੀਰ ਸਾਹਿਬ ਹੋਣ ਤੇ ਚਾਹੇ ਦੀਪਤੀ ਜੀ ਹੋਣ ਤੇ ਚਾਹੇ ਬਾਕੀ ਮੇਰੇ ਸਤਿਕਾਰਤ ਵਿਅਕਤੀ ਹੋਣ। ਦੂਸਰੀ ਗੱਲ ਕਿ ਜਿੱਡਾ ਇਹ ਵੱਡਾ ਵਿਸ਼ਾ ਸੀ, ਇਹਦੇ ਰਾਜਨੀਤਿਕ ਪੱਖ ਵੀ ਸੀ, ਆਰਥਿਕ ਪੱਖ ਵੀ ਸੀ, ਸਮਾਜਿਕ ਪੱਖ ਵੀ ਸੀ, ਪਰ ਮੈਨੂੰ ਕਿਉਂਕਿ ਡਿਊਟੀ ਲਾਈ ਸੀ ਕਿ ਸੱਭਿਆਚਾਰਕ ਪੱਖ ਤੇ ਗੱਲ ਕਰਨੀ ਹੈ, ਤੇ ਮੈਨੂੰ ਇਹ ਵੀ ਪਤਾ ਕਿ ਇੰਨੇ ਸਮੇਂ ਵਿੱਚ ਸਾਰੇ ਸੱਭਿਆਚਾਰਕ ਪੱਖਾਂ ਬਾਰੇ ਗੱਲ ਨਹੀਂ ਹੋ ਸਕਦੀ ਸੀ। ਮੈਂ ਸਿਰਫ ਉਹਦਾ ਇੱਕ ਜਿਹੜਾ ਮੁੱਖ ਮੇਰੀ ਦਲੀਲ ਇਹ ਆ ਕਿ ਇਹ ਜਿਹੜੀ ਤਬਦੀਲੀ ਆਈ ਆ, ਇਹ ਤਬਦੀਲੀ ਆ ਜਿਹੜੀ, ਉਹਦੇ ਵਿੱਚ ਮੈਂ ਬੁਨਿਆਦੀ ਤੌਰ ਤੇ ਇਹ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਸੀ ਕਿ ਸਾਡੇ ਸੱਭਿਆਚਾਰ ਦੀਆਂ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ, ਇਸ ਅੰਦੋਲਨ ਨੇ ਹੁਣ ਤੱਕ ਉਹਨਾਂ ਨੂੰ ਅਪਹੋਲਡ ਕੀਤਾ ਤੇ ਜਿਹੜੀਆਂ ਮਾੜੀਆਂ ਉਹਨਾਂ ਨੂੰ ਛੱਡੀਆਂ। ਹੁਣ ਅਗਲੀ ਗੱਲ ਜੇ ਅਸੀਂ ਲੜੀਵਾਰ ਲਈਏ ਕਿ ਮੈਂ ਸਿਰਫ 10 ਮਿੰਟ ਲੈਣੇ ਚਾਹਣਾ, ਮੈਨੂੰ ਪਤਾ ਹੈ ਕਿ ਉੱਤੇ ਥੋੜੇ ਜਾਣਗੇ। ਜਿਹੜੇ ਡਾਕਟਰ ਦੀਪਤੀ ਜੀ ਨੇ ਗੱਲ ਕੀਤੀ ਕਿ ਕੀ ਇਹ ਚੰਗੀਆਂ ਕਦਰਾਂ ਕੀਮਤਾਂ ਜਾਰੀ ਰਹਿਣਗੀਆਂ, ਦੇਖੋ ਇਹ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਿਹੜੀ ਅੱਜ ਸਪਿਰਿਟ ਆ ਇਹ ਸਦਾ ਲਈ ਐਵੇਂ ਹੀ 100% ਰਹੂਗੀ, ਤੇ ਕਦੇ ਵੀ ਕਿਸੇ ਵੀ ਸੱਭਿਆਚਾਰਕ ਤਬਦੀਲੀ ਦਰਮਿਆਨ ਇਉਂ ਹੁੰਦਾ ਹੀ ਨਹੀਂ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਿਹੜਾ ਕਲਚਰਲ ਜਿਹੜਾ ਹੈਗਾ ਰੈਵੋਲੂਸ਼ਨ, ਉਹ ਕੰਟੀਨਿਊਸ ਪ੍ਰੋਸੈਸ ਆ, ਲਗਾਤਾਰ ਉਹਦੇ ਵਿੱਚ ਇਜ਼ਾਫਾ ਕਰਦੇ ਰਹਿਣਾ ਪੈਂਦਾ, ਲਗਾਤਾਰ ਜਿਹੜੇ ਮਾੜੇ ਪੱਖ ਨੇ ਉਹਨਾਂ ਨੂੰ ਛੱਡਦੇ ਰਹਿਣਾ ਪੈਂਦਾ। ਇਸ ਕਰਕੇ ਇਹ ਪ੍ਰੋਸੈਸ ਤਾਂ ਲਗਾਤਾਰ ਚੱਲੂਗਾ, ਪਰ ਆਪਾਂ ਇਹ ਕਹਿ ਦਈਏ ਕਿ ਕੋਈ ਤਬਦੀਲੀ ਵੀ ਨਹੀਂ ਹੋਈ,
ਇਹ ਗੱਲ ਮੇਰਾ ਖਿਆਲ ਨਹੀਂ। ਤਬਦੀਲੀ ਆਈ ਆ, ਆਵੇਗੀ, ਪਰ ਮਿਹਨਤ ਸਾਨੂੰ ਸਾਰਿਆਂ ਨੂੰ ਕਰਨੀ ਪਵੇਗੀ ਤੇ ਇਸ ਬਾਰੇ ਸਾਡੇ ਸਾਰੇ ਹੀ ਵਿਅਕਤੀ ਬਹੁਤ ਸੁਚੇਤ ਨੇ। ਉਹ ਚਾਹੇ ਪਾਤਰ ਸਾਹਿਬ ਦਾ ਅੱਜ ਦਾ ਆਰਟੀਕਲ ਦੇਖ ਲਈਏ ਤੇ ਚਾਹੇ ਦੀਪਤੀ ਸਾਹਿਬ ਦਾ ਇਹ ਫਿਕਰਮੰਦੀ ਦੇਖ ਲਈਏ। ਧੀਰ ਸਾਹਿਬ ਨੇ ਮੈਂ ਕਿ ਜਿਹੜੀਆਂ ਗੱਲਾਂ ਆਖੀਆਂ ਉਹਨਾਂ ਨਾਲ ਤਾਂ ਉਹਨਾਂ ਨੇ ਮੇਰੀ ਤਾਰੀਫ ਕੀਤੀ, ਉਹਨਾਂ ਦਾ ਧੰਨਵਾਦ। ਜਿਹੜੀ ਗੱਲ ਮਹੱਤਵਪੂਰਨ ਆ ਕਿ ਇਹ ਜਿਹੜਾ ਅੰਦੋਲਨ ਆ, ਕਈ ਵਾਰ ਇਹ ਲੱਗਦਾ ਕਿ ਸ਼ਾਇਦ ਇਹ ਜਿਹੜੇ ਬਿੱਲ ਵਾਪਸ ਕਰਾਉਣ ਤੱਕ ਸੀਮਤ ਆ ਜਾਂ ਬਿੱਲਾਂ ਤੋਂ ਇਹ ਉੱਠਿਆ ਹੋਇਆ ਹੈਗਾ। ਜਿੱਥੇ ਤੱਕ ਮੈਂ ਸਮਝਦਾ ਕਿ ਜਿਹੜਾ ਵਿਸ਼ਵ ਪੱਧਰੀ ਜਿਹੜਾ ਗਲੋਬਲ ਕਾਰਪੋਰੇਟੀ ਮਾਡਲ ਆ, ਜਿਹੜਾ ਸਰਮਾਏਦਾਰੀ ਦੀ ਬਿਲਕੁਲ ਨਵੀਂ ਉન્નਤ ਜਿਹੜੀ ਇੱਕ ਵਿਵਸਥਾ ਹੈਗੀ ਆ, ਉਸ ਨੇ ਜਿਵੇਂ ਵੱਡੀ ਪੱਧਰ ਤੇ ਕੁਦਰਤ ਦਾ ਉਜਾੜਾ ਕੀਤਾ, ਜਿਵੇਂ ਮਨੁੱਖ ਦਾ ਸ਼ੋਸ਼ਣ ਵਧਾਇਆ, ਤੇ ਸਭ ਤੋਂ ਵੱਡੀ ਗੱਲ ਕਿ ਸਿਰਫ ਮਨੁੱਖ ਦਾ ਸ਼ੋਸ਼ਣ ਹੀ ਨਹੀਂ ਕੀਤਾ, ਸਗੋਂ ਬਹੁ ਗਿਣਤੀ ਨੂੰ ਇਰਰੈਲੇਵੈਂਟ ਕਰ ਦਿੱਤਾ, ਗੈਰ ਪ੍ਰਸੰਗਕ ਕਰਤਾ। ਆਟੋਮੇਸ਼ਨ ਨੇ ਕੀ ਕੀਤਾ ਕਿ ਸਾਨੂੰ ਕੁਦਰਤ ਸਾਰੀ ਤੇ ਕਬਜ਼ਾ ਚਾਹੀਦਾ ਤਾਂ ਕਿ ਅਸੀਂ ਉਹਦਾ ਦੋਹਨ ਕਰ ਸਕੀਏ, ਉਹਦਾ ਸ਼ੋਸ਼ਣ ਕਰ ਸਕੀਏ, ਉਹਨੂੰ ਐਕਸਪਲੋਇਟ ਕਰ ਸਕੀਏ। ਪਰ ਸਾਨੂੰ ਇੰਨੇ ਬੰਦੇ ਨਹੀਂ ਚਾਹੀਦੇ, ਸਾਨੂੰ ਕੁਝ ਬੰਦੇ ਹੀ ਚਾਹੀਦੇ ਆ। ਬਾਕੀ ਅਸੀਂ ਜਿਹਨੂੰ ਕਹਿ ਸਕਦੇ ਹਾਂ ਆਟੋਮੇਸ਼ਨ ਦੇ ਨਾਲ ਇੱਕ ਤਰ੍ਹਾਂ ਨਾਲ ਜਿਸ ਗੱਲ ਦਾ ਖਦਸ਼ਾ ਹਰਾਰੀ ਪ੍ਰਗਟ ਕਰਦਾ ਹੈ ਕਿ ਇੱਕ ਵਿਅਕਤੀ ਹੋਣਗੇ ਜਿਹੜੇ ਸੁਪਰ ਹਿਊਮਨ ਹੋਣਗੇ ਜਾਂ ਜਿਹਨੂੰ ਕਹਿੰਦੇ ਆ ਕਿ ਸਭ ਕਾਸੇ ਤੇ ਕਬਜ਼ੇ ਵਾਲੇ ਹੋਣਗੇ, ਤੇ ਇੱਕ ਪਾਸੇ ਜਿਹੜੇ ਨਸਲ ਹੀ ਮਨੁੱਖੀ ਨਸਲ ਬਦਲ ਜੂਗੀ। ਅੱਧੀ ਜਿਹੜੀ ਮਨੁੱਖੀ ਨਸਲ, ਅੱਧੀ ਨਹੀਂ ਮੈਂ ਕਿ ਬਹੁ ਗਿਣਤੀ ਆ ਜਿਹੜੀ, ਉਹ ਕੀੜ ਪਤੰਗਿਆਂ ਦੇ ਵਿੱਚ ਬਦਲ ਜੂਗੀ। ਉਸ ਜੀਵਨ ਜਾਚ ਦੇ ਖਿਲਾਫ ਇਹ ਲੜਾਈ ਆ, ਉਸ ਜੀਵਨ ਜਾਚ ਦੇ ਖਿਲਾਫ ਇਹ ਲੜਾਈ ਆ। ਭਾਵਾਂ ਇਹਦਾ ਤਤਕਾਲੀ ਕਾਰਨ ਜਿਹੜਾ ਬਣਿਆ ਉਹ ਇਹ ਬਣ ਗਿਆ ਕਿ ਇਹ ਬਣ ਗਏ, ਇਸ ਕਰਕੇ ਇਹਦੇ ਲਈ ਸਾਰੀਆਂ ਧਿਰਾਂ ਜਿਹੜੀਆਂ ਉਹ ਇਸ ਕਰਕੇ ਜੁੜੀਆਂ ਹੋਈਆਂ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਆੜਤੀ ਇਸ ਕਰਕੇ ਜੁੜੇ ਆ ਕਿਉਂਕਿ ਮੰਡੀ ਟੁੱਟ ਜੂਗੀ, ਮੁਲਾਜ਼ਮ ਇਸ ਕਰਕੇ ਜੁੜੇ ਹੋਏ ਆ ਕਿ ਵੀ ਜੇ ਕਿਸਾਨਾਂ ਕੋਲੇ ਪੈਸਾ ਨਾ ਰਿਹਾ। ਇਹ ਕਾਰਨ ਨਹੀਂ ਗਾ, ਅਸਲ ਦੇ ਵਿੱਚ ਤਾਂ ਜੀਵਨ ਜਾਚ ਦੇ ਖਿਲਾਫ ਲੋਕਾਂ ਦੇ ਮਨਾਂ ਅੰਦਰ ਜਿਹੜਾ ਗੁੱਸਾ ਸੀ, ਵਿਸ਼ਵ ਪੱਧਰ ਤੇ ਹੀ ਵੈਸੇ ਤਾਂ ਇਹ ਗੁੱਸਾ ਹੈਗਾ, ਪਰ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਫੁੱਟ ਨਿਕਲਿਆ। ਅੱਜ ਤੋਂ ਕੋਈ ਮੈਂ ਕਿ 3 ਸਾਲ ਪਹਿਲਾਂ ਮੈਂ ਨਵੇਂ ਜ਼ਮਾਨੇ ਦੇ ਵਿੱਚ ਇੱਕ ਲੇਖ ਲਿਖਿਆ ਸੀ ਕਿ ਪੰਜਾਬ ਉੱਠੇਗਾ। ਮੈਂ ਆਪਣੀ ਕਿਤਾਬ ਜਿਹੜੀ ਗੋਸ਼ਟ ਪੰਜਾਬ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਪੰਜਾਬ ਦੀ ਬੱਸ ਹੋਈ ਪਈ ਆ ਕਿ ਜਦੋਂ ਬਹੁਤ ਜ਼ਿਆਦਾ ਦਬਾਅ ਵੱਧ ਜਾਂਦਾ ਹੈ ਤਾਂ ਉਸ ਸਮੇਂ ਵਿਅਕਤੀ ਫਿਰ ਨਵੇਂ ਤਰੀਕਿਆਂ ਨੂੰ ਆ ਕਿ ਬਾਹਰਲੇ ਮੁਲਕ ਕਿੰਨਾ ਕੁ ਲੋਕਾਂ ਨੂੰ ਸੰਭਾਲ ਲੈਣਗੇ। ਕੀ 100% ਲੋਕ ਬਾਹਰ ਚਲੇ ਜਾਣਗੇ? 5% ਤੋਂ ਵੱਧ ਪੰਜਾਬ ਦੀ ਆਬਾਦੀ ਨੂੰ ਬਾਹਰਲੇ ਮੁਲਕ ਨਹੀਂ ਸੰਭਾਲ ਸਕਦੇਗੇ, ਵੱਧ ਤੋਂ ਵੱਧ 10 ਨੂੰ ਸੰਭਾਲ ਲੈਣਗੇ। 90% ਨੇ ਤਾਂ ਇੱਥੇ ਹੀ ਜ਼ਿੰਦਗੀ ਜਿਉਣੀ ਆ। ਤੇ ਜਿਹੋ ਜਿਹੀਆਂ ਸਰਕਾਰੀ ਖੇਤੀਬਾੜੀ ਦੇ ਵਿੱਚ ਪ੍ਰੈਸ਼ਰ ਵੱਧਦਾ ਜਾਂਦਾ, ਪੂਰਾ ਪੈਸਾ ਨਹੀਂ ਆ ਰਿਹਾ, ਉਹ ਮਿਲ ਰਿਹਾ, ਨੌਕਰੀਆਂ ਜਿਹੜੀਆਂ ਸਰਕਾਰੀ ਖਤਮ ਹੁੰਦੀਆਂ ਜਾ ਰਹੀਆਂ, ਪ੍ਰਾਈਵੇਟ ਵਾਲੇ ਪੂਰੇ ਪੈਸੇ ਨਹੀਂ ਦੇ ਰਹੇ, ਪ੍ਰਾਈਵੇਟ ਨੌਕਰੀਆਂ ਵੀ ਘਟ ਰਹੀਆਂ, ਤਾਂ ਉਸ ਹਾਲਤ ਦੇ ਵਿੱਚ ਜ਼ਰੂਰ ਕੋਈ ਨਵਾਂ ਰਸਤਾ ਨਿਕਲੂਗਾ। ਇਹ ਅਜੰਪਸ਼ਨ ਸੀਗੀ ਤੇ ਮੈਨੂੰ ਲੱਗਦਾ ਕਿ ਨਵੇਂ ਰਸਤੇ ਵੱਲ ਆਪਾਂ ਵਧ ਰਹੇ ਹਾਂ। ਜਿਹੜਾ ਸਵਾਲ ਇੱਕ ਵਿੱਚ ਆਇਆ, ਨੂਰਪੁਰ ਜੀ ਨੇ ਗੱਲ ਕੀਤੀ ਸੀਗੀ ਕਿ ਉੱਥੇ ਡੈਕ ਲਾਉਂਦੇ ਆ, ਨੌਜਵਾਨਾਂ ਨੂੰ ਸਾਂਭਣਾ ਬੜਾ ਮੁਸ਼ਕਲ ਆ। ਮੈਨੂੰ ਇਹ ਲੱਗਦਾ ਹੈ ਕਿ ਨੌਜਵਾਨ ਹੁੰਦੇ, ਮੈਨੂੰ ਲੱਗਦਾ ਹੈਗਾ ਕਿ ਬਹੁਤ ਜ਼ਿਆਦਾ ਇਸ ਤਰ੍ਹਾਂ ਤਾਂ ਇਹ ਵੀ ਕਿ ਭਗਤ ਸਿੰਘ ਦੇ ਪਿਤਾ ਜੀ ਦੇ ਵਿਚਾਰ ਹੋਰ ਸੀਗੇ ਤੇ ਭਗਤ ਸਿੰਘ ਦੇ ਵਿਚਾਰ ਹੋਰ ਸੀਗੇ। ਨਿਸ਼ਚੇ ਹੀ ਥੋੜੇ ਜਿਹੇ ਕਹਿ ਲਓ ਕਿ ਗਰਮ ਹੀ ਸੀਗੇ। ਇਸੇ ਤਰ੍ਹਾਂ ਹੀ ਮੈਂ ਕਿ ਜਥੇਬੰਦੀਆਂ ਨੇ ਤਾਂ ਇਹ ਫੈਸਲਾ ਕੀਤਾ ਸੀ, ਸਿਆਣਿਆਂ ਬੰਦਿਆਂ ਨੇ ਤਾਂ ਬੈਠ ਕੇ ਵੀ ਭਾਈ ਜਿੱਥੇ ਰੋਕਿਆ ਉੱਥੇ ਹੀ ਰੁਕ ਜਾਾਂਗੇ, ਭਾਵਾਂ ਨਿਸ਼ਾਨਾ ਸਾਡਾ ਦਿੱਲੀ ਜਾਣਾ। ਤੇ ਨੌਜਵਾਨਾਂ ਨੇ ਮੈਂ ਕਿ ਥੋੜੀ ਜਿਹੀ ਪਹਿਲ ਕਦਮੀ ਕੀਤੀ ਤੇ ਉਹ ਪਹਿਲ ਕਦਮੀ ਵਾਲੇ ਜਿਹੜੇ ਲਾਈਫ ਦੀ ਜ਼ਿੰਦਗੀ ਨੂੰ ਲੈ ਤਾਲ ਦੇਣ ਲਈ ਉਹਨਾਂ ਲਈ ਜ਼ਰੂਰੀ ਹੈ। ਮੈਂ ਵੀ ਉੱਥੇ ਬਾਰਡਰ ਤੇ ਦੇਖ ਕੇ ਆਇਆ ਕਿ ਕਦੇ ਕਦੇ ਲੱਗਦਾ ਵੀ ਹੈ ਕਿ ਕੀ ਕਰਦੇ, ਕੁਛ ਹੋਸ਼ਾਪਣ ਵੀ ਲੱਗਦਾ ਹੈਗਾ ਕਿ ਟਰੈਕਟਰ ਚੱਲ ਰਿਹਾ, ਡੈਕ ਚੱਲ ਰਹੇ ਆ, ਛਤਰੀਆਂ ਦੇ ਉੱਤੇ ਚੜੇ ਆ, ਉਹਦੇ ਮੈਂ ਕਿ ਜਿਹੜੇ ਬੋਨਟ ਹੈਗੇ ਆ ਉਹਦੇ ਉੱਤੇ ਖੜੇ ਨੇ। ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਲਈ ਇਹ ਵੀ ਜ਼ਰੂਰੀ ਹੈਗਾ। ਠੀਕ ਆ ਕਿ ਉਹ ਹੋਸ਼ ਦੇ ਵਿੱਚ ਰਹਿਣ, ਪਰ ਇਸ ਨੂੰ ਅਸੀਂ ਬਿਲਕੁਲ ਹੀ ਆਪਾਂ ਇਸ ਤਰ੍ਹਾਂ ਦੇ ਜਿਹਨੂੰ ਕਹਿ ਸਕਦੇ ਇੰਨੀਆਂ ਪਾਬੰਦੀਆਂ ਨਹੀਂ ਲੱਗ ਸਕਦੀਆਂ ਗੀਆਂ। ਮੋਟੇ ਜਿਹੇ ਤੌਰ ਤੇ ਉਹਨਾਂ ਦੀ ਦਿਸ਼ਾ ਠੀਕ ਹੈਗੀ ਹੈ। ਜਿਹੜੀਆਂ ਵਰਿੰਦਰ ਸ਼ਰਮਾ ਜੀ ਨੇ ਗੱਲ ਕੀਤੀ ਹੈ, ਨਿਸ਼ਚੇ ਹੀ, ਕਿਉਂਕਿ ਉਹ ਪਾਰਲੀਮੈਂਟ
ਪਾਰਲੀਮੈਂਟੇਰੀਅਨ ਨੇ ਤੇ ਉਹਨਾਂ ਦੀਆਂ ਜਿਹੜਾ ਮਹੱਤਵਪੂਰਨ ਮਸਲਾ ਹੈ, ਮੈਂ ਉਹਨਾਂ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਕੀ ਇਹ ਡੈਮੋਕ੍ਰੇਸੀ ਲਈ ਥ੍ਰੈਟ ਤਾਂ ਨਹੀਂ। ਮੇਰਾ ਬੜਾ ਸਿੱਧਾ ਸਾਦੀ ਗੱਲ ਹੈਗੀ ਆ ਕਿ ਭਾਰਤ ਵਿੱਚ ਜਿਹੜੀ ਇਸ ਸਮੇਂ ਡੈਮੋਕ੍ਰੇਸੀ ਨਹੀਂ ਚੱਲ ਰਹੀ, ਇਹ ਬਹੁ ਗਿਣਤੀਵਾਦ ਮੈਚੁਰਿਟੀਜ਼ਮ ਚੱਲ ਰਿਹਾ ਹੈ ਕਿ ਜਿਸ ਦੇ ਨਾਲ ਤੁਸੀਂ ਝੂਠੇ ਸੱਚੇ ਵਾਅਦੇ ਕਰਕੇ ਇੱਕ ਵਾਰ ਸੱਤਾ ਦੇ ਵਿੱਚ ਆ ਜਾਂਦੇ ਆ ਤੇ ਮੁੜ ਕੇ ਤੁਸੀਂ ਆਪਣੇ ਨੰਬਰ ਗੇਮ ਦੇ ਸਿਰ ਤੇ, ਸਿਰਫ ਆਪਣੀ ਜਿੱਤ ਦੇ ਸਿਰ ਤੇ ਕਿਸੇ ਵੀ ਆਵਾਜ਼ ਨੂੰ ਨਹੀਂ ਸੁਣਦੇ। ਤਾਂ ਉਸ ਮੈਜੋਰਟੀਜ਼ਮ ਦਾ ਜਿਹੜਾ ਉਹਦੇ ਨਾਲ ਜਿਹੜਾ ਜੁੜ ਜਾਂਦਾ ਹੈ ਕਿ ਕਾਰਪੋਰੇਟਸ ਦੇ ਹਿੱਤ ਤੇ ਜਿਹਨੂੰ ਕਰੋਨਾ ਕੈਪੀਟਲਿਜ਼ਮ ਕਹਿੰਦੇ ਆ, ਕਿ ਜਿਹਨੂੰ ਕਹਿੰਦੇ ਆ ਕਿ ਕਰੋਨੀ ਕੈਪੀਟਲਿਜ਼ਮ, ਕਿ ਜਿਹੜੇ ਲੰਗੋਟਗੇ ਯਾਰ ਝੁੰਡੀ ਦੇ ਯਾਰ ਬਣ ਜਾਂਦੇ ਆ, ਕਿ ਜਿਹੜੇ ਭ੍ਰਿਸ਼ਟ ਕਰ ਦਿੰਦੇ ਆ ਸਿਆਸੀ ਨੇਤਾਵਾਂ ਨੂੰ। ਉਹ ਭਾਰਤ ਦੇ ਵਿੱਚ ਇਹ ਸਥਿਤੀ ਆਈ ਖੜੀ ਆ ਕਿ ਕਾਰਪੋਰੇਟਸ ਦੇ ਬਹੁਤ ਜ਼ਿਆਦਾ ਦਬਾਅ ਥੱਲੇ ਆ ਜਿਹੜਾ ਸਾਡਾ ਸਿਆਸੀ ਢਾਂਚਾ ਹੈਗਾ। ਤਾਂ ਉਸ ਹਾਲਤ ਦੇ ਵਿੱਚ ਜਿਹੜੀ ਇਹ ਗੱਲ ਕਹੀ ਜਾਂਦੀ ਆ ਕਿ ਕੀ ਇਹ ਮਿਹਣਾ ਮਾਰਦੀ ਆ ਭਾਰਤੀ ਜਨਤਾ ਪਾਰਟੀ ਅੱਜ ਕੱਲ ਕਿ ਕਾਂਗਰਸ ਇਹ ਬਿੱਲ ਲਿਆਉਣਾ ਚਾਹੁੰਦੀ ਸੀ, ਉਹਦੇ ਚ ਸਮਰੱਥਾ ਨਹੀਂ ਸੀ। ਸ਼ਾਇਦ ਇਹ ਗੱਲ ਸੱਚੀ ਹੋਵੇ ਕਿ ਕਾਂਗਰਸ ਨੇ ਪਿਛਲੇ ਲੰਮੇ ਸਮੇਂ ਤੋਂ ਲਗਭਗ 2 UPA ਗਵਰਨਮੈਂਟਸ ਦੇ ਵਿੱਚ ਉਹਨਾਂ ਨੇ, ਈਵਨ ਅਟਲ ਬਿਹਾਰੀ ਵਾਜਪਾਈ ਨੇ ਵੀ, 3 ਜਿਹੜੀਆਂ ਲਗਾਤਾਰ ਦੀਆਂ ਗਵਰਨਮੈਂਟ ਸੀਗੀਆਂ, ਉਹਨਾਂ ਨੇ ਕੋਲੀਸ਼ਨ ਗਵਰਨਮੈਂਟ ਚਲਾਈ। ਕੋਲੀਸ਼ਨ ਗਵਰਨਮੈਂਟ ਦੇ ਵਿੱਚ ਕੀ ਸੀਗਾ ਕਿ ਉਹਨਾਂ ਲਈ ਇੱਕ ਸਮੱਸਿਆ ਸੀਗੀ ਕਿ ਸਾਰੀਆਂ ਧਿਰਾਂ ਨੂੰ ਨਾਲ ਰੱਖਣਾ, ਫੈਡਰਲਿਸਟ ਸਿਸਟਮ ਨੂੰ ਬਿਲਕੁਲ ਖਤਮ ਨਹੀਂ ਕਰ ਸਕਦੇ। ਇਹਦੇ ਕਰਕੇ ਇਹ ਬਣਿਆ ਹੋਇਆ ਸੀਗਾ ਇੱਕ ਤਵਾਜ਼ਨ। ਇਹ ਤਵਾਜ਼ਨ ਇਹਨਾਂ ਨੇ ਬਹੁ ਗਿਣਤੀ ਆਉਣ ਦੇ ਨਾਲ ਹੀ, ਥੰਮਿੰਗ ਮੈਜੋਰਟੀ ਆਉਣ ਦੇ ਨਾਲ ਹੀ ਇਹਨਾਂ ਨੇ ਸਾਰੇ ਕਾਸੇ ਨੂੰ ਤਹਿਸ ਨਹਿਸ ਕਰਨਾ ਸ਼ੁਰੂ ਕਰਤਾ। ਉਹਨੂੰ ਠੱਲ ਪਈ ਆ। ਇਸ ਪੱਖੋਂ ਇਹ ਜਮਹੂਰੀਅਤ ਲਈ ਚੰਗਾ ਕਦਮ ਆ। ਤੇ ਦੂਸਰੀ ਗੱਲ ਇਹ ਸਵਾਲ ਟੇਢੇ ਢੰਗ ਨਾਲ ਆ ਗਿਆ ਬਹੁਤ ਵਾਰੀ, ਕਿ ਇਹ ਸਵਾਲ ਇਹ ਆ ਜਾਂਦਾ ਕਿ ਕੀ ਇਸ ਅੰਦੋਲਨ ਦੇ ਵਿੱਚੋਂ ਵੀ ਕੋਈ ਰਾਜਸੀ ਬਦਲ ਨਿਕਲੂਗਾ। ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਦੀ ਮੂਵਮੈਂਟ ਆ, ਉਹਦੇ ਵਿੱਚੋਂ ਕਾਂਗਰਸ ਨਿਕਲੀ, ਰਾਜ ਸੱਤਾ ਤੇ ਕਾਬਜ ਹੋਈ। ਬਾਅਦ ਦੇ ਵਿੱਚ ਐਮਰਜੈਂਸੀ ਦੇ ਸਮੇਂ JP ਅੰਦੋਲਨ ਚੱਲਿਆ, ਉਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨਹੀਂ, ਉਸ ਸਮੇਂ ਦੀ ਜਨਤਾ ਪਾਰਟੀ ਨਿਕਲੀ। ਤਾਂ ਇਸੇ ਤਰ੍ਹਾਂ ਹੀ ਕਿ ਅੰਨਾ ਹਜ਼ਾਰੇ ਅੰਦੋਲਨ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ। ਤਾਂ ਲੱਗਦਾ ਇਹ ਆ ਕਿ ਇਸ ਅੰਦੋਲਨ ਵਿੱਚੋਂ ਵੀ ਕੁਝ ਨਿਕਲੇਗਾ ਕੀ ਨਹੀਂ। ਸਿੱਧੇ ਤੌਰ ਤੇ ਭਾਵੇਂ ਨਾ ਨਿਕਲੇ, ਪਰ ਇੱਕ ਗੱਲ ਪੱਕੀ ਹੈਗੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਆ, ਨਵੀਂ ਲੀਡਰਸ਼ਿਪ ਜ਼ਰੂਰ ਆਊਗੀ। ਇਹ ਇਸ ਪੱਖੋਂ ਬਹੁਤ ਲੱਗਦਾ ਹੈਗਾ ਕਿ ਪੰਜਾਬ ਦਾ ਜਿਹੜਾ ਯੂਥ ਆ ਉਹ ਇਹ ਸਮਝੀ ਜਾਂਦਾ ਸੀ ਕਿ ਰਵਾਇਤੀ ਪਾਰਟੀਆਂ ਦੇ ਵਿੱਚ ਤਾਂ ਸਾਨੂੰ ਥਾਂ ਹੀ ਨਹੀਂ ਮਿਲਦੀਗੀ। ਬਾਕੀ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਤੇ ਸੁਖਬੀਰ ਸਿੰਘ ਬਾਦਲ ਆ ਗਿਆ, ਸੁਖਦੇਵ ਸਿੰਘ ਢੀਂਡਸਾ ਦੀ ਥਾਂ ਤੇ ਪਰਮਿੰਦਰ ਢੀਂਡਸਾ ਆ ਗਿਆ। ਤੇ ਉਧਰ ਇਹ ਲੱਗੀ ਜਾਂਦਾ ਹੈਗਾ ਕਿ ਉਧਰ ਵੀ ਕੋਈ ਹਾਲਤ ਚੰਗੀ ਨਹੀਂ ਗੀ। ਯਾਦਵਿੰਦਰ ਦੀ ਥਾਂ ਤੇ ਅਮਰਿੰਦਰ ਸਿੰਘ ਆ ਗਿਆ, ਅਮਰਿੰਦਰ ਸਿੰਘ ਦੀ ਥਾਂ ਤੇ ਉਹਦਾ ਬੇਟਾ ਆ ਜਾਊਗਾ, ਰਣਿੰਦਰ ਆ ਜਾਊਗਾ। ਤਾਂ ਇਸ ਹਾਲਤ ਦੇ ਵਿੱਚ ਆਮ ਆਦਮੀ ਜਿਹਦੇ ਵਿੱਚ ਲੀਡਰਸ਼ਿਪ ਦੀ ਕੁਆਲਿਟੀ ਆ, ਉਹ ਅੱਗੇ ਆਉਣਾ ਚਾਹੁੰਦਾ ਤੇ ਇਹ ਵੀ ਇੱਕ ਤਰੀਕਾ ਹੈਗਾ। ਰਹੀ ਜਿਹੜੀ ਗੱਲ ਹੈਗੀ ਆ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਖਦਸ਼ੇ ਨੇ ਕਿ ਕੀ ਇਹ ਵਾਪਸ ਇਸੇ ਤਰ੍ਹਾਂ ਚੱਲੂਗਾ ਕਿ ਨਹੀਂ ਚੱਲੂਗਾ। ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਇਹ ਗੱਲ ਪੱਕੀ ਨਹੀਂ ਹੁੰਦੀਗੀ ਕਿ ਇੱਕੋ ਗੱਲ ਆ ਜਿਹੜੀ ਉਹ 100% ਹੀ ਅਸੀਂ ਸ਼ੋਰ ਕਰਕੇ ਚੱਲੀਏ, ਪਰ ਇਹ ਤਬਦੀਲੀ ਜ਼ਰੂਰ ਆਊਗੀ। ਜਿਸ ਤੱਕ ਗੱਲ ਹੈਗੀ ਆ ਕਿ ਸਵਾਲ ਪੁੱਛਿਆ ਸੀਗਾ ਕਿ ਡੈਡਲੌਕ ਕੀ ਇਹ ਟੁੱਟੇਗਾ ਕਿ ਨਹੀਂ। ਦੇਖੋ ਗੱਲ ਇਹ ਹੈਗੀ ਆ ਕਿ ਜਿਹੜੀ ਡੈਡਲੌਕ ਤੋੜਨ ਦੀ ਵੱਡੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਕਿ ਉਹ ਡੈਡਲੌਕ ਤੋੜੇ। ਇੱਕ ਗੱਲ ਇਹ ਮਹੱਤਵਪੂਰਨ ਆ ਕਿ ਇਹ ਡੈਡਲੌਕ ਕਿਸ ਰੂਪ ਚ ਟੁੱਟਦਾ ਹੈ, ਇਹ ਤਾਂ ਅਸੀਂ ਨਹੀਂ ਕਹਿ ਸਕਦੇ। ਕੋਰਟ ਦੇ ਹੁਕਮਾਂ ਨਾਲ ਟੁੱਟਦਾ ਹੈ ਜਾਂ ਕਿਤੇ ਕੋਈ ਕਿਸੇ ਪਾਰਟੀ ਦੀ ਸਰਕਾਰ ਟੁੱਟਣ ਨਾਲ ਟੁੱਟਦਾ ਹੈ ਜਾਂ ਇਹ ਜਨ ਅੰਦੋਲਨ ਹੋਰ ਵਧੇਰੇ ਫੈਲਦਾ ਹੈ, ਇਹ ਅਸੀਂ ਅੱਜ ਨਹੀਂ ਕਹਿ ਸਕਦੇ। ਕਿਉਂਕਿ ਜੇ ਸਾਰਾ ਕੁਝ ਹੀ ਪ੍ਰੀ ਡਿਟਰਮਿਨਡ ਹੋਵੇ ਫਿਰ ਤਾਂ ਸਿਆਸਤ ਜ਼ੀਰੋ ਹੋ ਜਾਏ। ਅਸਲ ਤਾਂ ਸਿਆਸਤ ਹੁੰਦੀ ਹੀ ਵਿਚਾਰਾਂ ਦਾ ਭੇੜ ਆ ਤੇ ਉਹਦੇ ਵਿੱਚ ਕੀ ਹੋ ਜਾਣਾ ਹੁੰਦਾ ਬਹੁਤਾ ਨਹੀਂ ਡਿਟਰਮਿਨਡ ਕੀਤਾ ਜਾ ਸਕਦਾ ਹੁੰਦਾ, ਕਿ ਇਸੇ ਤਰ੍ਹਾਂ ਹੀ ਹੋ ਸਕਦਾ ਹੈਗਾ। ਇਹ ਮੇਰੇ ਇਸ ਕਿਸਮ ਦੇ ਕੁਝ ਵਿਚਾਰ ਨੇ। ਜਿੱਥੋਂ ਤੱਕ ਇੱਕ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਕਿ ਸ਼ਾਇਦ ਲਾਸਟ ਤੇ ਇਹ ਗੱਲ ਆਈ ਸੀਗੀ, ਬੜੀ ਮਹੱਤਵਪੂਰਨ ਗੱਲ ਸੀ ਕਿ ਆਖਰ ਪੰਜਾਬ ਦੀ ਖੇਤੀ ਦੇ ਵਿੱਚ ਤਬਦੀਲੀ ਤਾਂ ਆਉਣੀ ਆ, ਉਹ ਤਬਦੀਲੀ ਕਿਸ ਕਿਸਮ ਦੀ ਆਊਗੀ ਜਾਂ ਕਿਵੇਂ ਆਊਗੀ। ਨਿਸ਼ਚੈ ਹੀ ਜਿਸ ਤੱਕ ਮੈਨੂੰ ਲੱਗਦਾ ਹੈ
ਕਿ ਪੰਜਾਬ ਜਿਹੋ ਜਿਹਾ ਖਿੱਤਾ ਹੈ ਇਹਦੇ ਲਈ ਦੋਵੇਂ ਰਾਹ ਹੀ ਦਿਖਾਈ ਦੇ ਰਹੇ ਆ ਕਿ ਇਹ ਜਾਪਾਨ ਵੀ ਬਣ ਸਕਦਾ ਹੈ ਤੇ ਅਫਗਾਨਿਸਤਾਨ ਵੀ ਬਣ ਸਕਦਾ ਹੈ। ਸਾਡੀ ਜਿਹੜੀ ਕੋਸ਼ਿਸ਼ ਆ ਕਿ ਉਹ ਅਫਗਾਨਿਸਤਾਨ ਨਾ ਬਣੇ, ਉਹ ਜਾਪਾਨ ਬਣੇ। ਜਾਪਾਨ ਬਣਨ ਤੋਂ ਵੀ ਭਾਵ ਕਿ ਉਹ ਮਿਹਨਤ ਕਰੇ, ਤਕਨੀਕ ਨੂੰ ਵੀ ਨਾਲ ਰੱਖੇ। ਖੇਤੀ ਆ ਜਿਹੜੀ, ਇਹ ਆਪਾਂ ਸਾਰੇ ਜਾਣਦੇ ਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਰਟ ਟਾਈਮ ਹੀ ਰਹਿਣੀ ਆ। ਅਸੀਂ ਇਹ ਚਾਹੁੰਦੇ ਆ ਕਿ ਖੇਤੀ ਦੇ ਵਿੱਚੋਂ ਜਿਹੜੇ ਨਿਕਲਣ ਵਾਲੇ ਲੋਕ ਨੇ ਉਹ ਕਿਸੇ ਹੋਰ ਸੈਕਟਰ ਦੇ ਵਿੱਚ, ਕਿ ਸਨਅਤ ਸਾਡੇ ਕੋਲ ਡਿਵੈਲਪ ਨਹੀਂ ਹੋਈ, ਉਸ ਹਾਲਤ ਦੇ ਵਿੱਚ ਜਾਣ ਕਿੱਥੇ? ਸਰਕਾਰੀ ਨੌਕਰੀਆਂ ਹੈ ਨਹੀਂ। ਅਸੀਂ ਚਾਹੁੰਦੇ ਹਾਂ ਕਿ ਇਹ ਤਵਾਜ਼ਨ ਬਣ ਸਕੇ ਤੇ ਉਹਦੇ ਲਈ ਜੈਵਿਕ ਖੇਤੀ ਤੇ ਕਾਰਪੋਰੇਟ ਦਾ ਟਾਕਰਾ ਕਰਨ ਲਈ ਕੋਆਪਰੇਟਿਵ ਜੀਵਨ ਜਾਂਚ ਬਹੁਤ ਜ਼ਰੂਰੀ ਆ। ਤੇ ਉਹਦੇ ਵਿੱਚ ਹੀ ਸਾਡਾ ਭਾਈਚਾਰਾ ਜਾਂ ਰਵੇਦਾਰੀ ਜਾਂ ਸਬਰ ਸੰਤੋਖ ਜਾਂ ਸਾਦਗੀ ਭਰਿਆ ਜੀਵਨ, ਇਹ ਜਿਹੜੀਆਂ ਚੀਜ਼ਾਂ ਜੁੜੀਆਂ। ਸਾਦਗੀ ਭਰੇ ਤੋਂ ਮਤਲਬ ਇਹ ਨਹੀਂ ਕਿ ਜੀਵਨ ਮਿਆਰ ਥੱਲੇ ਸੁੱਟ ਲੈਣਾ। ਸਾਦਗੀ ਭਰੇ ਤੋਂ ਮਤਲਬ ਇਹ ਨਹੀਂ ਕਿ ਨਵੀਂ ਤਕਨੀਕ ਦੀ ਵਰਤੋਂ ਨਹੀਂ ਕਰਨੀ। ਸਾਦਗੀ ਭਰੇ ਤੋਂ ਮਤਲਬ ਇਹ ਆ ਕਿ ਆਪਣੀ ਉਹ ਗਰੀਡ ਤੇ ਕਾਬੂ ਰੱਖਣਾ ਹੈ ਜਿਹੜੀ ਅਸਲ ਵਿੱਚ ਤਾਂ ਮਨੁੱਖੀ ਨਹੀਂ, ਸਗੋਂ ਕਾਰਪੋਰੇਟ ਜਗਤ ਨੇ ਆਪਣੇ ਉਤਪਾਦ ਵੇਚਣ ਲਈ ਇਸ਼ਤਿਹਾਰੀ ਢੰਗ ਨਾਲ ਲੋਕਾਂ ਤੇ ਥੋਪੀ ਹੋਈ ਆ। ਇਸ ਪਾਸੇ ਲਈ, ਇਸ ਚੀਜ਼ ਲਈ ਆਪਾਂ ਕੋਸ਼ਿਸ਼ ਕਰਨੀ ਆ, ਸਾਰਿਆਂ ਨੇ ਰਲ ਕੇ ਕਰਨੀ ਆ। ਮੈਨੂੰ ਲੱਗਦਾ ਨਹੀਂ ਕਿ ਇਹ ਆਪਾਂ ਇਹ ਕਰੀਏ ਕਿ ਇਹ ਕਿਵੇਂ ਸੰਭਵ ਹੋਊਗੀ। ਕੋਸ਼ਿਸ਼ ਹੁੰਦੀ ਆ। ਇਸ ਕੋਸ਼ਿਸ਼ ਦੇ ਵਿੱਚ ਅਸੀਂ ਕਿੰਨੇ ਸਫਲ ਹੋਵਾਂਗੇ, ਇਹ ਤਾਂ ਭਵਿੱਖ ਦੀ ਗੱਲ ਹੈਗੀ ਆ। ਮੈਂ ਸੁਖਵਿੰਦਰ ਅਮਰਤ ਦੀਆਂ 2 ਲਾਈਨਾਂ ਹੈ ਕਿ ਦੀਵੇ ਵੀ ਜਗਦੇ ਰਹਿਣਗੇ, ਤਾਰੇ ਵੀ ਚੜ੍ਹਦੇ ਰਹਿਣਗੇ, ਸਾਜ਼ਿਸ਼ ਹਨੇਰੇ ਕਰਨਗੇ, ਚਾਨਣ ਵੀ ਲੜਦੇ ਰਹਿਣਗੇ। ਤੇ ਅੱਜ ਮੈਨੂੰ ਲੱਗਦਾ ਹੈ ਕਿ ਅਸੀਂ ਉਹ ਕੋਸ਼ਿਸ਼ ਕਰਨੀ ਆ ਲੜਨ ਦੀ ਹਨੇਰੇ ਦੇ ਨਾਲ। ਮੇਰੀ ਗੱਲ ਇੱਕ ਵਾਰ ਮੁਕੰਮਲ। ਜੇ ਕੋਈ ਬਹੁਤ ਜ਼ਰੂਰੀ ਕਿਸੇ ਦਾ ਪ੍ਰਸ਼ਨ ਜਗਾ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਬਰਾੜ ਸਾਹਿਬ। ਹੁਣ ਮੈਂ ਬੇਨਤੀ ਕਰਾਂਗਾ ਸਾਡੇ DPRO ਸਾਹਿਬ ਗਿਆਨ ਸਿੰਘ ਜੀ ਹੋਰਾਂ ਨੂੰ ਕਿ ਸਭ ਦਾ ਧੰਨਵਾਦ ਕਰਨ ਦੀ। ਅੱਜ ਦੇ ਇਸ ਵੈਬੀਨਾਰ ਦੇ ਵਿੱਚ ਵੱਖ-ਵੱਖ ਦਿਸ਼ਾ ਤੋਂ ਸ਼ਾਮਲ ਹੋਏ ਕਾਲਮਨੀਸਟ, ਬੁੱਧੀਜੀਵੀ ਤੇ ਚਿੰਤਕ, ਸਭ ਤੋਂ ਪਹਿਲਾਂ ਤਾਂ ਮੈਂ ਪਲਾਹੀ ਸਾਹਿਬ ਤੇ ਪਲਵਿੰਦਰ ਜੀ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਸ 2020 ਸਾਲ ਦਾ ਆਖਰੀ ਵੈਬੀਨਾਰ ਜਿਹੜਾ ਯੂਜ਼ ਕੀਤਾ। ਆਖਰੀ ਸਾਲ ਦਾ ਵੈਬੀਨਾਰ 2020 ਨੂੰ ਅਲਵਿਦਾ ਕਹਿੰਦਾ ਹੋਇਆ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋ ਸਾਰਿਆਂ ਨੂੰ ਨਵੇਂ ਸਾਲ ਦੀ 2021 ਦੀ ਵਧਾਈ ਦਿੰਦਿਆਂ ਹੋਇਆਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇ ਇਸ ਦਿਨ ਦੇ ਉੱਤੇ ਜਿਹੜਾ ਇਹ ਵਿਸ਼ਾ ਚੁਣਿਆ ਗਿਆ ਹੈ, ਕਿਸਾਨ ਸੰਘਰਸ਼ ਦਾ ਪੰਜਾਬੀ ਸੱਭਿਆਚਾਰ ਉੱਤੇ ਪ੍ਰਭਾਵ, ਇਸ ਵਿਸ਼ੇ ਨੂੰ ਲੈ ਕੇ ਡਾਕਟਰ ਰਜਿੰਦਰਪਾਲ ਸਿੰਘ ਜੀ ਬਰਾੜ ਸਾਹਿਬ ਜੋ ਸਾਬਕਾ ਮੁਖੀ ਨੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਉਹਨਾਂ ਨੇ ਵਿਸਤਾਰ ਪੂਰਵਕ ਇਸ ਨੂੰ ਸਾਡੇ ਸਾਹਮਣੇ ਰੱਖਿਆ। ਇਹ ਸਾਹਮਣੇ ਸਾਡਾ ਪੰਜਾਬੀ ਜਿਹੜਾ ਸੱਭਿਆਚਾਰ ਹੈ ਉਹ ਮੁੜ ਪ੍ਰਫੁੱਲਤ ਹੋਇਆ, ਅਨੇਕਤਾ ਵਿੱਚ ਏਕਤਾ ਸਾਹਮਣੇ ਆਈ ਹੈ। ਸਾਡਾ ਇਹ ਜਿਹੜਾ ਖਦਸ਼ਾ ਹੈ ਕਿ ਕਹਿੰਦੇ ਕਿ ਹੈਬਿਟ, ਇੱਕ ਲਫ਼ਜ਼ ਹੈਬਿਟ, ਉਹਦਾ ਜੇ ਐਚ ਕੱਢ ਦਈਏ ਤਾਂ ਬਿੱਟ, ਤੇ ਜੇ ਉਹਦੀ ਬੀ ਕੱਢ ਦਈਏ ਤੇ ਇੱਟ। ਇਹ ਜਿਹੜਾ ਹੈਗਾ, ਜਿਹੜਾ ਇੱਥੇ ਹੁਣ ਜਿਹੜਾ ਨਵਾਂ ਸੱਭਿਆਚਾਰ ਪੈਦਾ ਹੋਇਆ, ਇਹ ਜ਼ਰੂਰ ਰਹੇਗਾ, ਇਹਦਾ ਅਸਰ ਰਹੇਗਾ। ਪਿੰਡਾਂ ਦੇ ਵਿੱਚ ਦੇਖਣ ਵਿੱਚ ਆਇਆ ਹੈ ਕਿ ਉਹਨਾਂ ਨੇ ਇਹੋ ਜਿਹੀਆਂ ਸਭਾ ਸੁਸਾਇਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡਾਂ ਦੇ ਵਿੱਚੋਂ ਹੁਣ ਜਿਹੜੀਆਂ ਜਾ ਰਹੀਆਂ, ਵਾਰੀ ਟਰਾਲੀਆਂ ਜਾ ਰਹੀਆਂ ਨੇ, ਆ ਰਹੀਆਂ ਜਾ ਰਹੀਆਂ। ਇਹ ਇੱਕ ਨਵਾਂ ਸੱਭਿਆਚਾਰ ਬਣ ਗਿਆ ਹੈਗਾ ਕਿ ਮੇਲਾ ਵੇਖਣ ਜਾ ਰਹੇ, ਮੇਲਾ ਵੇਖਣ ਆ ਰਹੇ ਆ। ਤੇ ਇਹ ਜਿਹੜਾ ਕਾਰਵਾਂ ਬਣਿਆ ਹੈ, ਇਹਦਾ ਕੋਈ ਨਾ ਕੋਈ ਨਵਾਂ ਨਤੀਜਾ ਨਿਕਲੇਗਾ। ਤੇ ਦੂਜਾ ਜਿਹੜਾ 29 ਤਰੀਕ ਦੀ ਹੁਣ ਮੀਟਿੰਗ ਰੱਖੀ ਹੈ, ਉਹਦੀ ਆਸ ਕੀਤੀ ਜਾਂਦੀ ਹੈ ਕਿ ਉਹਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਇਹਨਾਂ ਦੇ ਨਾਲ ਹੀ ਲਫ਼ਜ਼ ਦੇ ਨਾਲ ਮੈਂ ਜਿਹੜੇ ਸਾਰੇ ਸਾਡੇ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਇਸ ਦੇ ਉੱਤੇ ਰੱਖੇ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਅੱਜ ਦੇ ਇਸ ਵੈਬੀਨਾਰ ਨੂੰ ਸਮਾਪਤ ਕਰਦਾ ਹੋਇਆ ਆਉਣ ਵਾਲੇ ਨਵੇਂ ਸਾਲ ਦੀ ਵਧਾਈ ਦਿੰਦਾ ਹੋਇਆ ਜੀ ਆਇਆਂ ਨੂੰ। ਧੰਨਵਾਦ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਪ੍ਰਵਿੰਦਰਜੀਤ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ।